ਸਵੇਰੇ ਸਵੇਰੇ ਮੈਨੂੰ ਫੋਨ ਆ ਗਿਆ ਅमेरिका ਤੋਂ। अस्सलाम वालेकुम मेरे तमाम सुन्नी मुसलमानों को क्या हाल है जी। अफजल वड़ाई साहब कैसे हैं? अफजल वड़ाई साहब क्या हाल है, कैसे हैं? ठीक ठाक है? क्यों ऑन कर रहा है? अस्सलाम वालेकुम अफजल साहब। यार म्यूट तो ना करें, सलाम कर रहे हैं, कौन सा क्या हो गया? जी एक सवाल करना था आमिर नज़ीर साहब से कि आमिर नज़ीर साहब आप वहाबी हैं तो यजीद को रहमतुल्लाह अलैह बोलते हैं, आप बोलते हैं या नहीं बोलते? बस ये मैं पूछना चाह रहा था कि यजीद जो है वो आपके नज़दीक ये रहमतुल्लाह अलैह है? अच्छा भी मैं थोड़ा ना वे था, सवाल आपने मुझसे ही पूछना ना टवाना साहब। जी 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 बड़ी खुशी हुई आपसे मिलकर और आपका सवाल सुनकर, अगरचे मैं पूरा सवाल आपका सुन नहीं सका। जी सवाल मेरा ये है कि मुझे इसी ब्रॉड पे पता चला है कि आप वहाबी हैं, तो अगर आप वहाबी हैं तो यजीद को क्या किसने उतारा भाई? उनको वापस लें भाई, उनको सवाल दफा करें खबीस को, दफा करें आमिर साहब, दफा करें इसको। नहीं जी, बड़ा सब सवाल लाइन दे कि क्यों ऐसी केड़ी गल है सर? नहीं दफा ऐसे सवालों ਦੇ ਜਵਾਬ ਨਹੀਂ ਦੇਣੇ। ਉਹ ਨਿਰਾ ਭਾਂਡੇ ਮਸਕਰਾ ਨਿਰਾ। ਮੈਂ ਕਹਿੰਦਾ ਜਿਹੜਾ ਸਾਡੇ ਤੋਂ ਵੱਧ ਭੰਡ ਹੋਵੇਗਾ ਨਾ ਉਹਨੂੰ ਨਾਮ ਦੇਾਂਗੇ ਨਾ ਵੜਾਏ ਸਾਹਿਬ। ਇਹਨੂੰ ਲੈ ਲਓ ਸਰ ਜੀ, ਇਹਦਾ ਸਵਾਲ ਦਾ ਬੜਾ ਮਜ਼ਾ ਆਏਗਾ ਤੇ ਜਵਾਬ ਆਉਣਗੇ ਉਹਨੂੰ। ਲੋ ਤੁਸੀਂ ਅੱਜ ਪਹਿਲੀ ਵਾਰੀ ਉਹਦੇ ਨਾਲ ਗੱਲ, ਮੈਂ ਤੇ ਉਹਦਾ ਨਾਂ ਹੀ ਅੱਗੇ ਇੱਕ ਦੋ ਵਾਰੀ ਤੁਸੀਂ ਜ਼ਿਕਰ ਕੀਤਾ ਜਾਂ ਕਿਸੇ ਹੋਰ ਨੇ, ਸਵਾਲ ਲੈਣ ਦਿਓ, ਕੋਈ ਐਸੀ ਗੱਲ ਨਹੀਂ ਹੈ ਜੀ। ਇਹ ਟਵਿੱਟਰ ਦਾ ਭੰਡ ਹੈ, ਟਵਿੱਟਰ ਦਾ ਭੰਡ। ਚਲੋ ਜੀ ਵੇਖ ਲੈਣੇ ਨਾ ਟਵਿੱਟਰ ਦਾ ਭੰਡ ਕਿ ਕਿੱਥੇ ਦਾ ਭੰਡ ਹੈ ਸਰ। हजारों ख्वाहिशें ऐसी कि हर ख्वाहिश पे दम निकले। लियाओ जी टवाना साहब, इन्होंने किरण सुनिया कि मैं वहाबी हूं। आओ जी टवाना साहब उत्ते आओ। अस्सलामुअलैकुम वरहमतुल्लाहि वबरकातुहू जी। अस्सलाम वालेकुम। क्या हाल चाल है नज़ीर भाई साहब, भाइयों का? अफजल भाई साहब ठीक ठाक है? जी वालेकुम सलाम, शुक्र अल्लाह का। प्यारी बहन कैसी हैं? अल्लाह ताला का शुक्र है, अल्हम्दुलिल्लाह भाई। ये मेरा ख्याल है आपके पास मॉडरेटर है, इसको पता डाल के रखें टवाने को जरा प्लीज। अच्छा जी ठीक है जी। दीवाना साहब जो है ना, नई कादियानियों की तरफ से एक शुरली है, जैसे एक दफ़ा HS आया था, फिर ये ताहिर, फिर ये टिवाना, फिर आजकल एक और भी आया हुआ है। उत्ते ले आओ जी टवाना साहब, आओ जी तशरीफ ले आओ जी उत्ते आओ। तो मलिक ने बड़ा दिमाग खराब। ਜੇ ਤੁਹਾਡੇ ਕੋਲ ਕੋਈ ਫालतू ਟੁੱਕਰ ਹੈ ਤੇ ਕਾਵਾਂ ਨੂੰ ਸੱਟ ਛੱਡੋ। ਨਹੀਂ ਹੈ ਯਜ਼ੀਦ ਵਾਲਾ ਮਸਲਾ ਬੜਾ ਜ਼ਰੂਰੀ ਹੈ। ਯਜ਼ੀਦ ਤੇ ਲਾਨਤ ਪਾਣੀ, ਇਹਦੇ ਨਾਲ ਬਾਦਸ਼ਾਹ ਬੰਦੇ ਦੀ ਜਿਹੜੀ ਹੈ ਨਾ ਆਖਰਤ ਦਾ ਤਾਲੁਕ ਹੈ, ਇਹਦੇ ਨਾਲ ਨਜਾਤ ਉਖਰਵੀ ਹੈ ਨਾ ਜਿਹੜੀ, ਉਹ ਇਹਦੇ ਨਾਲ ਵਾਬਸਤਾ ਹੈ। ਵੈਰੀ ਵੈਰੀ ਇੰਪੋਰਟੈਂਟ ਸਵਾਲ ਹੈ, ਤੁਸੀਂ ਉਹਨਾਂ ਨੂੰ ਉੱਤੇ ਲਓ ਜੀ। ਆਓ ਜੀ ਟਵਾਣਾ ਸਾਹਿਬ, ਵੇਖੀਏ ਯਜ਼ੀਦ ਤੇ ਲਾਨਤ ਪਾਣੀ ਚਾਹੀਦੀ ਕਿ ਨਹੀਂ ਪਾਣੀ ਚਾਹੀਦੀ। ਆਏ ਹਾਏ ਉਹ ਕੀ ਬਣਿਆ? ਖਾਜਾ ਲੱਗਾ ਸੀ ਰੋਲਾ ਪਾਉਣ ਤੇ ਮੈਂ ਪਰਾਂ ਚਲਾ ਗਿਆ ਤੇ ਫਿਰ ਮੈਂ ਸੁਣਿਆ ਨਹੀਂ, ਆਵਾਜ਼ਾਂ ਮਾਰਦਾ ਪਿਆ ਸੀ ਕਿਰਾ। ਉਹ ਖਵਾਜਾ ਆਇਆ ਤੇ ਉਹ ਟਿਕਟਾਂ ਵੇਚਣ ਦੀ ਉਹਨੇ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਫਿਰ ਉਹ ਮੁਨਾਜ਼ਰਾ ਕਰਕੇ ਗਿਆ ਅਕਬਰ ਸਾਹਿਬ ਨਾਲ। 2 ਮਿੰਟਾਂ ਬਾਅਦ ਉਹਦੇ ਦਲਾਇਲ ਖਤਮ ਹੋ ਗਏ, ਫਿਰ ਉਤਰ ਗਿਆ ਥੱਲੇ। ਅੱਛਾ ਮੁਨਾਜ਼ਰਾ ਹੋਇਆ ਅਕਬਰ ਖਾਨ ਸਾਹਿਬ ਨਾਲ? ਹਾਂਜੀ ਹੋਇਆ ਜੀ, ਉਹਨਾਂ ਨੇ ਫਿਰ ਆਪਣੇ ਭਰਪੂਰ ਦਲਾਇਲ ਦਾ ਮੁਜ਼ਾਹਰਾ ਕੀਤਾ, ਅਕਬਰ ਸਾਹਿਬ ਨੇ ਵੀ ਤੇ ਉਹਨਾਂ ਨੇ ਵੀ। ਉਹਨਾਂ ਦੇ ਦਲਾਇਲ ਖਤਮ ਹੋ ਗਏ, ਟੁਰ ਗਏ। ਬਹੁਤ ਅੱਲਾ। ਅਕਬਰ ਸਾਹਿਬ ਨੇ ਤੇ ਮਸੀਹ ਮੌਦ ਦੇ ਉੱਤੇ ਗੱਲ ਰੱਖੀ। ਉਹਨੂੰ ਕਿਹਾ ਜੀ ਮਸੀਹ ਮੌਦ ਦੇ ਸਾਹਮਣੇ ਨੰਗੀਆਂ ਔਰਤਾਂ ਨਹਾਉਂਦੀਆਂ ਸੀ, ਤੁਸੀਂ ਉਹਨੂੰ ਮਸੀਹ ਮੌਦ ਕਿਉਂ ਮੰਨਿਆ? ਅੱਛਾ
ਹੂੰ ਨੇ ਉਹਨੂੰ ਕੋਈ ਗੱਲ ਨਹੀਂ ਕੱਢੀ ਤੇ ਉਹ ਕਹਿੰਦੇ ਜੀ ਟਿਕਟਾਂ ਟੁਕਟਾਂ ਪਤਾ ਨਹੀਂ ਕੀ ਉਹ ਬਲੈਕ ਟਿਕਟਾਂ ਵੇਚਦੇ ਸਨ ਤੇ ਫਲਾਣਾ ਜੇ ਉਹ ਹਜ਼ਰਤ ਈਸਾ अलैहिस्सलाम ਦੀ ਤਾਂ ਗੱਲ ਹੋਈ ਨਹੀਂ ਤੇ ਜ਼ਿਆਦਾ ਮਸਲਾ ਤੇ ਉਹ ਕਹਿੰਦੇ ਸੀ ਮੈਂ ਈਸਾ ਅਲੈਹਿਸਲਾਮ ਦਾ ਨਾਂ ਲੈਣਾ ਤੇ ਅਫਰਾ ਤਫਰੀ ਮਚ ਜਾਣੀ ਹੈ। ਉਹ ਭੁੱਲ ਗਏ ਸੀ ਨਾਂ ਲੈਣਾ ਨਾ ਥੱਲੋਂ ਆਉਂਦੇ ਹੁੰਦੇ ਆਖਰ ਟਾਈਮ ਲੱਗਦਾ ਹੈ ਇੰਨਾ ਜਦੋਂ ਬੰਦਾ ਵਕਤ ਗੁਜ਼ਾਰ ਦੇਵੇ ਤੇ ਪਿਛਲੇ ਗੱਲਾਂ ਭੁੱਲ ਜਾਂਦੀਆਂ ਪੌੜੀ ਜਿਹੜੀ ਹੈ ਨਾ ਵਾਹ ਵਾਹ ਲੰਮੀ ਹੈ, ਲੰਮੀ ਪੌੜੀ ਤੇ ਬੰਦਾ ਕਤਲ ਹੋ ਜਾਂਦਾ। ਇੱਕ ਵਾਰੀ ਨਾ ਜਿਹੜੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀਆਂ ਪੌੜੀਆਂ ਨੇ ਨਾ, ਉੱਥੇ ਜਿਹੜਾ ਪੰਜਾਬ ਦਾ ਇਹੀ ਸਮਝ ਲਓ ਸਾਡੇ ਪੰਜਾਬ ਦਾ IG ਹੋਵੇ ਪੁਲਿਸ ਦਾ, ਇੰਜ ਉੱਥੇ ਆਇਆ ਸੀ ਤੇ ਉਹ ਆਇਆ ਸੀ ਸਿਵਲ ਵਰਦੀ 'ਚ ਆਇਆ ਸੀ, ਉਹਨਾਂ ਦੇ ਬਕੌਲ ਤੇ ਮੱਥਾ ਟੇਕਣ ਆਇਆ ਸੀ, ਪਰ ਇਹਨਾਂ ਦੇ ਬਕੌਲ ਉਹ ਮੁਖਬਰੀ ਕਰਨ ਆਇਆ ਸੀ। ਮੁਖਬਰੀ ਖੈਰ ਉਹਨੇ ਆਪ ਕੀ ਕਰਨੀ ਸੀ, ਉਹਨੂੰ ਤੇ ਕਈ ਮੁਖਬਰ ਮਿਲ ਜਾਂਦੇ ਨੇ। ਉਹਨਾਂ ਪੌੜੀਆਂ ਦੇ ਉੱਤੇ ਗੋਲੀ ਮਾਰ ਛੜੀ ਸੀ ਉਹਨੂੰ। ਵਾਹ ਹੀ ਪੌੜੀਆਂ ਨੇ ਨਾ ਲੰਮੀਆਂ ਚੌੜੀਆਂ ਥੱਲੇ ਢਲਦੇ ਆ ਅੰਮ੍ਰਿਤਸਰ ਹਰਿਮੰਦਰ ਸਾਹਿਬ, ਯਾਨੀ ਇਹਨਾਂ ਦਾ ਜਿਹੜਾ ਸੈਂਟਰ ਹੈ ਉੱਥੇ ਸਿੱਖਾਂ ਦਾ ਟੈਂਪਲ ਜਿਹੜਾ ਹਾਂਜੀ ਗੋਲਡਨ ਟੈਂਪਲ, ਤੇ ਉੱਥੇ ਕਈ ਘੰਟੇ ਉਹਦੀ ਪੰਜਾਬ ਦੇ ਸਭ ਤੋਂ ਵੱਡੇ ਪੁਲਿਸ ਅਫਸਰ ਦੀ ਲਾਸ਼ ਪਈ ਰਹੀ ਹੈ, ਕੋਈ ਬੰਦਾ ਚੁੱਕਦਾ ਹੀ ਨਹੀਂ ਸੀ ਉਹਦੀ ਲਾਸ਼ ਆ ਕੇ। ਪੌੜੀਆਂ ਵਾਹ ਹੀ ਲੰਮੀਆਂ ਹੋਣ ਤੇ ਬੰਦੇ ਦੀ ਲਾਸ਼ ਵੀ ਕੋਈ ਨਹੀਂ ਚੁੱਕਦਾ ਬਾਦਸ਼ਾਹ। ਇਹ ਤੇ ਫਿਰ ਬਚ ਕੇ ਟੁਰ ਗਿਆ ਨਾ ਖਾਜਾ ਤਨਵੀਰ। किथे टवाना होना। टवाना साहब का मुकाम जो होता है वो ताहिर साहब से बड़ी मोहब्बत है उनको। टवाना साहब को आमिर नज़ीर भाई आपको पता भी नहीं कितनी मोहब्बत है उनको ताहिर साहब से। वो ताहिर साहब की बस ब्रॉड ऑन ही होती है ना, वो उधर पहुंचे होते हैं और कादियानियत के खिलाफ की जो है ना वो जलेबियां बेच रहे होते हैं। जी देखिए, मोहब्बत दिल का अमल है, इस पर किसी का कोई इख्तियार नहीं है। अगर उनको मोहब्बत है ताहिर से तो वो मोहब्बत का हक रखते हैं, जिससे चाहे मोहब्बत करें। दिल आए गदी पे तो परी है क्या चीज़। जिसका दिल ताहिर पे आ जाए तो परी क्या चीज़ है बादशाह। तो उनको करने दें मोहब्बत। उनको अगर इधर हैं मौजूद तो उनको कहीं ऊपर आएँ और सवाल पूछें कि यजीद पर लानत भेजनी चाहिए कि रहमतुल्लाह अलैह कहना चाहिए। ਇਹ ਬੜੀ ਅਜੀਬ ਗੱਲ ਏ। ਉਹ ਕਹਿੰਦੇ ਸੀ ਜੀ ਮੈਂ ਈਸਾ अलैहिस्सलाम ਦਾ ਨਾਂ ਲਾਂਗਾ ਤਾਂ ਸਾਰੇ ਮੁਸਲਮਾਨ ਭੱਜ ਜਾਣਗੇ, ਲੇਕਿਨ ਉਹ ਆਪਣਾ ਅਕਬਰ ਸਾਹਿਬ ਨੇ ਮਸੀਲੇ ਈਸਾ ਦਾ ਹੀ ਜ਼ਿਕਰ ਕੀਤਾ ਤੇ ਉਹ ਆਪੇ ਭੱਜ ਗਏ ਨੇ। ਜਾਂਦੇ ਨਹੀਂ ਮਿਰਜ਼ਾ ਸਾਹਿਬ ਨੇ ਆਖਿਆ ਸੀ ਬਈ ਜਿਹੜਾ ਮੇਰਾ ਖੁਦਾ ਹੈ ਉਹ ਮੇਰੇ ਨਾਲ ਐਸੀਆਂ ਗੱਲਾਂ ਕਰਦਾ ਹੈ ਕਿ ਜੇ ਮੈਂ ਮੁਰੀਦਾਂ ਨੂੰ ਦੱਸਾਂ ਸਭ ਭੱਜ ਜਾਣਗੇ। ਇੱਕ ਵੀ ਨਹੀਂ ਇੱਥੇ ਰਹਿਣ ਲੱਗਾ। ਤੇ ਟਵਾਣਾ ਸਾਹਿਬ ਨੇ ਇਹ ਸਮਝ ਲਿਆ ਭਾਈ ਉਹ ਗੱਲਾਂ ਮੈਂ ਇੱਥੇ ਕਰਨੀਆਂ ਤੇ ਸਭ ਦੌੜ ਜਾਣੇ ਨੇ। ਇੱਥੇ ਕੌਣ ਦੌੜਨ ਵਾਲਾ। ਟਵਾਣਾ ਸਾਹਿਬ ਤਸ਼ਰੀਫ ਲਿਆਓ ਵਾਪਸ। ਆ ਗਏ ਨੇ ਟਵਾਣਾ ਸਾਹਿਬ, ਫੁੱਲ ਮਾਰ ਰਹੇ ਨੇ ਮੈਨੂੰ। ਚੁੱਕਿਓ ਜੀ ਟਵਾਣਾ ਸਾਹਿਬ ਨੂੰ, ਚੱਕੋ ਚੱਕੋ ਟਵਾਣਾ ਸਾਹਿਬ ਨੂੰ। वेलकम टवाना साहब जी, बहुत बहुत शुक्रिया। देखें, माइक लेने के लिए भी आपको 2 फूल की रिश्वत देनी पड़ी तब माइक मिला जाके। मैं खुद ये हम सुनियों का हाल है। मैं इस कमेंट नीचे कर रहा हूँ और 15 मिनट से रिक्वेस्ट डाली हुई है, माइक दे नहीं रहे, आप बुला रहे हैं और ये लोग माइक दे नहीं रहे। 2 फूल आपको रिश्वत दी, टपक करके माइक मिला। ये हम सुन्नी मौलानाओं की जनाब, ये हमारी टोटल वर्थ। आप भी सुन्नी हैं? अल्लाह का बड़ा करम, अल्हम्दुलिल्लाह, पैदाइशी खानदानी। आप खानदानी हैं? अल्हम्दुलिल्लाह जी। गाली गलोच मैं नहीं देता। इस्लाम का आपकी तरह झंडा उठाकर मुंह में गाली गलोच नहीं अच्छी होती। आप सवाल करें जो सवाल आप करना चाह रहे थे। गाली गलोच अब सवाल तो देखें, गुफ्तगू तब स्टार्ट होगी आमिर नज़ीर साहब। पहले एक चीज की गारंटी मिलेगी, वो ये कि मुझे म्यूट नहीं किया जाएगा और मेरी गुफ्तगू सिर्फ आपसे होगी। अच्छा, आपको सिर्फ और सिर्फ एक शर्त पर म्यूट किया जाएगा, जब आप इस्लामी मुकद्दसात की कोई तौहीन करें, वो नहीं हो सकती। बाकी कोई भी आपको म्यूट नहीं करेगा। डन डन। या जनाब, जितने आप सुन्नी है उतना मैं भी सुन्नी हूँ, आप बिला फिक्र रहें। ये तो आप कह रहे हैं ना, अभी जब आपको गाली देने की इजाजत है, मैं इंशाल्लाह गाली भी नहीं दूंगा।
नहीं, मुझे भी गाली देने की इजाजत नहीं है, मुझे ये नहीं, मैंने इजाजत वैसे ही है। आपने देनी ही तो है, तो मैंने बोला इजाजत ही दे दूं, कम से कम आप खुले दिल से, मुझे फराख दिली से देंगे। मुझे सर मुझे इतनी इजाजत दे दें, इन्नमा नरुद्दु सब साबीना अला वजूह है, कि जो गाली आप देंगे वो आपके मुंह पर मारने की इजाजत मिर्जा साहब ने दी है, और कोई इजाजत मुझे नहीं चाहिए। चलें जी, शुरू करें। चलें। अहले सुन्नत का जनाब, हम आप भी अहले सुन्नत से ताल्लुक़ रखते हैं, मैं भी अहले सुन्नत से ताल्लुक़ रखता हूँ। मेरा पहला सवाल ये है कि मैं थोड़ा सा कंफ्यूज हूँ कि मैं देवबंदी फ़िरके में जाऊँ, वहाबी फ़िरके में जाऊँ या बरेलवी फ़िरके में। अब जन्नत में तो जाना है, तो किसी फ़िरके की, कौन से फ़िरके में मुझे जाना चाहिए? नहीं, वो यजीद वाला प्रोग्राम रह गया। वो अब जब कर लिया था तो अफजल साहब अपने परों पे थे, जो है पानी डालने ही नहीं देते, तो उन्होंने नीचे फेंक नहीं, दिया, फिर माइक नहीं दे नहीं, रहे, वो पता नहीं। और 2 फूल की मेरी रिश्वत देनी पड़ गई इनकी वजह से। नहीं, वो आपको वापस और कर देता माशाल्लाह हूँ। मैं सोच रहा था वैसे आपको 8-10 फूल लगेंगे, लेकिन आप 2 फूल में ही मान गए। हेलो जनाब, एक तो यह हो गया वापस थे, हेलो दूजा भी तुसी अल्हम्दुलिल्लाह, ਜਿਹੜੇ ਤੁਸੀਂ ਮੈਨੂੰ ਭੇਜੇ ਸੀ ਵਾਪਸ आ गए टवाना साहब। क्योंकि मैंने जाया ही किए थे आपके, तो अल्हम्दुलिल्लाह मेरा हक हलाल का पैसा वापस आ गया। ਤੁਹਾਡਾ पैसा ਤੁਹਾਨੂੰ मिल गया जी, जलाल दा अल्हम्दुलिल्लाह जनाब, टिवाना ने माइक भी ले लिया और अपने 2 फूल भी, फुल भी ਤੁਹਾਨੂੰ वापस मिल गए ਤੇ ਮਾਈਕ अल्हम्दुलिल्लाह। ਹੁਣ ਗੱਲ ਉੱਥੋਂ शुरू करो। उस हलाल मोड़ का से पैसा शुरू जनाब कहीं नहीं जाता, वापस आता। करो। राणा साहब ਹੁਣ ਗੱਲ उस मोड़ से शुरू करें जब हम आमिर साहब वो 2 टूटियां जुतियां भी वापस करो। ਉਹ ਤਾਂ ਟਾਈਮ ਨਾਲ ਹੀ ਮਿਲਣੀਆਂ ਨੇ ਨਾ ਬੜਾ ਸਰ, टाइम 2 टूटियां जूतियां अगर मैंने दी हुई हो तो वापस कर दें, वरना मुझे उधार लेने की जरूरत नहीं है। नहीं नहीं वो और ਇਹਨਾਂ ਦੇ अफजल पट्ठे साहब, याद आया, ਉਹ वो ਇਹਨਾਂ ਦੇ ਪੱਠੇ जूतियां, ਇਹਨਾਂ ਦੇ पट्ठे पाण वालियां ਦੀਆਂ अफजल जुतियां साहब ने। वो जूतियां जो आपको पड़ी थी लास्ट टाइम, अच्छा याद आया, बिल्कुल करो अपने ਨਾਲ ਗੱਲ ਕਰੋ ਟਵਾਣਾ ਸਾਹਿਬ, ਦਲੇਰੀ ਨਾਲ ਗੱਲ ਮੇਰੇ ਨਾਲ ਕਰੋ, ਵਡਾਈ ਸਾਹਿਬ ਨੂੰ ਛੱਡੋ। ਤੁਸੀਂ ਉਹ ਯਜ਼ੀਦ वाली ਗੱਲ दोबारा करो। वो असल में आपकी चप्पलें, थोड़ा सा चप्पलें सीधी करने के लिए तो बैठे होते हैं यहाँ पे। मैं क्या 60 साल की उम्र में माशाल्लाह वो जन्नत आपकी कमर खारिज करके ही कमाएंगे। ਮੈਂ ਕਿਹਾ ਜਿਹੜੀ ਯਜ਼ੀਦ ਵਾਲੀ ਗੱਲ ਏ ਤੁਸੀਂ ਉਹ ਤੇ ਕਰੋ, ਤੇ ਬਾਕੀ ਗੱਲਾਂ ਨੂੰ ਛੱਡ ਦੋ ਨਾ। अब मेरा मूड नहीं है उस पर बात करने का, उस वक्त नीचे फेंकता ना। ਇਹ ਫਿਰ ਯਾਰੀ ਤੇ ਨਾ ਛੋਲਿਆਂ ਦਾ ਵੱਢ ਹੋਇਆ ਨਾ। चले आमिर साहब, कौन सा मैं भागा जा रहा हूँ, उस पर भी ਗੱਲ बात कर ਕਰਕੇ ਬੰਦੇ लेंगे। ਨੂੰ ਪਿੱਛੇ ਨਹੀਂ ਹਟਣਾ ਚਾਹੀਦਾ, ਗੱਲ ਕਰਕੇ ਪਿੱਛੇ? ਗੱਲ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। नहीं तुसी मेरा एक कम करो ना, तको तुसी भी अहले सुन्नत हो, मैं भी अहले सुन्नत ਤੁਸੀਂ हां। ਕਹਿੰਦੇ ਪਿਓ ਨਾ मनु ये दसो मैं किहड़े फिरके जावां? ਮੈਨੂੰ ਕੀ ਪਤਾ ਹੈ ਕਿ ਤੁਸੀਂ ਅਹਿਲੇ ਸੁन्नत ਹੋ, ਕਿ ਤੁਸੀਂ ਕੌਣ ਤੇ ਕੌਣ ਨਹੀਂ। ਤੁਸੀਂ ਫਿਲਹਾਲ ਜਿਹੜਾ ਸਵਾਲ ਹੈ ਨਾ ਉਹ चलो फिर मनु एक दूजा सवाल इस तू स्टार्ट हो जांदा है। ਨਹੀਂ ਜਿਹੜੀ तू सानू ये नहीं पता कि मैं अहले सुन्नत हां, ते गल ये कर रहे हैं कि चलो मैं साबित किस तरह करा जी मैं अहले सुन्नत हां। इस्लाम सानू के इजाजत दिंदा है या के पैरामीटर हैगे जिस विच मैनू मैं सुन्नी अपने आप नू साबित कर दियां? चलो बिस्मिल्लाह करो जी। ਅੱਛਾ ਇਹ ਮੈਂ ਕਿਹਾ ਪਹਿਲਾਂ ਯਜ਼ੀਦ ਵਾਲੀ ਗੱਲ ਮੁਕਾ ਲੈਂਦੇ, ਫਿਰ ਅਹਿਲੇ ਸੁन्नत ਵਾਲੀ ਗੱਲ ਕਰ ਲੈਂਦੇ। चलो कर लो, तो सानू सवाल ते तुहाडे कोल आ गया से तुसी जवाब दे दो। ਸਵਾਲ ਦੁਬਾਰਾ ਦੁਹਰਾਓ ਨਾ, ਮੈਂ ਉਸ ਵੇਲੇ ਅੱਲਾ ਅੱਧਾ ਸੁੱਤਾ ਅੱਧਾ ਜਾਗਦਾ ਇਸ ਪਿਆ ਵੇ। नो प्रॉब्लम, मैं चलो तुहाडी ईमा दे उत्ते मैं कर लेना। मैनू ये पता चलिया तुहाडी बराडा ते कि तुसी वहाबी हो। मैं तुहाडे कोल ये पूछना चाहना कि तुसी आमिर नज़ीर वा यजीद नू रहमतुल्लाह अलैह मंदा है, कहंदा है या नहीं? ਅੱਛਾ ਇਹ ਤੁਸੀਂ ਪਤਾ ਕਰਨਾ ਚਾਹੁੰਦੇ ਹੋ। जी जी, ਯਜ਼ੀਦ ਨੂੰ ਰਹਿਮਤੁल्लाह ਅਲੈਹ ਕਹਿਣਾ ਚਾਹੀਦਾ ਹੈ ਕਿ ਲਾਨਤੁल्लाह ਅਲੈਹ ਕਹਿਣਾ ਚਾਹੀਦਾ ਹੈ? मेरे हिसाब नाल ते लानतुल्लाह ही कहना चाहिए था। ਲਾਨਤੁल्लाह ਕਹਿਣਾ ਚਾਹੀਦਾ ਹੈ। जी, ਤੇ ਜਿਹੜਾ ਉਹਨੂੰ ਲਾਨਤੁल्लाह ਨਾ ਕਵੇ ਉਹਦੇ क्रॉस क्वेश्चन ना करो ना जी, सवाल दा जवाब दो ना, तुसी क्रॉस क्वेश्चन कर रहे हो। ਨਹੀਂ मैं इस तरह फिर भी तुहानू जवाब दे देता। ਤੁਸੀਂ ਲਾਨਤੁल्लाह ਦਾ ਤੇ ਕਹਿ ਦਿੱਤਾ ਹੈ, जी जी, ਲੇਕਿਨ ਜਿਹੜਾ ਲਾਨਤੁल्लाह ਇਹ ਕਈ ਬੰਦੇ ਜਿਹੜੇ ਮਨਾ ਕਰਦੇ ਨੇ, ਕਹਿੰਦੇ ਨੇ ਲਾਨਤੁल्लाह ਨਹੀਂ ਕਹਿਣਾ ਚਾਹੀਦਾ। ਤੁਸੀਂ अपना दसो ना आमिर नज़ीर साहब, तुसा ने मेरा पूछया, मैं अपने हिसाब नाल तुहानू बेबाकी नाल दसिया। यार मैं सुन्नी हां, मैं मैनू डर खौफ नहीं हैगा, मेरे को सवाल करो मैं सीधा जवाब देंगा। ਟਵਾਣਾ ਸਾਹਿਬ जी 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 ਤੁਸੀਂ ਇਹ 6ਵੀਂ ਵਾਰੀ ਆਖ ਬੈਠੇ ਹੋ ਵੀ ਤੁਸੀਂ ਸੁਣਨੀ ਹੋ। जी, ਕੀ ਜ਼ਰੂਰਤ ਹੈ ਤੁਹਾਨੂੰ ਇੰਨੀਆਂ ਸਫਾਈਆਂ ਦੀ? ਤੁਹਾਨੂੰ ਕਿਹਨੇ क्योंकि ਪੁੱਛਿਆ? मैं तुहानू ये एहसास दिलाना चाहना कि मैं तुहाडी तरह बुज़दिल नहीं हां। तुसी मेरे को सीधा सवाल करोगे मैं सीधा जवाब देंगा। मैं सीधा सवाल सनी कीता, तुसी सनी जवाब देवल दो। ਦੇ ਖਾਨਦਾਨ ਵਿੱਚੋਂ ਨੇ ਨਾ ਤੇ ਗੱਲ ਟੋਰੋ ਨਾ, ਗੱਲ ਟੋਰੋ ਨਾ। ਤੁਹਾਨੂੰ ਪਤਾ ਨਾ, ਉਹਨਾਂ ਨੂੰ ਇਹ ਤੁਹਾਨੂੰ ਪਤਾ ਨਾ ਲੱਗ ਜੇ ਆਖਰੀ ਨਾਂ ਦਾ। यार अफजल साहब आप एक काम करें, थोड़ा एसी तेज करें। आमिर नज़ीर साहब को गर्मी लग रही है, आप थोड़ा पंखा पुंखा लगाएं, कोई बोतलें शोतलें मैं मंगाएं, क्या- यही काम है ਮੈਂ आपका। ਕਿਹਾ ਐਡਾ ਵਕਤ ਤੁਹਾਨੂੰ ਕੀ ਪਿਆ ਆਪਣੇ ਆਪ ਨੂੰ ਸੁਣਨੀ मरने की उम्र में आपने चापलूसी शुरू कर दी। ਟਵਾਣਾ जी ਸਾਹਿਬ, आमिर ਮੈਂ साहब, ਤੁਹਾਨੂੰ
ਮੈਂ ਤੁਹਾਨੂੰ ਆਖਿਆ ਮੈਂ ਸੁੰਨੀ ਆ ਜਾਂ ਵਾਬੀ ਆ ਜਾਂ ਮੈਂ ਸ਼ੀਆ ਵਾਂ मैं सुनिया भरावा, मैं सुनिया, मैं नहीं तुहाडे ਮੈਂ ते ਕਿਹਾ ਮੈਂ ਤੁਹਾਨੂੰ ਕਦੇ ਆਖਿਆ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਮਾਸ਼ਾਅੱਲਾ ਦਿਨ ਰਾਤ ਤੇ ਹੀ ਕਰਦੇ ਰਹਿੰਦੇ ਹੋ, ਸੁੰਨੀ 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 ਸੁੰਨੀ। ਮੈਂ ਕਿਹਾ ਅਲਹਮਦੁਲਿਲਾ। ਤੁਸੀਂ ਕਿੰਨੀ ਵਾਰੀ ਸੁਣਿਆ ਸੁੰਨੀ 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 ਤੇ ਇੱਥੇ ਕਿ ਇਸ ਬਰਾੜ ਤੇ ਹੁੰਦਾ ਕੀ ਹੈ? ਇਸ ਬਰਾੜ ਤੇ ਭਰਾਵਾ ਆਮਿਰ ਨਜ਼ੀਰ ਸਾਹਿਬ, ਤੁਸੀਂ ਕਦੇ ਲਿਸਨਰ ਤੇ ਬਹਿ ਕੇ ਨਾ ਤੁਸੀਂ ਸੁਣੋ, 80% ਗਾਲਾਂ ਚਲਦੀਆਂ ਨੇ ਇੱਥੇ ਮੈਂ ਤਾਂ ਸਵੇਰ ਦਾ ਬੈਠਾ ਵਾਂ, ਹੁਣ ਹੋ ਗਏ ਨੇ 2:45 ਮੇਰੇ ਕੋਲ, ਜੀ ਤਕਰੀਬਨ 6 ਘੰਟੇ ਹੋਣ ਵਾਲੇ ਨੇ, 8:30 ਦੇ ਲਗਭਗ ਮੈਂ ਆਇਆ ਵਾਂ ਜੀ। ਤੇ ਮੈਂ ਤੇ ਇੱਕ ਵੀ ਗੱਲ ਨਹੀਂ ਇੱਥੇ ਸੁਣੀ। ਓਏ ਬਸ ਇਹੀ ਗੱਲ ਹੈ ਨਾ, ਤੁਸਾਂ ਨੂੰ ਹੁਣ ਗਾਲਾਂ ਵੀ ਨਹੀਂ ਲੱਗਦੀਆਂ ਕਿਉਂਕਿ ਦਿਨ ਰਾਤ ਉਹੀ ਚੱਲਦਾ ਪਿਆ, ਤੁਹਾਨੂੰ ਉਹ ਗਾਲਾਂ ਥੋੜੀ ਚਲੋ ਲੱਗਦੀਆਂ। ਇੱਕ ਦੋ ਗਾਲ ਦੱਸੋ ਹੁਣ, ਕਿਹੜੀ ਕਿੰਨੇ ਗਾਲ ਕੱਢੀ ਦੱਸੋ ਉਹ ਬਸ ਮੈਨੂੰ ਹੁਣ ਇਸ ਵੇਲੇ ਯਾਦ ਨਹੀਂ, ਤੁਹਾਨੂੰ ਜਾਂ ਤੁਸਾਂ ਨੂੰ ਲੱਗਦੀ ਨਹੀਂ ਹੈ, ਜਾਂ ਮੈਨੂੰ ਇਸ ਗਾਲ ਵੇਲੇ ਦੱਸ ਦਿਓ ਯਾਦ ਜਾਂ ਹੈ। ਬੰਦਾ ਦੱਸ ਦਿਓ, ਕਿਹੜੇ ਬੰਦੇ ਨੇ ਗਾਲ ਕੱਢੀ। ਅੱਛਾ ਤੁਸੀਂ ਗੱਲ ਤੇ ਆਓਗੇ ਜਾਂ ਗੱਲ ਨੂੰ ਦੁਬਾਰਾ ਸਵਾਲ ਦਾ ਜਵਾਬ ਦੇਣਾ ਹੈ ਜੇ ਕਿ ਨਹੀਂ ਦੇਣਾ ਜੇ? ਗੱਲ ਤੇ ਆ ਗਿਆ ਨਾ ਵੀ ਇਹੀ ਜਿਹੜੀ ਗੱਲ ਹੈ ਨਾ, ਬੁਜ਼ਦਿਲੀ ਕਿਉਂ ਵਿਖਾਉਂਦੇ ਹੋ? ਗੱਲ ਕਰੋ ਨਾ ਯਾਰ, ਸਵਾਲ ਤੁਸੀਂ ਮੈਨੂੰ ਕਰੋ, ਮੈਂ ਤੁਹਾਨੂੰ ਕਰਾਂਗਾ ਗੱਲ ਕਰੋ। ਰਾਣਾ ਸਾਹਿਬ ਮੈਂ ਪਿਆ ਕਹਿਣਾ ਕਿ ਤੁਸੀਂ ਕਹਿੰਦੇ ਹੋ ਕਿ ਯਜ਼ੀਦ ਨੂੰ ਲਾਨਤੁੱਲਾ ਲੈ ਕਹਿਣਾ ਚਾਹੀਦਾ। ਬਿਲਕੁਲ ਕਹਿਣਾ ਚਾਹੀਦਾ। ਮੈਂ ਕਹਿਣਾ ਕਿ ਤੁਸੀਂ ਕਹਿੰਦੇ ਹੋ ਤੇ ਕਹਿੰਦੇ ਰਹੋ, ਮੈਂ ਨਹੀਂ ਕਹਿੰਦਾ। ਆਈ ਸ਼ਾਬਾਸ਼ ਏ। ਕਿ ਤੁਸੀਂ ਇਹ ਜੇ ਇਸਲਾਮ ਦਾ ਝੰਡਾ ਲੈ ਕੇ ਘੁੰਮ ਰਹੇ ਹੋ ਨਾ ਤੇ ਦੂਜਿਆਂ ਨੂੰ ਗਾਲੀਆਂ ਦੇ ਰਹੇ ਹੋ, ਪਹਿਲੇ ਆਪਣਾ ਅਕੀਦਾ ਇੱਥੇ ਠੀਕ ਕਰੋ। ਮੇਰੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਨਵਾਸਿਆਂ ਦਾ ਕਾਤਿਲ, ਉਸ ਨੂੰ ਤੁਸੀਂ ਲਾਨਤ ਨਹੀਂ ਹਕਦਾਰ ਕਹਿ ਰਹੇ ਹੋ, ਤੇ ਟੌਮ ਡਿਕ ਹੈਰੀ ਨੂੰ ਤੁਸੀਂ ਕੁੱਤਾ ਕਹੋ, ਕੰਜਰ ਕਹੋ ਜਾਂ ਲਾਂਤੀ ਕਹੋ, ਕੋਈ ਫਰਕ ਨਹੀਂ ਪੈਂਦਾ। ਪਹਿਲੇ ਯਜ਼ੀਦ ਨੂੰ ਲਾਂਤੀ ਕਹੋ, ਬਹੁਤ ਉੱਤੇ ਤੁਹਾਡੀ ਪਰ ਜਲਦੇਨ ਤੁਹਾਡਾ ਅਕੀਦਾ ਵਿੱਚ ਆ ਜਾਂਦਾ ਹੈ। ਮੈਂ ਵੇਖੋ ਐ ਮੁਸਲਮਾਨੋ, ਇਹਨਾਂ ਦਾ ਹਾਲ ਵੇਖੋ, ਜੇ ਇਸ ਸੁਨੀਆਂ ਦਾ ਜੇ ਝੰਡਾ ਲੈ ਕੇ ਆਇਆ ਆਮਿਰ ਨਜ਼ੀਰ ਸਾਹਿਬ ਲੈ ਕੇ ਘੁੰਮ ਰਹੇ। ਚਲੋ ਜੀ ਹੁਣ ਅਗਲਾ ਜਵਾਬ, ਅਗਲਾ ਸਵਾਲ। ਨਹੀਂ ਹੋ ਗਿਆ, ਗੱਲ ਮੁੱਕ ਗਈ ਜੇ। ਨਹੀਂ ਮੁੱਕ ਕਿਸ ਤਰ੍ਹਾਂ ਗਈ? ਹੁਣ ਤੁਸੀਂ ਕੀ ਕੱਢਣਾ ਹੈ? ਅੱਗਾ ਦੌੜ ਤੇ ਪਿੱਛਾ ਚੌੜ, ਇਹਨੂੰ ਕਹਿੰਦੇ ਜੇ। ਇੰਜ ਨਹੀਂ ਕਰਨਾ। ਨਹੀਂ ਕੀ ਨਿਕਲਣਾ ਜੀ, ਹੁਣ ਗੱਲ ਮੁੱਕ ਗਈ। ਮੈਂ ਤੁਹਾਡੇ ਨਾਲ ਇਸ ਦੇ ਉੱਤੇ ਕੀ ਗੱਲ ਕਰਾਂ? ਟਵਾਣਾ ਮੈਨੂੰ ਵੀ ਇੱਥੇ 10-11 ਮਹੀਨੇ ਹੋ ਗਏ ਨੇ, ਮੈਨੂੰ ਇਹਨਾਂ ਦੇ ਅਕੀਦੇ ਦਾ ਤਰੀਕੇ ਦਾ ਪਤਾ ਨਹੀਂ ਲੱਗਾ। ਦੇ ਉੱਤੇ ਜੇ ਮੇਰੇ ਰਸੂਲ ਨੇ ਬੋਸਾ ਦਿੱਤਾ ਹੋਏ ਤੇ ਇਹ ਯਜ਼ੀਦ ਮਰਦੂਦ ਦਾ ਬੱਚਾ ਇਹ ਉਹਦੇ ਹੋਂਟਾਂ ਦੇ ਉੱਤੇ ਛੜੀ ਮਾਰੇ ਤੇ ਤੁਸੀਂ ਕਹਿੰਦੇ ਉਸ ਦੇ ਉੱਤੇ ਲਾਨਤ ਨਹੀਂ ਮਾਰਾਂਗੇ? ਪਹਿਲੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੁਸੀਂ ਉਹਨੂੰ ਰਹਿਮਤੁल्लाह ਅਲੈਹ ਕਹੋਗੇ। ਮੇਰੀ ਗੱਲ ਸੁਣੋ, ਤੇ ਮੈਂ ਤੁਹਾਨੂੰ ਵੀ ਲਾਨਤੁल्लाह ਕਹਿਣਾ ਕਿ ਤੁਹਾਡੇ ਤੇ ਵੀ ਅੱਲਾ ਦੀ ਲਾਨਤ ਹੋਏ। ਐ ਸ਼ਾਬਾਸ਼। ਅੱਛਾ ਖਲੋ ਇਹ ਜੇ ਇਹ ਸਾਰੇ ਇੰਦਤਵਾ। ਇੱਕ ਮਿੰਟ ਬੜਾਈ ਸਾਹਿਬ, ਤੁਸੀਂ ਜਲਦੀ ਨਹੀਂ ਕਰਨੀ ਪਲੀਜ਼, ਕਾਲ ਨਹੀਂ ਕਰਨੀ। ਤੇ ਵੜਾਈ ਸਾਹਿਬ ਇਹ ਜੇ ਤੁਸੀਂ ਕੰਮ ਕਰ ਰਹੇ ਹੋ ਨਾ, ਜੁੱਤੇ ਸਿੱਧੇ ਕਰਨ ਵਾਲੇ, ਥੋੜਾ ਪਿੱਛੇ ਹੋ ਜਾਓ ਨਾ। ਅੱਜ 60 ਸਾਲ ਦੀ ਤੁਹਾਡੀ ਉਮਰ ਹੈ ਤੇ ਨਾਲੇ ਖੁਦਾ ਦੀ ਕਸਮ ਜੇ ਕੀ ਹਰਕਤਾਂ ਕਰ ਰਹੇ ਹੋ, ਕੋਈ ਮਰਨ ਵਾਲੀ ਤੁਸੀਂ ਨੇ ਅੱਲਾ ਨੂੰ ਜਾਨ ਦੇ ਦਿਆ। ਅੱਲਾ ਜੀ ਖਲੋ ਜਾਓ ਜੀ, ਚੁੱਪ ਕਰੋ ਸਾਰੇ। ਟਵਾਣਾ ਸਾਹਿਬ ਨੇ ਫਰਮਾਇਆ ਕਿ ਜਿਹੜਾ ਬੰਦਾ ਯਜ਼ੀਦ ਤੇ ਲਾਨਤ ਨਹੀਂ ਕਰਦਾ, ਮੈਂ ਉਹਦੇ ਤੇ ਲਾਨਤ ਕਰਨੀ ਹੈ। ਲੋ ਜੀ, ਯਜ਼ੀਦ ਤੇ ਲਾਨਤ ਨਾ ਕਰਨ ਵਾਲੇ ਦੇ ਉੱਤੇ ਲਾਨਤ ਕਰਿਓ। ਟਵਾਣਾ ਸਾਹਿਬ ਇਹ ਤਵੱਜੋ ਫਰਮਾਇਓ ਜ਼ਰਾ, ਮੈਂ ਅੱਜ ਤੁਹਾਡੇ ਕੋਲ ਲਾਨਤ ਕਰਾਣੀ, ਹੁਣ ਦੌੜਿਓ ਨਾ ਗੱਲ ਤੋਂ। ਮੈਂ ਤੇ ਤੁਹਾਡੇ ਤੇ ਲਾਨਤ ਕਰ ਦਿੱਤੀ। ਨਹੀਂ ਮੇਰੇ ਤੇ ਨਹੀਂ, ਜਿਹੜਾ ਯਜ਼ੀਦ ਤੇ ਲਾਨਤ ਨਹੀਂ ਕਰਦਾ। ਮੇਰਾ ਤੁਹਾਡੀ ਔਰ ਮੇਰੀ ਗੱਲ ਹੋ ਰਹੀ ਹੈ। ਟਵਾਣਾ ਸਾਹਿਬ ਤੁਸੀਂ ਗੱਲ ਕੀਤੀ ਹੈ, ਕੋਈ ਕਿਤਾਬ ਮੈਂ ਗੱਡੀ ਚਲਾ ਰਿਹਾ, ਮੈਂ ਪੜ੍ਹ ਨਹੀਂ ਸਕਦਾ। ਟਵਾਣਾ ਸਾਹਿਬ ਸਬਰ ਰੱਖੋ, ਹੁਣ ਤਗੜੇ ਰਹੋ, ਡਿੱਗਿਓ ਨਾ ਜੀ। ਤਗੜਾ ਜਿਹੜਾ ਬੰਦਾ ਯਜ਼ੀਦ ਤੇ ਲਾਨਤ ਨਹੀਂ ਕਰਦਾ, ਤੁਸੀਂ ਉਹਦੇ ਤੇ ਲਾਨਤ ਕਰਨੀ। ਹੁਣ ਇਹ ਇੱਕ ਮਸਲਾ दरपेश है कि अगर कोई शख्स हजूर के मुखलिसीन में से हो और वो यजीद को लानत करता हो, तो क्या जायज है कि उस पर कोई शख्स इस सबब से 1000 बार लानत बारी करे कि वो यजीद को मलून कहता है? फिर मैं हजूर से दरियाफ्त करता हूँ, जाहिर फरमाएं कि यजीद का क्या कदर और उसकी क्या शान थी। क्या यजीद पर लानत भेजनी जायज है या नहीं? क्या यजीद जालिम था या नहीं? अपने अलूम जजाया से हमें फतवा मरहमत करें ताकि हम बहरामंदी हासिल करें। कम तरीन खादम अब्दुल्ला। लो जी, ਇਹਦਾ ਜਵਾਬ ਆਉਣ ਲੱਗਾ ਤੇ ਤੁਸੀਂ ਹੁਣ ਵੇਖਣਾ ਹੈ, ਜਿਹੜਾ ਬੰਦਾ ਆਖੇ ਯਜ਼ੀਦ ਤੇ ਲਾਨਤ ਨਹੀਂ ਕਰਨੀ ਚਾਹੀਦੀ, ਉਹਦੇ ਤੇ ਤੁਸੀਂ ਲਾਨਤ ਪਾਣੀ। वाज़े हो, जवाब आने लगा, वाज़े हो कि जिन अफ़ाल की निस्बत, म्यूट करो, किधरों शोर पे आमदा, म्यूट करो एक मिनट, किधे माइक च म्यूट पे शोर पे आमदा। वाज़े हो कि जिन अफ़ाल की निस्बत यजीद की तरफ मंसूब की जाती है
मुझे यकीनन मालूम नहीं कि वो किस तरह वाकया हुए। इस अमर में खबरें मुख्तलिफ और रवायतें बहुत हैं। तकवा की ये शर्त है, टवाना साहब, तकवा की ये शर्त है कि इंसान दूसरों की लानत की तरफ इल्तफात ना करे, बल्कि अपने ही नफ्स के फिसक से डरता रहे। आओ जी, लानत है देते, और इसके तज़किया व तस्फिया में कोशिश करे, और इसके तज़किया तस्फिया में कोशिश करे, क्योंकि यजीद का गुनाह तुमको कुछ ज़रर नहीं देता। अगर इस की शरारत थी तो उसका वबाल यजीद पर ही पड़ेगा। लकौलहु ताला, अगला अल्लाह ताला दा कौल पढ़न तो पहले एदे ते लानत पाओ जी। टवाना साहब, इस लानती दे उत्ते लानत पाओ जी ने जवाब लिखिया है कि यजीद अल लानत दी इल्तफात नहीं करनी चाहिए जी, लानत की तरफ इल्तफात ना करे यजीद दी। चलो जी टवाना साहब एदे ते लानत पाओ। टवाना साहब तुसां हुण फरमाया कि जेड़ा यजीद ते लानत नहीं पाण लगा मैं ते ओदे ते लानत पांदा। ए मिर्जा गुलाम अहमद कादियानी ते लानत पा दिओ। टवाना साहब लत्तां ते पार पाओ। टवाना साहब लत्तां खड़ियां हो गईयां जे, लत्तां सीधियां करके उत्ते खलोवो ते लानत पाओ मिर्जा वाह गुलाम वाह अहमद वाह कादियानी वाह, ते। पंड मुझे कह रहे थे माशाल्लाह, आको एक बार सुभान फिर अल्लाह, से दोबारा। आय आको आय सुभान आय, अल्लाह। टवाना साहब लानत पानी हेलो पै जी, गई है हेलो मिर्जा कादियानी हेलो ते। हेलो हेलो हेलो। अस्सलाम वालेकुम, बहुत लानत आला पाओ नजीर ते। भाई। ए पंज गुलाब मेरी तरफों तुम्हारी टवाना पंड गिरी थे। साहब, टवाना साहब लानत पाओ ए जल्दी पंज मिर्जा गुलाब कादियानी मेरी ते। तरफ है, उधार नहीं जे मैं दिल टवाना तू जितने वेल साहब, कराइए वेल। टवाना साहब ए मैं मिर्जा वेल कादियानी कराइए ते लानत जी। पाण दा टाइम आमिर आ नजीर गया। साहब जो पंड गिरी तुसी विखाई ना टवाना एक उत्ते मैंने वेल साहब, कराई जे। टवाना साहब मिर्जा ए कादियानी ते पंज लानत फुल पाण दा मेरी वेला आ गया तरफों। जे। टवाना साहब वटवाणी ना करो, लानत पाण दा टाइम आ गया, वटवाणी छड्डो ते लानत पाओ, लानत पाओ जल्दी करो। मिर्जा कादियानी ते लानत आखो, कहंदा लानत नहीं पानी चाहिए मिर्जा कादियानी ते ओदे ते यजीद ते आखो इहदे ते लानत होवे, आखो ना लानत होवे। हर उस शख्स ते लानत होवे जी। और नहीं यार उस शख्स ते नहीं, यार उस शख्स ते नहीं, ऐ शख्स ते जेड़ा पे कहंदा है कि दूसरों यार की तो लानत की इतना तरफ। ऑब्सेस्ड क्यों हो इस ओ भाई आदमी इस से, गले इतना इस ऑब्सेस्ड गले क्यों ओ हुआ? मेरी गल सुनो टवाना साहब, अहले तुसा सुन्नत मेरे की ते बात हो मेरी गल रही है, सुनो। आप इस टवाना जाके इसके साहब, पीछे चले जाते हो। टवाना साहब चीका नहीं मार दियां। मैं जी जदों जी यजीद ते लानत नहीं पाई, तुसा हाँ, आख्या मैं तेरे ते लानत पाना। मिर्जा कादियानी कहंदा लानत नहीं पानी चाहिए यजीद ते, आखो मिर्जा मेरा उस कादियानी नाल ते लानत। वास्ता के मेरा टवाना उससे वास्ता साहब क्या है? मिर्जा कादियानी ते लानत पानी पैनी है। टवाना साहब, क्यों 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 टवाना वजह साहब लत्तां खड़ियां हो वजह गईयां जे। टवाना साहब वजह तुहाडियां लत्तां खड़ियां हो गईयां जे। टवाना साहब लानत पाओ यजीद ते, लत्तां ते अच्छा पार पाओ, आमिर नजीर लत्तां साहब सीधियां वजह खड़ियां करो, बताएं, वजह। लत्तां खड़ियां अहले करो। सुन्नत की बात हो रही है, इस गले के आपकी और यजीद ते मेरी लानत बात पाण हो दा रही है, कायल नहीं। टवान साहब, आपकी और टवाना मेरी साहब बात हो रही वटवाणी छड्डो। है, टवाना साहब वटवाणी चिल्लाने छड्डो, का कोई एदे ते फायदा लानत नहीं पाओ। ओ है। मिर्जा कादियानी ते लानत पाओ। टवाना साहब हुण बुज़दली ना वहाओ। हुण वेखो बड़ी माड़ी गल है, लोकी की आखणगे टवाना साहब गिल्ला तित्तर बन के फड़े फिरदे सन, आखिर अज रंगे हाथों पकड़े गए ने। टवाना साहब मिर्जा कादियानी ते लानत पाण दा टाइम आ गया। आखो सुभान अल्लाह, मैं आखो हर लानत उस पवे एदे शख्स, ते। अच्छा बात सुनिए ना, नहीं ओ शख्स ते नहीं, ओ शख्स ते नहीं, ऐस शख्स ते मरजई दी नहीं तो तब्बी हक ते। लाती अमर नजीर ने मरजई दी तब्बी लाती। ओ ओ यार, शख्स ते नहीं, ऐ शख्स ते लानत पानी, ऐ अच्छा शख्स ते ओ ओ मरजई शख्स। बात पाल तो आदत सुन मिर्जा लो, साहब दे उत्ते मुझे लानत सुनवा पाल के टवाना हंसी साहब मरजई। आ लानत रही है पाओ। तुम्हारी भंडगिरी पे टवाना ओ यार। साहब मरजई लानत लानत पाओ। यार पाल क्या मिर्जा साहब दे। तमाशा आदमी हो, कसम खुदा की, टवाना साहब तुसी बड़े हाँ दिल कसम मेहरबान खुदा की लोग पकड़ सोते। लिया ना कसम उसने। खुदा की, वो टवाना क्या साहब तुम्हारा तमाशा बाप है, आदमी सुभान वो हो। अल्लाह, तुम्हारा बाप है। आप तो भांड हो यार, आप टवाना यहाँ पर साहब बैठे वो हुए पिंजरा, सुन्नी तुम्हारे इस्लाम को बाप ने डिफेंड कर पकड़ रहे हो, लिया तुम्हें। टवाना तो साहब क्या घंटा अल्लाह पकड़ा की मरजई तुझे? ओ मरजई डाल लानत लो, मिर्जा साहब पर। ओ यार आप पे ओ साहब भी अल्लाह मरजई की मिर्जा लानत हो अकबर साहब, आप टवाना मुझे साहब मरज़ई मिर्जा कह रहे हैं, एक कादियानी ते सुन्नी अच्छा लानत पाओ। मिर्जा पे मुसलमान को। डाल ना, मिर्जा पे डाल, मिर्जा मिर्जा पे कादियानी ते डाल। लानत पाओ। आप पे टवाना अल्लाह साहब, की लानत हो अकबर साहब। टवाना साहब दो मिर्जा पे ਤੁਹਾਡੇ क्यों ਤੇ नहीं ਲਾਨਤ डालता ਹੈ। हरामी ਜੇ मरजई। ਤੁਸੀਂ ਮਿਰਜ਼ਾ ओ ਕਾਦੀਆਨੀ ਤੇ हरामी ਲਾਨਤ ਨਾ मरजई। ਪਾਈ ਤੇ ਟਵਾਣਾ ਸਾਹਿਬ ਤੁਹਾਡੇ ਤੇ ਲਾਨਤ ਪੈ ਜਾਣੀ। ਪਾਓ ਲਾਨਤ वो ਮਿਰਜ਼ਾ ਕਾਦੀਆਨੀ। मरज़इयों को आप गाली देते हो, दो मुझे क्यों दे रहे हो? मैं थोड़ी मरज़ई हूँ। ਟਵਾਣਾ ਸਾਹਿਬ ਇੱਥੇ ਮਰਜ਼ਾਈ तुम ਮੁਸਲਮਾਨ ਦੀ ਗੱਲ मरजई ਹੀ हो, ਕਰਨੀ ਹੈ। डालो ਇੱਥੇ मिर्जा पे ਗੱਲ लानत। ਇੱਥੇ ਗੱਲ ਨਾ ਮਿਰਜ਼ਾਈ ਦੀ ਹੈ ਨਾ बस ਮੁਸਲਮਾਨ ਦੀ। वही ਅਕਬਰ ਖਾਨ बात ਸਾਹਿਬ है, ਤੁਸੀਂ ਮਿਊਟ ਲਾਓ। मुझे ਅਕਬਰ ਖਾਨ अपना ਸਾਹਿਬ ਮਿਊਟ ਲਾਓ। इस्लाम साबित करने के अकबर लिए खान साहब किसी को म्यूट लाओ गाली तुसी देनी ते एक होगी। मिनट। टवाना साहब ओ यार कोई खुदा का खौफ करो तुसा कि मैं टवाना साहब अपने खौफ इस्लाम नहीं को किस खौफ लेवल पे ले गए हो नहीं यार। खौफ होना। टवाना साहब जी 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 जी, ਤੁਸੀਂ ਮੈਂ ਪਿਆਨਾ ਬੜੇ ਦਿਨਾਂ ਦੇ ਗਿੱਲੇ ਤਿੱਤਰ ਬਣ ਕੇ ਘੁੰਮ ਰਹੇ ਸੋ, ਆਖਰ ਤੁਸੀਂ ਇਸ ਪਿੰਜਰੇ 'ਚ ਆ ਗਏ ਹੋ। ਹੁਣ ਤੁਸੀਂ ਆਖਿਆ ਜਿਹੜਾ ਯਜ਼ੀਦ ਤੇ ਲਾਨਤ ਨਹੀਂ ਪਾਉਂਦਾ ਤੁਸੀਂ ਉਹਦੇ ਤੇ ਲਾਨਤ ਪਾਉਂਦੇ ਹੋ, ਤੇ ਆਖੋ ਇਹਦੇ ਤੇ ਲਾਨਤ ਹੈ ਜਿਹੜਾ ਯਜ਼ੀਦ ਤੇ ਲਾਨਤ ਨਹੀਂ ਪਿਆ ਪਾਉਂਦਾ, ਜਿਹੜਾ ਮਰੀਦਾਂ ਨੂੰ ਮਨਾ ਪਿਆ ਕਰਦਾ ਹੈ ਕਿ ਇਹਦੇ 'ਚ ਮੁਖਤਲਿਫ ਖਬਰਾਂ ਨੇ, ਕਹਿੰਦਾ ਰਵਾਇਤਾਂ ਮੁਖਤਲਿਫ ਨੇ, ਤਕਵੇ ਦੀ ਸ਼ਰਤ ਹੈ ਵੇ,
ਤਕਵੇ ਦੀ ਸ਼ਰਤ ਹੈ ਵੇ ਕਿ ਬੰਦਾ ਦੂਜਿਆਂ ਤੇ ਲਾਹਨਤਾਂ ਨਾ ਪਾਏ ਬਲਕਿ ਆਪਣੇ ਨਫਸ ਦੇ ਫਿਸਕ ਤੋਂ ਡਰਦਾ ਰਵੇ। ਆਖੋ ਨਾ ਮੈਂ ਲਾਹਨਤ ਪਾਣਾ ਇਸ ਬੰਦੇ ਤੇ ਜਿਨੇ ਆ ਖਤ ਲਿਖਿਆ ਹੈ ਮਿਰਜ਼ਾ ਕਾਦੀਆਨੀ ਦਾ ਖਤ ਹੈ। ਆਖੋ ਮਿਰਜ਼ਾ ਕਾਦੀਆਨੀ ਤੇ ਲਾਹਨਤ ਹੋਵੇ, ਯਜ਼ੀਦ ਦੇ ਤੇ ਲਾਹਨਤ ਦਾ ਕਾਇਲ ਨਹੀਂ ਸੀ। ਆਖੋ ਲਾਹਨਤ ਹੋਵੇ ਤੇ ਟਵਾਣਾ ਸਾਹਿਬ ਜੇ ਤੁਹਾਡਾ ਸਿਰਫ ਜ਼ਾਤੀ अभी आपका खत्म हो गया हो तो मैं बात करूँ ना। सुनो ना, अगर ਤੁਹਾਡਾ आप ਸਿਰਫ बोलते रहोगे तो मैं ही सुनूंगा ना, आप थोड़ी मैं सुनोगे। दसना अगर ਤੁਹਾਡਾ ਮੇਰੇ ਨਾਲ ਸਿਰਫ ਜ਼ਾਤੀ ਬੁਗਜ਼ ਔਰ ਖੁੰਨਸ ਨਹੀਂ ਸੀ ਤੇ ਮਿਰਜ਼ਾ ਕਾਦੀਆਨੀ ਨੇ ਵੀ ਤੇ ਉਹੀ ਗੱਲ ਆਖੀ ਜਿਹੜੀ ਮੈਂ ਆਖੀ ਹੈ। ਮੇਰੇ ਤੇ ਤੁਸੀਂ ਆਖਿਆ ਲਾਨਤ ਹੈ ਤੇ ਮਿਰਜ਼ਾ ਕਾਦੀਆਨੀ ਦੀ ਵਾਰੀ आप मुझे सुने, बोलती मेरी बंद हो बात गई है, सुने। ये मसला है। अच्छा अब आबिर नजीर साहब मेरी बात सुने। हाँ जी। ये हवाला जो आप मुझे दिखा रहे हैं ना, और किसी शख्स का नाम लेकर आप मुझे बोल रहे हैं कि इसको गाली दो, मुझे देने में कोई प्रॉब्लम नहीं है और मैं माजी में देता भी रहा हूँ। प्रॉब्लम कोई नहीं तो पियो पियो पाओ और यार बात तो पूरी सुन लो ना यार आमिर तेरा साहब। में ड्रामा ना करो पा दो ओ यार आमिर साहब बात तो पूरी सुन लो, मैं कौन सा अगर कोई गाली दे प्रॉब्लम रहा कोई हूँ नहीं तो लानत आपको। पा के अगली गल करो। ओ यार बात तो सुने ना। आखो ने इस बंदे ते लानत वो यार फिर वही बात आपने बस लोगों को गाली दो लानत ना पायो पिछू फोन पे आमदे नहीं तो मैं दूंगा वरना तुम दो बस गाली दो। ਤੇ ਨਹੀਂ ਉਹਨਾਂ ਲੈਣਾ। ਟਵਾਣਾ ਸਾਹਿਬ ਪਿਛਲੇ ਫੋਨ ਪੇ ਕਰਕੇ ਆਂਦੇ ਨੇ ਜੇ ਤੁਸੀਂ ਮਿਰਜ਼ਾ ਕਾਦੀਆਨੀ ਤੇ ਲਾਨਤ ਪਾਈ ਤੁਹਾਨੂੰ ਅਸਾਂ ਬਰਾੜ ਤੇ ਨਹੀਂ ਚੁਕਣਾ। ਬੰਦੇ ਬਣ ਜੋ ਲਾਨਤ ਨਾ ਪਾ ਕੇ ਆਵਿਓ। ਇਹ ਅਮਰ ਬੜਾ ਖਤਰਨਾਕ ਬੰਦਾ ਜੇ, ਇਹਦੇ ਕਹਿਣ ਤੇ ਲਾਨਤ ਨਾ ਪਾਇਓ। ਇਹ ਪਿਆ ਹੈ ਜੀ ਹੈ ਤੁਹਾਡੀ ਪੰਡਗਿਰੀ ਤੇ 5 ਫੁੱਲ ਹੋਰ ਲੈ ਲਓ ਜੀ। ਨਹੀਂ ਨਹੀਂ ਮੈਨੂੰ ਪੰਡ ਫੁੱਲ ਦੀ ਨਹੀਂ ਲੋੜ। ਹੈ ਜੀ ਤੁਸੀਂ ਪੰਡਗਿਰੀ ਫੁੱਲਾਂ ਵਾਸਤੇ ਤੇ ਦਿਖਾ ਰਹੇ ਹੋ। ਮੈਂ ਤੁਹਾਡੇ ਮੂੰਹ ਤੁੱਲਾ ਐ ਮੈਂ ਵੇਲ ਕਰਾ ਦਿੱਤੀ ਜੀ 5 ਫੁੱਲਾਂ ਦੀ। ਮੈਂ ਸੁਣਿਆ ਬੜੇ ਸੋਹਣੇ ਇਹ ਤੁਹਾਡੀ ਪੰਡਗਿਰੀ ਤੇ ਮੇਰੀ ਤਰਫੋਂ 5 ਫੁੱਲ ਪਵਾਣੀ ਹੈ। ਇਹ ਉਧਾਰ ਨਹੀਂ ਵਾਪਸ ਰੱਖੋ, ਆਪਣੇ ਕੋਲ ਹੀ ਰੱਖੋ। ਓ ਟਵਾਣਾ ਸਾਹਿਬ ਮਿਰਜ਼ਾ ਕਾਦੀਆਨੀ ਤੇ ਲਾਨਤ ਪਾ ਦੋ। ਟਾਈਮ ਨਾ ਜ਼ਾਇਆ ਕਰੋ, ਲੋਕਾਂ ਦਾ ਟਾਈਮ ਬੜਾ ਕੀਮਤੀ ਹੈ। ਚਲੋ ਜੀ ਟਵਾਣਾ ਸਾਹਿਬ और मेरी गल सुननी है नहीं सुननी है? ਸੁਣਾਓ ਲਾਨਤ ਪਾ ਕੇ ਸੁਣਾਣੀ। ਲਾਨਤ ਮੈਂ ਆਪਣੀ ਮਰਜ਼ੀ ਨਾਲ ਪਾਵਾਂਗਾ ਨਾ। ਮਰਜ਼ੀ ਨਾਲ ਕਿਉਂ? ਮੇਰੇ ਤੇ ਮਰਜ਼ੀ ਨਾਲ ਪਾਈ ਸੀ। ਤੁਸੀਂ ਮੇਰੇ ਸਾਹਮਣੇ ਬੈਠੇ ਹੋ ਨਾ, ਮਿਰਜ਼ਾ ਮੇਰੇ ਸਾਹਮਣੇ ਬੈਠਾ ਹੈ। ਇਹ ਸਾਹਮਣੇ ਨਹੀਂ ਬੈਠਿਆ, ਇਹ ਸਾਹਮਣੇ ਨਹੀਂ ਬੈਠਿਆ। ਮਿਰਜ਼ਾ ਮੇਰੇ ਸਾਹਮਣੇ ਬੈਠਾ ਹੈ। ਇਹ ਮਿਰਜ਼ਾ ਸਾਹਮਣੇ ਬੈਠ ਕੇ ਪਿਆ ਕਹਿੰਦਾ ਹੈ ਕਿ ਦੂਸਰਿਆਂ ਲਾਨਤ ਮੈਂ ਇਤਫਾਕ ਨਾ ਕਰੋ। ਤੁਸੀਂ ਹਵਾਲਾ ਪੜ ਰਹੇ ਹੋ, ਮੈਂ ਤੇ ਪੜ ਵੀ ਨਹੀਂ ਰਿਹਾ। ਟਵਾਣਾ ਸਾਹਿਬ ਮਿਰਜ਼ਾ ਕਾਦੀਆਨੀ ਤੁਹਾਡੇ ਸਾਹਮਣੇ ਬੈਠ ਕੇ ਪਿਆਂਦਾ। ਹਵਾਲੇ ਦਾ ਰੈਫਰੈਂਸ ਥੱਲੇ ਸੱਟੋ। ਮੈਂ ਹਵਾਲਾ ਪੜ ਕੇ ਤੁਹਾਡੇ ਕੋਲ ਰਾਤੀ ਆ ਜਾਵਾਂਗਾ। ਲਾਨਤ ਕੋਈ ਪ੍ਰੋਬਲਮ ਨਹੀਂ, ਲੇਕਿਨ ਮੈਂ ਤੁਹਾਨੂੰ ਖੁਸ਼ ਕਰਨ ਵਾਸਤੇ ਕਿਸੇ ਨੂੰ ਲਾਨਤ ਨਹੀਂ ਦੇਣੀ, ਬਿਲਕੁਲ ਨਹੀਂ ਦੇਵਾਂਗਾ। ਮੇਰੀ ਗੱਲ ਸੁਣੋ, ਕਿੰਨੇ ਘੰਟੇ ਦਾ ਟਾਈਮ ਚਾਹੀਦਾ? ਮੈਂ ਤੁਹਾਨੂੰ ਦੇਣਾ ਵਾਲਾ। ਕਿੰਨੇ ਘੰਟੇ ਦਾ ਟਾਈਮ ਚਾਹੀਦਾ ਹੈ? 2 ਘੰਟੇ। 2 ਘੰਟੇ। ਇਹ ਮਕਤੂਬਾਤ ਅਹਿਮਦ ਜੇ, ਇਹ ਨਜ਼ਰ ਆਉਂਦਾ ਜੇ ਪਿਆ। ਇਹਦਾ ਸਫਾ ਨੰਬਰ 29 ਜੇ, ਜਿਲਦ ਨੰਬਰ 5 ਜੇ, ਤੇ ਇਹ ਮਕਤੂਬ ਜੇ। ਠੀਕ ਹੈ ਜੀ। ਇਹ ਮਿਰਜ਼ਾ ਗੁਲਾਮ ਅਹਿਮਦ ਦਾ ਨਾਮ ਹੀ ਲਿਖਿਆ ਜੇ। ਤੁਸੀਂ ਇਹਨੂੰ ਜਾ ਕੇ ਪੜ੍ਹ ਲਓ ਤੇ 2 ਘੰਟੇ ਬਾਅਦ ਆ ਜਾਓ। ਲੇਕਿਨ 2 ਘੰਟੇ ਇਹ ਗੁਣਗੁਣਾਦਿਆਂ ਜਾਣਾ ਹੈ। ਜੇ ਪਤਾ ਹੁੰਦਾ ਗੁਜਰ ਅੱਗੇ ਚੜਨਾ ਤੇ ਨਿੱਕੀ ਹੁੰਦੀ ਤੇਲ ਮਾਰਦੀ। ਇਹ ਲੈ ਜੀ 5 ਫੁੱਲ ਔਰ ਤੇਰੀ ਪੰਡਗਿਰੀ ਤੇ ਇਹ ਲੈ। ਇਹ ਤੁਸੀਂ ਹੁਣ ਗੱਲ ਲੈ ਜੇ ਤੂੰ ਮੁਸਲਮਾਨਾਂ ਦੇ ਇੱਥੇ ਦਿਫਾਅ ਤੇ ਕਰਨਾ ਹੈ ਨਾ ਪੰਡ ਆਮਦ ਸਾਹਿਬ ਟਵਾਣਾ ਸਾਹਿਬ तेल लेके आਉਂਦੇ ਨੇ ਆਪਣਾ ਹੀ। अफजल साहब ये तो माशाल्लाह पूरी मरासियों की आपने तो फौज बना के बैठे हो ਹੁਣ ਤੁਸੀਂ और लड़ इस्लाम की जंग रहे हो। ਹੁਣ ਵਾਲਾ ਮਿਲ ਗਿਆ। ਹੁਣ शाबाश है तुम्हारे 60 साल पे अफजल बड़ाई। ਜੇ ਪਤਾ ਹੁੰਦਾ ਗੁਜਰ ਅੱਗੇ ਚੜਨਾ ਮੈਂ ਨਿੱਕੀ ਹੁੰਦੀ ਤੇਲ ਮਾਰਦੀ। ਇਹ ਗੰਦ ਲੱਗੇ ਜਾਓ ਤੇ 2 ਘੰਟੇ बस ਆਖਿਆ तेल लेके आए मारना पिया ते ਉਹ ਆਪਣਾ तेल ਆਪੇ ਲੈ ਕੇ ਆਉਂਦੇ ਨੇ। ਟਵਾਣਾ ਸਾਹਿਬ ਆਮਰ ਸਾਹਿਬ ਉਹ ਤੇਲ ਆਪਣਾ ਨਾਲ ਲੈ ਕੇ ਆਉਂਦੇ ਨੇ ਸਰ, ਇਹ ਫਿਕਰ ਨਾ ਕਰੋ। ਉਹ ਅਸੀਂ ਪਿਛਲੇ ਤੇਲ ਦੀ ਗੱਲ ਪੇ ਕਰਨਾ। 1 ਮਿੰਟ ਹੋਲਡ ਰੱਖਿਓ, ਮੈਨੂੰ ਬੰਦਾ ਬਾਹਰ ਬੁਲਾ। ਚਾਓ ਮੈਂ ਇਹਨੂੰ ਦੇ। क्या इस्लाम का चेहरा दिखा रहे हो? टिवाना अफजल साहब के ऊपर जो है ना वो जो है ना अटैक मत करो। जो तुम उधर बने होते हो ना ताहिर की ब्रॉड पे, तो इधर अफजल साहब भी तो यहाँ पे जूते सीधे कर रहे हैं, बल्कि जूते चाट। मेरी कॉल मैंने बंदा बुला रहा है। 60 साल की उम्र में ये बंदा जूते चाट रहे हैं, आदमी को शर्म नहीं आती। टवाना और यहाँ पे आमिर नजीर जैसा गालीबाज या तो खुद गाली निकालेगा या लोगों को बोलेगा गाली निकालने के लिए। लत्तां खड़ियां हुई ने। पढ़ के आऊंगा मैं तुम्हारे कहने पे किसी को गाली नहीं देने वाला। ਟਵਾਣਾ ਸਾਹਿਬ ਤੁਸੀਂ पढ़ के आऊंगा, गाली ਮੇਰੀ दूंगा, ਗੱਲ ਸੁਣੋ। ਮੈਂ ਤੁਹਾਨੂੰ ਕਦੋਂ ਪਿਆ ਕਰਨਾ? ਤੁਸੀਂ ਪੜ੍ਹ बिल्कुल ਕੇ गाली दूंगा। ਤੁਸੀਂ ਪੜ੍ਹ तुम ਕੇ अब ये 2 बताओ। ਘੰਟੇ ਬਾਅਦ ਆ ਕੇ ਸੁਣ ਲਓ। हाँ ਜਾਂ ਮਿਰਜ਼ਾ ਕਾਦੀਆਨੀ ਤੇ ਲਾਨਤ ਪਾਣੀ ਹੈ ਤੇ ਜਾਂ ਮੇਰੇ ਵਾਲੀ ਲਾਨਤ ਦੀ ਮਾਫੀ ਮੰਗਣੀ ਹੈ। 2 ਰਸਤੇ ਨੇ ਤੁਹਾਡੇ ਕੋਲ। ਜਾਂ ਕੈਮਰਾ ਆਨ ਕਰਕੇ ਹੱਥ ਜੋੜ ਕੇ ਤੇ ਮਾਫੀ ਮੰਗਣੀ ਹੈ ਤੇ ਜਾਂ ਟਵਾਣਾ ਸਾਹਿਬ ਤੁਸੀਂ ਮਿਰਜ਼ਾ ਕਾਦੀਆਨੀ ਤੇ ਲਾਨਤ ਪਾਣੀ 2 ਘੰਟੇ ਬਾਅਦ ਆ ਕੇ। ਇਹ ਟਾਈਮ ਤੁਹਾਨੂੰ 2 ਘੰਟੇ ਦਾ ਦੇਤਾ ਹੈ। ਹਵਾਲਾ ਤੁਹਾਨੂੰ ਦੇਤਾ ਹੈ 5ਵੀਂ जिल्द मकतूबात अहमद है, सफा नंबर 29 है। लिख के दे दो, लिख के याद नहीं हुआ मुझे यार मैं ਤੁਹਾਨੂੰ ਮੇਰੀ ਗੱਲ ਸੁਣੋ, ਮੈਨੂੰ WhatsApp थोड़ा नीचे कमेंट कर दो, मैं कॉपी पेस्ट कर लूंगा यार। हैं
नीचे कमेंट में लिख ਆਮਰ दो। ਭਾਈ ਉਹ ਡਰਾਮੇ ਕਰ ਰਿਹਾ, ਤੁਸੀਂ ਲਾਨਤ ਪਾਓ ਇਹਦੇ ਕੋਲੋਂ। ਉਹ ਡਰਾਮੇ ਉਹ ਨਹੀਂ ਆਣਾ ਵਾਪਸ, ਉਹ ਗੱਲ ਇਹ 2 ਘੰਟੇ ਬਾਅਦ ਆਵੇਗਾ ਕਿ ਆਵੇਗਾ 2 घंटे बाद? नहीं आएगा। नीचे कमेंट में लिख दो, मैं कॉपी पेस्ट कर लूंगा, मुझे टिवाणा याद नहीं साहब हुआ 2 आपने घंटे जो बाद किताबों आओगे? का हवाला दिया। 2 घंटे बाद आओगे कि दौड़ जाओगे? यार 2 से 3 घंटे हो जाएंगे चलो जी, 1 इंशाल्लाह घंटे का आऊंगा टाइम हो जरूर। गया। और गल सुनो आऊंगा जरूर, ये अफजल साहब को पता है यार, इधर ही होता हूँ। ਜਿਹੜਾ साहब, ਹੈ ਨਾ ਟਿਵਾਣਾ ਸਾਹਿਬ स्पीकर साहब ਜਿਹੜਾ एवें और तकलीफ आपसे कीती वादा जे कर तेल रहा हूँ, लियाउण वाली। आऊंगा तो आऊंगा। टवाना साहब तेल ले स्पीकर साहब ਉਹ ਨਹੀਂ ਤਕਲੀਫ ਕੀਤੀ ਜੇ ਤੇਲ ਟਵਾਣਾ ਲਿਆਉਣ ਸਾਹਿਬ ਵਾਲੀ, ਦਾ ਉਹ ਲੈ ਹਾਲ ਕੇ ਆਏ ਵੇਖ ਨੇ ਕੇ ਨਾ ਤੇਲ। ਰਾਜਾ ਤਾਹਰਾਨ ਪਤਾ ਕੀ ਕਰ ਰਿਹਾ ਪਿੱਛੋਂ ਬਹਿ ਕੇ, ਕਹਿੰਦਾ ਜੇ ਉਹ ਮੈਨੂੰ ਬੋਤਲ ਪਤਾ ਲੈ ਹੁੰਦਾ ਕੇ ਆਉਂਦਾ ਟਵਾਣੇ ਨੇ ਨਾਲ। ਫੜਿਆ ਜਾਣਾ, ਮੈਂ ਕਿਤੇ ਥਾਂ 2 ਜੰਮਦੀ ਟਵਾਣੇ ਆ। हाय सीकर साहब, आप भी लालच में आ गए, 5 फूलों की सब बांध बने हुए हैं ਟਿਵਾਣਾ यार। ਸਾਹਿਬ ਗੱਲ पूरी सुनो, मरासियों 3 का घंटे पूरा इधर टोला और बैठा है। 3 घंटे कम मंगे से ने कम यार जरा- अपने आप को सुन्नियों तो का सुनो, कोई वो तो मत टवाना बोलो साहब, रिप्रेजेंटेटिव टवाना यार। यार हम लोग सुन्नी इतने ਟਿਵਾਣਾ बदसूरत तो नहीं है ਸਾਹਿਬ, तुम्हारे जैसे यार। ਓ ਮੇਰੀ ਗੱਲ ਸੁਣੋ, ਪਹੁੰਚੋ वो ਆਪਣਾ बोल तो ਸ਼ਨਾਖਤੀ दिया, आ ਕਾਰਡ। जाऊंगा, नीचे लिख ਓ ਯਾਰ दे। ਪਹੁੰਚੋ, ਆਪਣਾ ਸ਼ਨਾਖਤੀ ਕਾਰਡ ਸਾਨੂੰ ਨਾ ਪੇਸ਼ ਕਰੋ। ਤੁਸੀਂ ਸੁਣਨੀ ਹੋ, ਤੁਸੀਂ ਕੀ ਹੋ ਕੀ ਨਹੀਂ, ਸਾਨੂੰ ਕੀ ਲੱਗੇ और मैं आपको भी बोल रहा हूँ, ਓ ਯਾਰ ਸਾਨੂੰ ਕੋਈ ਗਰਜ਼ ਨਹੀਂ, ਤੁਸੀਂ ਕੀ ਹੋ। इतना बदसूरत चेहरा ਤੁਸੀਂ सुन्नियों का नहीं ਆਪਣਾ हो ਮੇਰੀ सकता ਗੱਲ जो ਸੁਣੋ आप लोग ਨਾ, यहाँ ਇਹ बने ਗਿੱਲਾ बैठे ਤਿੱਤਰ हो। ਬਣ ਕੇ ਗਿੱਲਾ ਤਿੱਤਰ ਬਣ ਉਹ ਕੇ ਗਿੱਲਾ ਘੁੰਮਣ ਵਾਲਿਆਂ ਨੂੰ ਤਿੱਤਰ, ਫੜਨਾ, ਖੋਤੀ, ਅੱਲਾ ਦੀ ਪਲਾਨ, ਕਸਮ ਹੈ, ਢੀਂਗ, ਭਾਈ से बात ਗਿੱਲਿਆਂ करो। ਤਿੱਤਰਾਂ ਨੂੰ ਸ਼ਿਕਾਰ ਕਰਨਾ ਇਹ ਸਾਡਾ ਕੰਮ ਹੈ, ਸਾਡਾ ਪ੍ਰੋਫੈਸ਼ਨ ਹੈ। ਤੁਸੀਂ ਹੁਣ 3 ਹਾਏ। ਘੰਟੇ ਦਾ ਟਾਈਮ ਮੰਗਿਆ ਟਵਾਣਾ ਸਾਹਿਬ, 3 ਘੰਟੇ ਬਾਅਦ ਤਸ਼ਰੀਫ ਲਿਆਓ, ਅਸੀਂ ਇੱਥੇ ਹੀ ਬੈਠੇ ਹਾਂ ਇਨਸ਼ਾਅੱਲਾ। ਲੇਕਿਨ ਇਹ ਹੁਣ ਤੁਸੀਂ ਦੋਹਾਂ ਦੇ 3 ਕਰ ਲਏ ਨੇ, ਲੇਕਿਨ ਜਿਹੜਾ ਤਰੋਂ ਦੁੱਥੜੇ ਥੜਾਏ ਫਿਰ ਉਹ ਹੀ ਹੋਵੇ। ठीक है टवाना साहब? माशाल्लाह माशाल्लाह, ये यकीन करें ट्रक ड्राइवरी आप गलत कर रहे हैं। आप स्टेट ड्रामों में बैठे हैं ठीक और है, अफजल 3 साहब बज को गए ने साड़ी यूरोप पहना के में। नचवाएं टवाना और साहब, आप टवाना ये साहब, टवाना बंदगी साहब करें। और टवाना साहब 3 ये हो गए किधर यूरोप आपने में। दीन 6 की बजे डिबेट लगा रहे हैं, टवाना मजाक साहब बना रहे हैं हमारे दीन का। ਓ ਯਾਰ ਦੀਨ ਤੁਹਾਡਾ ਕਿਹੜਾ ਦੀਨ ਹੈ? ਕਿਹੜਾ ਦੀਨ ਹੈ ਤੁਹਾਡਾ? इस्लाम, ਕਿਹੜਾ ਇਸਲਾਮ? सुन्नी इस्लाम। ਸੁੰਨੀ ਇਸਲਾਮ ਹੈ ਤੇ ਐਡਾ ਵਕਤ ਕਾਹਨੂੰ ਪਿਆ ਹੈ? ਇਹ ਮੇਰੇ ਤੇ ਲਾਨਤ ਕਮੈਂਟ ਚ ਪਹਾੜੀ ਜੇ ਤੇ ਮਿਰਜ਼ਾ ਕਾ ਦੇਣੀ ਤੇ ਲਾਨਤ ਪਾਣ ਲੱਗਿਆ, ਤੰਬੀ ਗਿੱਲੀ ਹੋਈ ਪਈ और मेरा उससे लेना देना क्या, वो अहले सुन्नत है। ਜੇ ਲੈਣਾ ਦੇਣਾ ਨਹੀਂ ਤਾਂ ਲਾਨਤ ਪਾਓ, ਲਾਨਤ मिर्जा अहले सुन्नत ਓ है। ਮਿਰਜ਼ੇ ਤੇ ਲਾਨਤ ਪਾਓ। ਅਗਰ ओ यार मिर्जे पे लानत अहले सुन्नत होने का ਓ शर्त ਮਿਰਜ਼ੇ है। ਤੇ ਲਾਨत ਪਾਓ ਟਵਾਣਾ ਸਾਹਿਬ, दिखाओ ਆਪਣੇ आप ਤੇ लानत पाओ, कुरान हदीस में दिखाओ कि मिर्जे गल पे सुनो। लानत देने के लिए अहले सुन्नत के ਓ लोग ਮੇਰੀ ਗੱਲ ਸੁਣੋ ਨਾ, शर्त ਮੈਂ है ਦੱਸਣਾ ये। ਕੁਰਾਨ लगाओ ਦੀ लगाओ लगाओ ਮੈਂ लगाओ, ਦੱਸਣਾ हवाला लगाओ, ਆ ਮੈਂ ਹਵਾਲਾ ਲਾਣ ਲਗਾ। हवाला लगाओ, मैं लान लगा वाला हदीस और कुरान का हवाला लगाओ, अभी लानत दूंगा। चुप कर म्यूट तो लगा ना, म्यूट लगा लगाते हैं। ਹੁਣ ਤੂੰ ਪੂਰੇ 5 ਮਿੰਟ ਪਹਿਲਾਂ ਦੀ ਰਿਕਾਰਡਿੰਗ ਕੱਢੋ। ਉਹਦੇ ਟਵਾਣਾ ਸਾਹਿਬ ਨੇ ਕੁਰਾਨ ਦੀ ਮਸਲਾ ਪੇਸ਼ ਕੀਤਾ, ਜਿਹੜਾ ਯਜ਼ੀਦ ਤੇ ਲਾਨਤ ਨਾ ਪਾਏ ਉਹਦੇ ਤੇ ਲਾਨਤ ਹੈ। ਤੁਸੀਂ ਆਪ ਨਹੀਂ ਮਸਲਾ ਪੇਸ਼ ਕੀਤਾ ਕੁਰਾਨ ਦੀ ਚੋਂ। ਇਹ ਤੁਹਾਡੀ ਫਿਕਾ ਮੈਂ ਪੜ੍ਹੀ ਹੈ ਤੇ ਸੁਣੀ ਹੈ ਹੁਣੀ। मेरी फिक्र नहीं है, बहुतान ना लाओ। ਬਸ ਠੀਕ ਹੈ, ਜੋ ਵੀ ਤੁਸੀਂ ਫਿਕਾ ਸਮਝ ਬੂਝ ਕਹਿੰਦੇ ਨੇ, ਫਿਕਾ ਦਾ ਮੈਂ ਨਾ ਸਮਝ ਬੂਝ, ਤੁਹਾਡੀ ਸਮਝ ਬੂਝ ਇਹ ਵੇ ਕੁਰਾਨ ਸੁਨਨਤ ਦੇ ਮੁਤਾਬਕ ਜਿਹੜਾ ਯਜ਼ੀਦ ਤੇ ਲਾਨਤ ਨਾ ਪਾਇਓ ਲਾਨਤੀ ਹੈ। ਆਖੋ ਮਿਰਜ਼ਾ ਕਾਦੀਆਨੀ ਲਾਨਤੀ ਹੈ। ਕਹਦੇ ਟਵਾਣਾ ਕਹਦੇ ਜਿਵੇਂ ਕਿਹਾ ਸੀ ਮਿਰਜ਼ਾ ਸਾਹਿਬ ਨੇ ਹਰਾਮਜ਼ਦਗੀ ਕੀਤੀ ਤੇ ਬਗੈਰਤੀ ਕੀਤੀ, ਕਹਦੇ ਕੋਈ ਗੱਲ ਨਹੀਂ, ਉਵੇਂ ਕਹਦੇ। नहीं यार, तो टवाना तुम लोगों के मैं 100 बार साहब बोलूं, लेकिन तुम लोगों के कहने पे नहीं बोलूंगा। तुम लोग इतने गलीज और इतने बड़े गालीबाज हो। ਟਵਾਣਾ ਸਾਹਿਬ ਤੁਸੀਂ ਆਪਣੀ ਜਿਹੜੀ ਫਿਕਾ ਹੈ ਨਾ ਉਹਦੇ ਮੁਤਾਬਕ ਹੁਣ ਲਾਨਤ ਪਾਣੀ, ਵਰਨਾ ਮਿਰਜ਼ਾ ਸਾਹਿਬ ਦੀ ਫਿਕਾ ਚੱਲ ਜਾਣੀ। ਮਿਰਜ਼ਾ ਸਾਹਿਬ ਫਰਮਾਉਂਦੇ ਨੇ ਕਿ ਹਰਾਮਜ਼ਾਦੇ ਕੀ ਨਿਸ਼ਾਨੀ ਹੈ, ਕभी सीधी राह इख्तियार नहीं करता। ਨਹੀਂ ਤਾਂ ਮਿਰਜ਼ਾ ਸਾਹਿਬ ਦੀ ਸ਼ਰੀਅਤ ਚੱਲ ਜਾਣੀ, ਮਿਰਜ਼ਾ ਸਾਹਿਬ ਦੀ ਸ਼ਰੀਅਤ ਚੱਲ ਜਾਣੀ। ਤੁਸੀਂ ਆਪਣੀ ਚਲਾਓ, ਤੁਸੀਂ ਆਪਣਾ ਕੰਮ ਤੁਸੀਂ ਸੁਣੋ। और मिर्जा साहब को गालीबाज कहता है, हेलो मिर्जा साहब को गालीबाज कहता 2 गाली। ਨਾ ਮਿਰਜ਼ਾ ਸਾਹਿਬ ਨੂੰ ਨਾ ਗਾਲੀਬਾਜ਼ ਕਰੇ ਟਵਾਣਾ ਸਾਹਿਬ, ਇੰਜ ਨਾ ਕਰਿਓ। ਅਸੀਂ ਇੱਥੇ ਗਾਲ ਨਹੀਂ ਕੱਢਣ ਦਿੰਦੇ ਮਿਰਜ਼ਾ ਸਾਹਿਬ ਨੂੰ। ਐਸ ਬਰਾੜ ਦੇ ਉੱਤੇ, ਵੜੈਚ ਸਾਹਿਬ ਦੀ ਬਰਾੜ ਦੇ ਉੱਤੇ ਪਾਬੰਦੀ ਹੈ, ਕੋਈ ਬੰਦਾ ਗਾਲ ਨਹੀਂ ਕਰ ਸਕਦਾ। कसम खुदा की, क्या लोग हो यार। टवानिया वैसे डुब के मर जा, तेरे नाल बहुत पैड़ी। क्यों यार सीकर, क्यों सीरियसली क्यों बहुत ही पैड़ी। कोई शर्म कर वैसे है। और जेडी गल तू आमर भाई कोई फर्क नहीं पड़ रहा कि तुम लोग मिर्जे को गालियां दे रहे हो या जो कर रहे हो। डायरेक्ट तेनू चाहिए कि तेरी जे गलत होए ना, शर्म होए तो तू डायरेक्ट लानत पा दे 1 सेकंड दे पहले। तू की क्या तुम्हारे कहने पे लानत नहीं डालूंगा, वैसे कसम खुदा की 100 बार डालूं। हुन किथे की तेरी गैरत ते तेरी दिलेरी, मारा लानत फिर हुन तुम्हारे कहने पे नहीं दोस्त, तुम लोग बहुत गलीज हो। तुम लोगों की वजह से अल्लाह की कसम हमसे लोग नफरत करना शुरू कर गए, तुम लोगों की वजह से। ਐਵੇਂ ਖਾਮ ਕਰ 3 ਘੰਟੇ ਇੱਥੇ ਨਾ ਜਾਇਆ ਕਰਦੀ ਟਵਾਣਾ ਸਾਹਿਬ। ਟਵਾਣਾ ਸਾਹਿਬ 3 ਹੋ ਗਏ ਨੇ, 6 ਵਜੇ ਦਾ ਟਾਈਮ ਹੈ, ਤੁਹਾਡਾ ਸਾਡਾ ਤੈਅ ਹੋ ਗਿਆ। ਸਾਡੀ ਤੁਹਾਡੀ ਗੱਲ ਤੈਅ, ਅਸੀਂ ਤੁਸੀਂ ਰਾਜ਼ੀ ਬਾਜੀ ਪਾਰਚਾ ਸਾਡਾ ਉੱਥੇ ਹੀ ਹੈ।
ਤੁਸੀਂ ठीक 6 है। ਵਜੇ ਤੋਂ ਪਹਿਲੇ तशरीफ ले आनी है ते आके मिर्जा कादियानी ते लानत पानी है। अच्छा तब पंजाब में अच्छा मकतूब तब आ रहा तक है, थोड़ी बहुत गुफ्तगू करनी है या नहीं वो करनी? करेंगे बाकी गुफ्तगू नहीं अभी तो उसके अलावा गुफ्तगू करनी है या नहीं करनी? टवाना को तेल की बोतल लेके रख लो। अफजल साहब बाकी तू गुफ्तगू खुदा का खौफ कर, 60 साल का बंदे हो, कोई थोड़ा सा अपना अब ये तेल की बोतलों पे मैं शुरू हूँगा तो आप पे क्या रहेगा अफजल साहब? उम्र के तकाजे का तो थोड़ा तकाजा कर लियो अफजल भाई। अफसराना कबो इन्हां दी उम्र जेड़ी अच्छा तेल वाली नहीं हो ये चुकी मुझे है। बताइए आमिर साहब अब मेरे भैया, गुफ्तगू करनी है या नहीं। 3 घंटे बाद ही करेंगे? ਉਹ ਤੇਲ ਨੂੰ ਛੱਡੋ ਹੁਣ ਤੁਸੀਂ ਸੁੱਕੇ ਤੇ ਮਿਲ ਮਾਇਆ ਤੁਸੀਂ ਗੱਲ ਕਰੋ यार ये तो भानगिरी से उतर ही गया यार ये आदमी। ਤੁਸੀਂ ਸਾਡੇ ਨਾਲ ਟਾਈਮ ਤੈਅ ਕਰ ਲਿਆ 3 ਘੰटे ਦਾ तो उससे अभी फिर आपने कोई बात नहीं करनी ਗੱਲ ਤਾਂ ਸੁਣੋ ਟਵਾਣਾ ਸਾਹਿਬ ਤੁਸੀਂ ਟਾਈਮ ਤੈਅ यार? ਕਰ हाँ ਲਿਆ या ना करें, खत्म बाकी करें, आपने सारियां अभी कोई गल्लां- बात करनी है या नहीं? ਬਾਕੀ ਸਾਰੀਆਂ ਗੱਲਾਂ ਹੁਣ ਤੁਹਾਡੀਆਂ ਉਸ ਵੇਲੇ ਹੋਣੀਆਂ ਨੇ ਜਿਸ ਵੇਲੇ ਤੁਸੀਂ ਇਹਦੇ ਤੇ ਲੰਤ ਪਾਣੀ। माँ मतलब अब तो आपसे कोई गुफ्तगू का चांस ਜੇ नहीं? ਤੁਸੀਂ ਮੇਰੀ ਗੱਲ ਸੁਣੋ ਟਵਾਣਾ ਸਾਹਿਬ, ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਤੇ ਤੁਸੀਂ ਹਮ ਕਲਾਮ ਹੋਏ ਆ। जी जी बिल्कुल। ਮੈਨੂੰ ਨਹੀਂ ਯਾਦ ਜੇ ਮੇਰੀ ਤੁਹਾਡੇ ਨਾਲ ਪਹਿਲੇ ਇਸ ਤੁਕਰੇ ਗੱਲ नहीं नहीं हुई नहीं हुई। ਤੇ ਅੱਜ ਪਹਿਲੀ ਵਾਰੀ ਗੱਲ ਹੋਈ ਹੈ ਤੇ ਕਹਿੰਦੇ ਨੇ ਪਹਿਲੀ ਜੀ। ਚੋਰੀ ਤੇ ਪਹਿਲਾ ਹੀ ਫਾ ਜੋ चल आज जो हो भी गया वो ਹੁਣ मुझे ਤੁਸੀਂ अब ਇੰਜ ਕਰੋ, ਮੇਰੀ ਗੱਲ ये ਸੁਣੋ ਨਾ। पंजाबियों में अगर ये तुसी गलीज मेरी गल मुहावरे सुनो। नहीं आते, ठीक है? ਗੱਲ ਸੁਣੋ, ਅਗਰ ਹੋਰ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਇੱਥੇ ਹੀ ਲਾਂਤ ਪਾਓ ਤੇ ਅਗਾ ਟੋਰ ਲੈਣੇ ਆ। ਜੇ ਤੁਸੀਂ ਤਹਿਕੀਕ ਕਰਨੀ ਹੈ यार तहकीकात यही से आ जाओ। तो मेरा मसला है आप लोगों से। मुझे ये नहीं समझ आती कि इस आदमी को लानत देकर ही गुफ्तगू आगे क्यों हाँ, मैं बढ़ेगी? दसना ना, मैं दसना क्यों लानत इस गले जरूरी हो गई है कि तुसा अपनी फिका अपनी दीन दी समझ बूझ बयान की थी। तुसा आख्या जड़ा यजीद मैंने ते अपना लानत ना फिक्का पाए। नहीं अपनी तुसा बात की फरमाया, अपनी। ये टवाना साहब तुसा एक बयान जी। की गल तुसा आख्या जड़ा यजीद ते लानत नहीं पांदा वो आप लानती हुंदा है। हुन मिर्जा जी। कादियानी अखां दे सामने खलोते कहंदा लानत नहीं पानी चाहिए। मैं पढ़ूंगा ये हवाला, बिल्कुल पढ़ूंगा। हाँ पढ़ो अगर ये उधर हवाला लिखा हुआ है सब कुछ बराबर है, मैं लानत दूंगा। टवाना साहब यार अगर ये हुआ मैं पढ़ लूंगा, आप पे भरोसा टकेगा नहीं है। डायरेक्ट ना तो आप पे वेबसाइट में खोल टकेगा, दूंगा। मुझे भरोसा नहीं है। यार ये दिन रात गालियां दे दे के आपकी जगह यहाँ पर कोई भी दूसरा बंदा होगा मैं यकीन कर लूंगा, अभी के अभी लानत दूंगा। लेकिन तुम्हारे मुंह पे मुझे भरोसा नहीं है, तुम सब गालीबाज हो। और टवाना साहब ਚੀਕਾਂ ਨਾ ਮਾਰੋ। ਜਿਹੜੇ ਗੈਰ ਮੁਸਲਮ ਨੇ ਉਹਨਾਂ ਨੂੰ ਸਾਡੇ ਤੇ ਕਿਉਂ ਇਤਬਾਰ ਕਰਨਾ ਚਾਹੀਦਾ? ਕਦੋਂ ਅਸੀਂ ਉਹਨਾਂ ਨੂੰ ਆਖਿਆ ਸਾਡੇ ਤੇ? ਮੈਂ ਤੇ ਆਖਿਆ 3 ਘੰਟੇ ਦਾ ਟਾਈਮ, ਤੁਸੀਂ ਇੱਕੋ ਵਾਰੀ 2 ਘੰਟੇ ਮੰਗੇ ਨੇ, ਮੈਂ 2 ਘੰਟੇ ਦਿੱਤੇ ਨੇ। ਫਿਰ ਤੁਸੀਂ ਆਪਣੀ ਜ਼ੁਬਾਨ ਤੋਂ ਫਿਰ ਕੇ 2 ਨੂੰ 3 ਬਣਾਇਆ, ਮੈਂ ਕਿਹਾ 3 ਘੰਟੇ ਵੀ ਠੀਕ ਨੇ। ਉਹ ਮੈਂ ਤੁਹਾਨੂੰ ਆਖਿਆ ਤੁਸੀਂ ਮੇਰੇ ਤੇ ਇਤਬਾਰ ਕਰੋ। ਤੁਸੀਂ ਗੈਰ ਮੁਸਲਮਾਨ ਦਾ ਕੰਮ ਨਹੀਂ ਮੁਸਲਮਾਨਾਂ ਤੇ ਇਤਬਾਰ ਕਰਨਾ। ਤੁਸੀਂ 3 घंटे ਦਾ अच्छा तुसी गैर मुस्लिम हो, मुझे इस्लाम से बाहर निकाल दिया। ਸੁਣ ਲਓ ਯਾਰ, ਅਸੀਂ ਤੇ ਇੱਕ ਦੂਜੇ ਤੇ मुझे इस्लाम से बाहर निकाल दिया। यार गल मैं ਤੁਹਾਨੂੰ नहीं पियांदा, ਤੁਸੀਂ मुसलमान नहीं या जो भी हो। तुम्हारे जैसा 2 टके का गालीबाज मुझे इस्लाम से बाहर करेगा। टवाना साहब मैं पे कहना कि अगर कोई गैर मुस्लिम है, अगर मैं म्यूट हुआ तो मैं गया, मैं यार- नीचे चला जाऊंगा। अफजल साहब ना जाओ अफजल साहब को यार कोई वो अकल को साडी हाथ ध्याड़ी मुंह में लगा जुबान के भी डालो ना, जाओ। मुंह में जुबान भी डालो। चीकू चढ़ाए तुम्हारे मुंह पे और मुंह पे जुबान ਤੁਸੀਂ भी ना डालो। जाओ टवाना साहब, ਤੁਸੀਂ तो ना उसकी जाओ। भंडगिरी भी खत्म करा ना, उसकी भंडगिरी भी खत्म करा। साडा उसके प्रोग्राम अंदर का सारा मरासी बंद भी ना मार करा थोड़ा टवाना सा। साहब। देखो 100 ये बंदा आमिर बैठ के नजीर सुनदा यहाँ पिया पे ਤੁਹਾਡੀ- मौलाना बना हुआ है, ये ਤੁਹਾਡੀ मौलाना हालत कम देख मरासी ਰਿਹਾ। ज्यादा है। ਟਵਾਣਾ ਸਾਹਿਬ ਜੀ, 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 ਜੀ। 3 ਘੰਟੇ ਦਾ ਸਰ, ਤੁਸੀਂ 3 ਘੰਟੇ ਦਾ ਟਾਈਮ ਮੰਗਿਆ। ਮੈਂ ਤੁਹਾਨੂੰ ਆਖਿਆ ਮੇਰੇ ਤੇ ਤਬਾਰ ਨਾ ਕਰੋ। ਤੁਸੀਂ 3 ਘੰਟੇ ਲੈ ਕੇ ਆਪ ਪੜੋ ਮਕਤੂਬਾਤ ਸਫਾ ਨੰਬਰ 29 ਜਿਲਦ ਨੰਬਰ 5 ਉਹਦੇ ਚ ਖੋਲ ਕੇ ਪੜ ਕੇ ਆਓ। ਜਿਸ ਵੇਲੇ ਆਓ ਤੇ ਮੇਰੀ ਤੁਹਾਡੀ ਗੱਲ ਇੱਥੋਂ ਹੀ ਫਿਰ ਸ਼ੁਰੂ ਹੋ ਜਾਏਗੀ। ਪਹਿਲਾਂ ਤੁਸੀਂ ਲੰਤ ਪਾਣੀ अच्छा वरना तब तक बात नहीं करेंगे आप। ਕਿਉਂਕਿ ਹੁਣ ਅਸੂਲ ਤੈਅ ਹੋ ਗਿਆ ਨਾ कि ਉਹਦੇ ਤੇ ਲੰਤ ਪਾਣੀ मैं असूल आप तय कर रहे हैं, मैं थोड़ी तय कर रहा हूँ। आप एक तरफा असूल तय कर रहे हैं। टवाना साहब तुसा तय की, तुसा लंत पाई। मैंने अपने दिल से आई आपको लानत दे दी, अपने दिल से आपको लानत दे दी। टवाना साहब ये असूल थोड़ी है। टवाना साहब मेरे दिल ने कहा आप लानती है, मैंने दे दी। और रोला ना पाओ। मैं टवाना साहब लानत पान तो इनकार किया यजीद ते। तुसा मेरे ते लानत पाई आपने किया था इनका। तुसा मेरे ते फौरन लानत पाई है। बिल्कुल डाली। एक असूल बन गया ना, एक असूल थोड़ी बन गया यार। आपने लानत नहीं डाली, मैंने आप पे डाल दी। ओ भाई ठीक है ना, ये तो मेरा सोचना हुआ ना। यार बात भी तो करने देना टवाना, अब चुप कर अबे बात करने का क्या मतलब है? यही बंदगी करता है, मैं यहाँ गूंगा बन के बैठा रहा हूँ। टवाना साहब ਉਹ ਚੁੱਪ ਜੀ ਮੂੰਹ ਚ ਪਾਓ। ਮੈਂ ਤੁਹਾਨੂੰ ਪੇ ਦੱਸਣਾ ਜਿਹੜੀ ਅਸੂਲ ਨਾਲ ਤੁਸੀਂ ਮੇਰੇ ਤੇ ਲਾਨਤ ਪਾਈ ਹੈ, ਉਸੇ ਅਸੂਲ ਨਾਲ ਤੁਸੀਂ ਮਿਰਜ਼ਾ ਕਾਦੀਆਨੀ ਤੇ ਲਾਨਤ ਪਾਣੀ ਹੈ। ਵਰਨਾ ਤੁਸੀਂ ਕਹਿਣਾ ਕਿ ਮੇਰਾ ਤੇ ਅਸਲ ਬੁਗਜ਼ ਤੇ ਖੁੰਨਸ ਜਿਹੜਾ ਮੇਰੇ ਦਿਲ ਦੇ ਵਿੱਚ ਤੇਰੇ ਖਿਲਾਫ ਭਰੇ ਹੈ, ਮੈਂ ਤੇ ਤੈਨੂੰ ਤੇਰੇ ਤੇ ਲਾਨਤ ਪਾਣ ਆਇਆ ਸਾਂ। ਭਰਾਵਾ मैं हवाला खुद अपनी आंखा नाल पढ़ांगा, लिखा होया मैं जरूर पावांगा। थल्ले उतरो टवाना साहब, थल्ले उतरो, जाके हवाला पढ़ो।
ਜਾ ਕੇ ਪੜ੍ਹ ਕੇ ਭਾਵੇਂ ਅੱਧੇ ਘੰਟੇ ਨੂੰ ਆ ਜਾਓ 10 ਮਿੰਟਾਂ ਨੂੰ ਆ ਜਾਓ ਅਸੀਂ मतलब ਇੱਥੇ तब ਬੈਠੇ ਹਾਂ। तक गुफ्तगू नहीं होगी जदों तक मैं उहदे उत्ते भाई लानत नहीं ਗੱਲ पाऊंगा। ਗੁਫ਼ਤਗੂ ਕਿਸ ਤਰ੍ਹਾਂ ਹੋ ਸਕਦੀ ਹੈ ਅੱਗੇ ਜਦ ਤੱਕ ਇਹ ਲਾਨਤ ਦਾ ਫੈਸਲਾ ਨਾ ਹੋਵੇ। ਮੇਰੇ ਤੇ ਲਾਨਤ ਪੈ ਗਈ ਏ, ਮਿਰਜ਼ਾ ਕਾਦੀਆਨੀ ਵਾਲੀ ਪੈਂਡਿੰਗ ਹੋ ਗਈ ਏ ਤੇ ਮੈਂ ਬੇਵਕੂਫਾ ਮੈਂ ਅੱਗੇ ਗੱਲ ਕਰੀ ਜਾਂ ਤੁਹਾਡੇ ਨਾਲ। हाँ बस यही गल है ना। फिर बुजदिल ਜਿਹਦੇ कौन ਤੇ होया ਪੈ जे? ਗਈ, ਮੇਰੀ ਗੱਲ ਸੁਣੋ ਨਾ, ਮੇਰੇ ਤੇ ਤੁਸੀਂ ਲਾਨਤ फिर ਪਾਤੀ बुजदिल ਹੈ। कौन होया जे? ਮੇਰੀ ਗੱਲ ए बैठे जी सारे सुन्नी, ਟਵਾਣਾ ए ਸਾਹਿਬ, जी सारे सुन्नी ਟਵਾਣਾ ते ਸਾਹਿਬ, ਟਵਾਣਾ सुन्नियत ਸਾਹਿਬ दे ਸੁਣੀ बारे ਗੱਲ। च गल कर ਓ रहे वास्ते ਟਵਾਣਾ ਸਾਹਿਬ इन्हां ਤੁਹਾਡੀ नूं उस ਆਵਾਜ਼ ਮੇਰੇ बंदे ਨਾਲ नूं ਉੱਚੀ गाली देनी ਨਹੀਂ। है। ਟਵਾਣਾ ਉਹ ਸਾਹਿਬ ਤੀਜਾ ਤੁਹਾਡੀ ਮੇਰੇ ਨਾਲ ਬੰਦਾ ਆਵਾਜ਼ ਉੱਚੀ ਉਸ ਨੂੰ ਨਹੀਂ। ਗਾਲ ਦੇਣੀ ਨਾ ਹੈ ਤੇ ਤੁਸੀਂ ਇੱਥੇ ਰੌਲਾ ਸੁਨੀਅਤ ਮੇਰੇ ਨਾਲ ਫੈਲਾਨੀ ਪਾ ਸਕਦੇ ਹੋ। ਟਵਾਣਾ ਸਾਹਿਬ ਲਾਨਤ ਦਾ ਭਾਰ ਚੁੱਕ ਕੇ ਥੱਲੇ ਉਤਰੋ, ਲਾਨਤ ਦਾ ਭਾਰ ਆ ਕੇ ਲਾਓ, ਉਹ ਮਿਰਜ਼ਾ ਕਾਦੀਆਨੀ ਤੇ ਪਾਓ ਤੇ ਅਗਾਂ ਗੱਲ ਕਰੀਏ। ਮੈਂ ਕੋਈ ਪਿਆ ਨਾ ਤੁਸੀਂ 3 ਘੰਟੇ ਬਾਅਦ ਆਓ, ਤੁਸੀਂ 3 ਮਿੰਟ ਬਾਅਦ ਆ ਜਾਓ। ਜਾ ਕੇ alislam.org ਖੋਲੋ, ਮਕਤੂਬਾਤ ਅਹਿਮਦ ਖੋਲੋ, ਉਹਦੀ ਜਿਲਦ 5 ਖੋਲੋ, ਉਹਦੇ ਤੇ ਸਫਾ ਨੰਬਰ 29 ਤੇ ਜਾਓ, ਖੱਤ ਪੜੋ ਤੇ 3 ਮਿੰਟਾਂ 'ਚ ਵਾਪਸ ਆਓ। ਇੱਥੇ ਗੱਲ ਸ਼ੁਰੂ ਕਰ ਲੈਂਦੇ ਆ। ਮੈਂ ਕਿਹੜਾ ਕਿਤੇ ਚੱਲਾਂ ਵਾਂ। ਅੱਜ ਆਖਰੀ ਦਿਹਾੜਾ, ਕੱਲ ਤੇ ਰੋਜ਼ਾ ਹੈ ਨਾ। ਅੱਜ ਜਿੰਨੀ ਗੱਲ ਕਰਨੀ ਆ ਕੇ ਕਰ ਲੋ। ਕਿੱਧਰ ਗਏ ਨੇ ਪੜਨ? ਪੜਨ ਚਲੇ ਗਏ ਥੱਲੇ। ਪੜ੍ਹ ਕੇ ਆਓ ਜੀ ਟਵਾਣਾ ਸਾਹਿਬ, ਪੜ੍ਹ ਕੇ ਆਓ 3 ਮਿੰਟ 'ਚ ਪੜ੍ਹ ਕੇ ਆਓ। ਮੈਂ ਇੱਥੇ ਹੀ ਹਾਂ। 3 ਘੰਟੇ ਕਾਹਦੇ ਲਈ ਜ਼ਾਇਆ ਕਰਨੇ ਨੇ? ਰਮਜ਼ਾਨ ਨਹੀਂ ਵੈਸੇ ਅਮਰ ਭਾਈ ਫ੍ਰੀ ਹੋ ਤੇ ਇੱਥੇ ਹੀ ਖੋਲ ਕੇ ਪੜਾਓ। ਬਿਲਕੁਲ ਜੇ ਆਂਦੇ ਹੋ ਤੇ ਇੱਥੇ ਤੁਹਾਨੂੰ ਲੇਕਿਨ ਸਾਡੇ ਤੋਂ ਤਬਾਰ ਨਹੀਂ। ਇਹਨੂੰ ਵਾਪਸ ਚੁੱਕੋ ਜੀ, ਟਵਾਣੇ ਨੂੰ ਵਾਪਸ ਚੁੱਕੋ। ਟਵਾਣਾ ਸਾਹਿਬ ਉੱਤੇ ਪੜੀ। ਟਵਾਣਾ ਸਾਹਿਬ ਵਾਸਤੇ ਇੱਕ ਪੰਜਾਬੀ ਦਾ ਬੜਾ ਮਸ਼ਹੂਰ ਇੱਕ ਸ਼ੇਰ ਯਾਦ ਆ ਗਿਆ, ਬੜਾ ਅਦਬੀ ਸ਼ੇਰ ਹੈ। ਇੱਕ ਖਾਤੂਨ ਦੀ ਜ਼ੁਬਾਨੀ ਮੈਂ ਸੁਣਿਆ ਸੀ ਤੇ ਟਵਾਣਾ ਸਾਹਿਬ ਜਾ ਕੇ ਉਹਨੂੰ ਦੱਸਣਗੇ ਜਿਨ੍ਹਾਂ ਨੇ ਇਹਨੂੰ ਭੇਜਿਆ ਸੀ, ਕਹਿਣਗੇ ਕਿ ਮੈਂ ਅੰਬ ਚੂਪਣ ਲਈ ਗਈ ਤੇ ਬਾਗ ਵਿੱਚ ਖੜੀ ਗਈ। ਅੱਛਾ ਦੇਖੋ, ਇਹਨੂੰ ਸਪੈਸ਼ਲ ਪੁੱਛ ਕੇ ਆਇਆ, ਕਹਿੰਦੇ ਵੀ ਇਹ ਜਾ ਕੇ ਯਜ਼ੀਦ ਦਾ ਸਵਾਲ ਪੁੱਛੀ। ਇਹ ਤੇਰੇ ਵਾਲਾ ਸਾਹਿਬ ਨੇ ਦਿੱਤਾ ਸੀ ਤੈਨੂੰ ਸਵਾਲ ਇਹ ਵਾਲਾ? सीकर भाई उनकी ना आईडी प्राइवेट है दीवाना साहब की, तो वो शायद सिर्फ होस्ट ही उठा सकते ਬਰਾੜ ਸਾਹਿਬ ਵੇਖੋ जरा ਇੱਥੇ ही ग्रुप स्टडी करिए जरा। सर मैं बाकी फिर हम अलार्म लगा लें, 3 घंटे का अलार्म लगा लें हम। 10-11 ਮਹੀਨਿਆਂ ਚ ਮੈਨੂੰ ਨਹੀਂ ਪਤਾ ਲੱਗਾ ਕਿ ਆਮਨ ਨਜ਼ੀਰ ਸਾਹਿਬ ਦਾ ਫਿਰਕਾ ਕੀ ਹੈ, ਆਪਣਾ ਯਜ਼ੀਦ ਦੇ ਉੱਤੇ ਇਹਨਾਂ ਦਾ ਮੌਕਫ ਕੀ ਹੈ। ਉਹ ਕੋਈ ਸਾਡਾ ਕੰਮ ਹੀ ਨਹੀਂ। और राजा अम्मी ने पूरा कोर्स करा के भेजा। देखिए ਇਸ ਗਲੀਜ਼ ਇਨਸਾਨ ਨੂੰ ਤੁਸੀਂ ਵੇਖੋ ਕਿ ਕਿੰਨਾ ਇਹ ਪਲੀਤ ਹੈ ਕਿ ਕਿਸ ਕਿਸਮ ਦੇ ਏਜੰਡੇ ਤੇ ਤੁਰ ਰਹੇ ਹਿੰਦੂਆ। ਇਹ 5-7 ਸਾਲਾਂ ਚ ਇਹਦੇ ਮਜ਼ਹਬ ਦਾ ਮੈਨੂੰ ਨਹੀਂ ਪਤਾ। ਇਹ ਅਮਰ ਸਾਹਿਬ ਅੰਦਾਜ਼ਾ ਕਰ ਲਓ ਇਸ ਬੰਦੇ ਦਾ। ਨਹੀਂ ਤੇ ਉਹਦਾ ਤੁਸੀਂ ਇਸ ਲੈਵਲ ਦਾ ਇਹ ਕੋਈ ਕਹਿੰਦਾ ਜੀ ਮੈਂ ਵੀ ਸੁੰਨੀ ਆ ਤੇ ਅਮਰ ਸਾਹਿਬ ਤੁਸੀਂ ਵੀ ਸੁੰਨੀ ਹੋ ਤੇ ਮੈਂ ਪਤਾ ਲੱਗਿਆ ਭਾਬੀ ਜਿਹੜੇ ਨਾਲ ਲਾਨਤ ਨਹੀਂ ਭੇਜਦੇ। ਇਹਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਉਂਝੇ ਦਾ ਹੀ ਜਿਵੇਂ ਉਹ ਹੱਕ ਹੈ ਉੱਥੇ ਜਾ ਕੇ ਉਹਨਾਂ ਦੇ ਆਰ ਅਕੀਦੇ ਦੀ ਤਾਈਦ ਕਰ ਰਿਹਾ ਤੇ ਸਾਡੇ ਕੋਲ ਆ ਕੇ ਸਾਨੂੰ ਵੀ ਉੱਲੂ ਬਣਾ ਰਿਹਾ। ਦੱਸੋ ਅੱਜ ਕੱਲ ਦੇ ਜ਼ਮਾਨੇ 'ਚ ਕੋਈ ਇੰਨਾ ਬੇਵਕੂਫ ਹੈ? ਅੱਜ ਰਾਜਾ ਅੰਮੀ ਜਿਹੜੇ ਨੇ ਨਾ ਉਹ ਬਹੁਤ ਵਿਚਾਰੇ ਟੈਨਸ਼ਨ 'ਚ ਹੋਣਗੇ ਕਿ ਕਿਹੜਾ ਪੁੱਤਰ ਜਾ ਬੈਠੀ ਹੈ। ਸੀਕਰ ਭਾਈ ਰਾਜਾ 420। ਹਾਂਜੀ ਰਾਜਾ ਯਾਰ ਬਰਾੜ ਸਾਹਿਬ ਵੇਖੋ ਜ਼ਰਾ ਇਹਨੂੰ, ਜ਼ਰਾ ਮਾਰੋ ਕਾਲ ਜ਼ਰਾ ਇਹਨੂੰ। ਇਸ ਟਾਈਮ ਗਰੁੱਪ ਸਟੱਡੀ ਕਰ ਛੱਡੋ ਜੀ ਬੱਚੇ ਆਂਦੇ ਬੱਚੇ ਰਹਿਣ ਦੇਖਿਓ ਨਹੀਂ ਚੁੱਕੋ ਜ਼ਰਾ। ਚਾਹਣਾ ਤੇ ਮਰਜ਼ੀ ਆਂਦੇ ਸਨ। ਮੈਂ ਵੇਖਿਆ ਨੇ ਥੱਲੇ ਕਾਲਾਂ ਪਾਈਆਂ ਨੇ ਇਹਨੂੰ ਬਚਾਉਣ ਵਾਸਤੇ, ਇਹਦੇ ਸਿਕਿਉਰਿਟੀ ਨੂੰ ਸਿਕਿਉਰ ਕਰਨ ਵਾਸਤੇ ਕਾਫੀ ਮਰਜ਼ੀ ਆ ਰਹੇ ਸਨ, ਲੇਕਿਨ ਉਹ ਵਿਚਾਰਾ ਫਿਰ ਵੀ ਫਸਿਆ ਗਿਆ, ਫੜਿਆ ਗਿਆ। ਚਲੋ ਕੋਈ ਨਹੀਂ ਗੱਲ, ਟਵਾਣਾ ਖੁਦ ਪੜੇਗਾ। ਬੰਦਾ ਮੈਨੂੰ ਲੀਗਲ ਲੱਗਦਾ ਹੈ, ਕਹਿੰਦਾ ਮੈਂ ਤਹਿਕੀਕ ਕਰਕੇ ਜਵਾਬ ਦੇਣਾ। ਜਿਹੜਾ ਬੰਦਾ ਇਹ ਗੱਲ ਆਖੇ ਨਾ ਵਿਧਾਇਕ ਸਾਹਿਬ, ਉਹਦੇ ਨਾਲ ਸਖਤੀ ਨਹੀਂ ਕਰਨੀ ਚਾਹੀਦੀ, ਉਹਨੂੰ ਟਾਈਮ ਦੇਣਾ ਚਾਹੀਦਾ। ਕੋਈ ਗੱਲ ਨਹੀਂ, ਅਸੀਂ ਕਦੋਂ ਵੀ ਕਹਿੰਦੇ ਸਾਡੇ ਤੇ ਤਬਾਰ ਕਰ। ਜਿਹੜਾ ਗੈਰ ਮੁਸਲਿਮ ਹੈ ਉਹਨੂੰ ਕੀ ਜ਼ਰੂਰਤ ਹੈ ਸਾਡੇ ਤੇ ਤਬਾਰ ਕਰੇ? ਉਹ ਜਾਏ ਪੜੇ ਦੇਖ ਕੇ ਆ ਜੇ ਆ ਕੇ ਤੇ ਦੇਖੋ ਜੀ 5-7 ਸਾਲਾਂ ਚ ਜਿਸ ਬੰਦੇ ਦਾ ਮਜ਼ਹਬ ਦਾ ਨਾ ਪਤਾ ਲੱਗੇ ਉਹ ਮੇਰੀ ਨਜ਼ਰ ਵਿੱਚ ਤੇ ਉਹ ਫਿਰ ਹਿੰਦੂ ਹੀ ਹੋ ਸਕਦਾ। ਕੋਈ ਮੁਸਲਮਾਨ ਤੇ ਐਸਾ ਨਹੀਂ ਜਿਹੜਾ 5-7 ਸਾਲ ਲੱਗ ਜਾਣ ਬੰਦੇ ਦਾ ਮਜ਼ਹਬ ਹੀ ਨਾ ਪਤਾ ਲੱਗੇ। ਹੈ ਜੀ ਕੋਈ ਮੁਸਲਮਾਨ ਨਹੀਂ ਨਾ ਤੇ ਜਿਹਦਾ ਮਜ਼ਹਬ ਅਗਰ ਹਵੇ ਹੀ ਨਾ ਕਿਸੇ ਦਾ ਤੇ ਉਹ ਤੁਹਾਨੂੰ ਕੀ ਮਜ਼ਹਬ ਦੱਸੇ? ਕਈ ਬੰਦੇ ਐਸੇ ਬਸ ਇਹ ਅਸਲ ਬਿਮਾਰੀ ਜਿਹੜੀ ਹੈ ਨਾ ਉਹ ਡਾਇਗਨੋਜ਼ ਹੋਈ ਬਿਲਕੁਲ ਹੀ। ਕਈ ਬੰਦੇ ਐਸੇ ਨੇ ਉਹ ਲਾਲ ਐਲਾਨ ਕਹਿ ਦਿੰਦੇ ਨੇ ਸਾਡਾ ਕੋਈ ਮਜ਼ਹਬ ਨਹੀਂ ਹੈ, ਤੇ ਕਈ ਬੰਦੇ ਨੂੰ ਝੱਕ ਜਾਂਦੇ ਨੇ ਗੱਲ ਕਰਨ ਲੱਗੇ। ਗੱਲ ਤੇ ਇੰਨੀ ਹੈ, ਬਾਹਰੋਂ ਲੋਕ ਕਰਨਗੇ ਜੀ। ਟਵਾਣਾ ਸਾਹਿਬ ਬੰਦੇ ਕੋਈ ਠੀਕ ਠਾਕ ਲੱਗਦੇ ਨੇ, ਤੁਸੀਂ ਆਂਦੇ ਇਹ ਭੰਡ ਨੇ, ਇਹ ਭੰਡ ਕਿੱਥੇ ਨੇ? ਵਿਚਾਰੇ ਤੇ ਅੱਛੇ ਆਦਮੀ ਨੇ, ਨਹੀਂ ਜੈਨੂਇਨ ਆਦਮੀ ਨੇ। ਤੁਸੀਂ ਦੇਖੋ ਜੈਨੂਇਨ ਆਦਮੀ ਨੇ। ਅੱਜ ਲਾਂਤ ਪਾਣਗੇ ਮਿਰਜ਼ਾ ਸਾਹਿਬ ਤੇ, ਪੜ੍ਹਦੇ ਨੇ ਮੇਰੇ ਜਾ ਕੇ ਵਰਕਾ ਖੋਲ ਕੇ ਨਾ। ਤੇ ਪਾਕਿਸਤਾਨੀ ਪੀਰਾਂ ਦੇ ਖਿਲਾਫ ਬੋਲ ਰਿਹਾ ਹੋਵੇ ਤੇ ਮੈਂ ਕਿਹਾ ਇੱਕ ਪੀਰ ਪਾਕਿਸਤਾਨ ਦਾ ਐਵੇਂ ਦਾ ਵੀ ਹੈ, ਉਹਨੇ 23 ਸਾਲ ਦੀ ਬੱਚੀ ਦੀ ਸ਼ਾਦੀ ਕਰਾਤੀ 8 ਸਾਲ ਦੇ ਬੱਚੇ ਨਾਲ। ਕਹਿੰਦਾ ਹਰਾਮ ਜ਼ਿੰਦਗੀ ਹੈ ਬਗੈਰਤੀ। ਮੈਂ ਕਿਹਾ ਮਿਰਜ਼ਾ ਸਾਹਿਬ ਨੇ ਕਰਾਈ, ਚੇਂਜ ਤੇ ਨਹੀਂ ਨਾ ਹੋਏ ਅਲਫਾਜ਼? ਕਹਿੰਦਾ ਨਹੀਂ ਠੀਕ ਹੈ। ਤੇ ਤੁਹਾਡਾ ਜੈਨੂਇਨ ਹੈ। ਆਓ ਜੀ ਕਾਲ ਚੁੱਕੋ ਜੀ ਚੌਧਰੀ ਉਮਰ ਸਾਹਿਬ, ਆਓ ਜੀ ਤੁਸੀਂ
ਚਲੋ ਜੀ ਜ਼ਾਰੇ ਖਿਆਲ ਫਰਮਾਓ ਜੀ, ਕੀ ਸੁਣਿਆ ਤੁਸੀਂ, ਕੀ ਸਮਾਤ ਫਰਮਾਇਆ, ਦੱਸੋ ਜੀ। अस्सलामुअलैकुम वरहमतुल्लाहि वबरकातुह। ਵਾਲੇਕੁਮ ਅਸਲਾਮ ਵਰਹਿਮਤੁல்லாਹਿ ਵਬਰਕਾਤੁਹ। ਵਾਲੇਕੁਮ ਸਿਕਰ ਭਾਈ ਇਹਨੂੰ ਇਹ ਤੇ ਪੁੱਛੇ ਕਿਹੜਾ ਸੁੰਨੀ ਜੇ ਸੁੰਨੀ ਲੱਗਾ ਹੁੰਦਾ ਹਰ ਵਾਰੀ ਆਣ ਕੇ ਛੱਡੋ ਸ਼ੋਰ ਸੁਣੀ ਮਚਾਉਂਦਾ ਨੂੰ, ਜਿਹੜੀ ਸੁੰਨੀ। ਕਾਰਵਾਈ ਹੋਈ ਉਹਦਾ ਦੱਸਿਓ ਜ਼ਰਾ, ਕੀ ਸ਼ੁਗਲ ਬਤਾਇਆ ਤੁਹਾਨੂੰ? ਮੈਂ ਤਾਂ ਹੁਣੇ ਆਇਆ ਓਏ ਹੋਏ, ਫਿਰ ਇੱਕ ਮਿੰਟ ਪਹਿਲੇ ਉਹ ਕਿ ਜਿਸ ਟਾਈਮ ਅਮਰ ਭਾਈ ਕਹਿ ਰਹੇ ਸੀ ਜਾ ਪੜ੍ਹ ਕਿਤਾਬ ਜਾ ਕੇ 3 ਘੰਟੇ ਤੇ ਉਹ ਕੋਈ ਡਿਸਕਸ਼ਨ। ਚਲੋ ਮੈਂ ਦੱਸ ਦੇਣਾ, ਮੈਂ ਖੁਲਾਸਾ ਤੁਹਾਨੂੰ ਦੱਸ ਇਹ ਦੇਣਾ। ਉਮਰ ਸਾਹਿਬ ਕਦੀ ਕੋਈ ਸੁੰਨੀ ਇਸ ਤਰ੍ਹਾਂ ਆਂਦਾ ਆਪਣੇ ਆਪ ਨੂੰ ਸੁੰਨੀ? ਸਿੱਧੀ ਜੀ ਮੈਂ ਗੱਲ ਹੈ। ਇਹੀ ਵਡਾਈ ਸਾਹਿਬ ਸੁਣਿਆ ਜੀ ਸਾਰੀ ਉਮਰ ਕੋਈ ਸੁੰਨੀ ਆਪਣੇ ਆਪ ਨੂੰ ਸੁੰਨੀ ਆਂਦਾ। ਉਹਨੇ ਕਿਹਾ ਜੀ ਕਿ ਆਮਰ ਸਾਹਿਬ ਯਜ਼ੀਦ ਤੇ ਲਾਨਤ ਪਾਉਂਦੇ ਹੋ। ਇਹਨਾਂ ਨੇ ਕਿਹਾ ਜੀ ਮੈਂ ਲਾਨਤ ਨਹੀਂ ਪਾਉਂਦਾ, ਤੇ ਉਹਨੇ ਆਮਰ ਪੇ ਤੇ ਲਾਨਤ ਭੇਜ ਛੜੀ ਉਹਨੇ। ਠੀਕ ਹੈ, ਹੁਣ ਰਸੂਲ ਕਾਇਮ ਹੋ ਗਿਆ ਜਿਹੜਾ ਯਜ਼ੀਦ ਤੇ ਲਾਨਤ ਪਾਉਣ ਤੋਂ ਰੋਕਦਾ ਹੈ ਯਾਰ ਨਹੀਂ ਪਾਉਂਦਾ, ਬਿਲਕੁਲ ਉਹ ਲਾਨਤ ਉਹਦੇ ਲਾਨਤ ਹੋਵੇ। ਇਹਨਾਂ ਨੇ ਖੋਲ ਕੇ ਕਿਤਾਬ ਖਾਸ਼ਨੀ ਮਿਰਜ਼ਾ ਗੁਲਾਮ ਕਰ ਨਹੀਂ ਵੀ ਮਨਾ ਕੀਤਾ ਯਜ਼ੀਦ ਤੇ ਲਾਨਤ ਪਾਉਣ ਤੋਂ। ਉਹ ਖੈਰ ਪੜਿਆ ਗਿਆ ਪਿੱਛੋਂ ਕਾਲਾਂ ਦੇ ਮੈਸੇਜ ਤਾਹਿਰ ਦੇ ਤੇ ਰਾਜਾ ਅਮੀ ਦੇ। ਅੱਛਾ, ਤੁਹਾਨੂੰ ਯਾਦ ਹੈ ਸੀਕਰ ਭਾਈ ਜਦੋਂ ਇਹੀ ਗੱਲ ਤੁਸੀਂ ਕੀਤੀ ਹੈ ਜਿਹੜਾ ਵਿਰਕ ਪਾਕਿਸਤਾਨੀ ਨਾਂ ਦਾ ਜਿਹੜਾ ਵੜਾਈ ਸਾਹਿਬ ਦਾ ਦੋਸਤ ਹੈ, ਹਾਂਜੀ ਇਹ ਗੱਲ ਕੀਤੀ ਸੀ ਕਿ ਇੱਕ ਪੀਰ ਹੈ ਤੇ ਉਸ ਪੀਰ ਨੇ 2-2.5 ਸਾਲਾ ਬੱਚੀ ਦੇ ਨਾਲ ਆਪਣੇ ਬੱਚੇ ਦੀ ਸ਼ਾਦੀ ਕਰਾ ਦਿੱਤੀ। ਉਸਨੇ ਕਿਹਾ ਬਿਦਅਤ ਹੈ ਤੇ ਬੜਾ ਇਸ਼ਕ ਜਿਹੜਾ ਨਾ ਸ਼ਿਰਕ ਹੈ ਜਿਸ ਟਾਈਮ ਤੁਸੀਂ ਆਖਿਆ ਮਿਰਜ਼ਾ ਸਾਹਿਬ ਨਹੀਂ, ਉਹ ਤੇ ਫੇਰ ਵੀ ਚਲੋ ਇਹ ਅੱਜ ਸਹੀ ਫੜਿਆ ਗਿਆ। ਇਹ ਨਾ ਹੱਥ ਨਹੀਂ ਸੀ ਆ ਰਿਹਾ ਜਿਹਨਾਂ ਨੇ ਸਹੀ ਫੜਿਆ ਇਹਨੂੰ, ਇਹ ਜਿਹੜਾ ਗਿੱਲਾ ਤਿੱਤਰ ਹੈ ਇਹਦੀ ਅੱਜ ਸਫਾਈ ਜਿਹੜੀ ਆਮਰ ਨਜ਼ੀਰ ਸਾਹਿਬ ਨੇ ਕੀਤੀ ਇਹਨਾਂ ਦੀ, ਜੇ ਤੇ ਕੋਈ ਬੰਦੇ ਦਾ ਪੁੱਤਰ ਹੋਇਆ ਨਾ ਤੇ ਇਹ ਵਾਪਸ ਆਉਂਦਾ ਨਹੀਂ, ਤੇ ਜੇ ਹੋਇਆ ਬੇਗੈਰਤ ਤੇ ਫਿਰ ਆ ਜਾਏਗਾ ਜਿੰਨੀ ਕੀਤੀ ਅੱਜ ਆਮਰ ਨਜ਼ੀਰ ਸਾਹਿਬ। ਇਹਨੂੰ ਪਿੱਛੋਂ ਨਾ ਤਿਆਰ ਕਰਕੇ ਇਹਨੂੰ ਭਰ ਕੇ ਭੇਜਿਆ ਜਾਂਦਾ। ਉਹ ਕਹਿੰਦੇ ਨਾ ਕਿਸੇ ਨੂੰ ਤਿਆਰ ਕਰਕੇ ਕਿਸੇ ਦਾ ਹੋਵੇ ਪੈਗਾਮ ਰਸਾਤ, ਉਹਨੂੰ ਕਹਿਣਾ ਵੀ ਇਹ ਗੱਲ ਜਾ ਕੇ ਦੱਸਣੀ ਜੇ। ਤੇ ਇਹਦਾ ਹਿਸਾਬ ਉਹ ਆ ਜਿੱਥੋਂ ਇਹ ਉੱਠ ਕੇ ਆਉਂਦਾ ਨਾ ਉੱਡਦਾ ਤਿੱਤਰ, ਤੇ ਜਿੱਥੇ ਆਣ ਕੇ ਡਿੱਗਦਾ ਉਹਨੂੰ ਇਹ ਨਹੀਂ ਪਤਾ। ਵੈਸੇ ਲਾਨਤ ਉਹਨੇ ਸਾਹਮਣੇ ਨਹੀਂ ਪਾਈ, ਪਾ ਉਹਨੇ ਬੜੀਆਂ ਦਿੱਤੀਆਂ ਨੇ ਵੀ ਮਿਰਜ਼ਾ ਕੰਜਰਾ ਕਿੱਥੇ ਫਸਾਇਆ ਜਾ ਜਿਹੜਾ ਨਾ। ਆਮਰ ਨਜ਼ੀਰ ਸਾਹਿਬ ਇਹ ਰੂਹਾਨੀ ਖਜ਼ਾਨ ਦੀ ਕਿਹੜੀ ਜਿਲਦ ਵਿੱਚ ਹਵਾਲਾ? ਮਕਤੂਬਾਤ ਅਹਿਮਦ ਦਾ ਜਿਹੜਾ ਨਾ ਰੂਹਾਨੀ ਖਜ਼ਾਨ ਚ ਨਹੀਂ ਅਹਿਮਦਾ, ਜਿਹੜੇ ਖਤੂਤ ਮਿਰਜ਼ਾ ਕਦਾਨੀ ਨੇ ਲਿਖੇ ਨੇ ਨਾ ਆਪਣੇ ਮੁਰੀਦਾਂ ਨੂੰ। ਅੱਛਾ ਉਹ ਅਲੱਗ ਲੈਣੀ ਪੈਣੀ। ਚਲੋ PDF ਚ ਫਿਰ ਮੰਗਵਾਨੇ ਹੋ। ਮਕਤੂਬਾਤ ਅਹਿਮਦ ਦਾ ਵਾਲਾ ਬੜਾ ਲਖੀਰ ਹੋ ਗਈ ਹੈ ਜੀ ਅੱਜ ਤੇ। ਇਹ ਥੱਲੇ ਸੀਕਰ ਸਾਹਿਬ ਨੌਲੇਜ ਇਜ਼ ਪਾਵਰ, ਉਹਨੂੰ ਉੱਤੇ ਬੁਲਾ ਲਓ, ਉਹਦੇ ਕੋਲ ਪੁੱਛ ਲਓ ਜਿਹੜਾ ਪੀਰ ਜਿਹਨੇ ਕੋਈ ਬੱਚੇ ਕਿਸੇ ਦਾ ਵਿਆਹ ਕੀਤਾ ਆਪਣੇ ਦਾ, ਉਹ ਥੱਲੇ ਜੀ ਨੌਲੇਜ ਇਜ਼ ਪਾਵਰ। ਜਿਹੜੇ ਵੀ ਕੋਈ ਅਗਰ ਦਲਾਇਲੇ ਕਾਤੀਆ ਬਰਾਨੇ ਸਾਥੀਆ ਰੱਖਦੇ ਨੇ ਬੁਲਾਓ ਉਹਨਾਂ ਨੂੰ। ਹਾਂਜੀ ਜੀ ਬੜਾ ਇੰਟੈਲੀਜੈਂਟ ਬੰਦਾ ਹੈ ਬੱਚਾ, ਇਹਨੂੰ ਜ਼ਰਾ ਮਾਈਕ ਤੇ ਉੱਤੇ ਪਹਿਲੇ ਬਲਕਿ ਤੁਹਾਡੀ ਗੱਲ ਕਰ ਲੈਂਦੇ ਆ, ਫਿਰ ਦੂਜੀ ਕਰ ਲੈਂਦੇ ਆ, ਬੁਲਾ ਲਓ ਸਾਰੇ। ਗੁੱਡ ਯਾਰ, ਟਵਾਰੇ ਦਾ ਸ਼ੁਕਰ ਲੱਗਾ, ਇੰਜੋਏ ਕੀਤਾ। ਬਦਤਮੀਜ਼ੀ ਬਦਦਿਹਾਜ਼ੀ ਨਹੀਂ ਬਦਤਮੀਜ਼ੀ ਦੇਖੋ ਨਾ, ਉੱਥੇ ਉਹਨਾਂ ਦੀ ਬਰਾੜ ਤੇ ਬਹਿ ਕੇ ਤੇ ਕੋਈ ਮੁਸਲਮਾਨ ਚੜ ਰਿਹਾ ਤੇ ਉਹਦੇ ਨਾਲ ਬਦਤਮੀਜ਼ੀਆਂ ਕਰ ਰਿਹਾ, ਬਿਲਕੁਲ ਗਾਲਾਂ ਕੱਢ ਰਿਹਾ ਮੁਸਲਮਾਨਾਂ ਨੂੰ। ਅੱਜ ਫਿਰ ਚੰਗੀ ਹੋਈ ਫਿਰ ਜ਼ਾਰੀ ਗੱਲ। ਜਿਹੜਾ ਬੰਦਾ ਕੱਲਾ ਆਪਣੇ ਘਰ ਬਹਿ ਕੇ ਆਖੇ ਜੀ ਮੇਰੇ ਨਾਲ ਦਾ ਜਣਾ ਕੋਈ ਨਹੀਂ, ਮੇਰੇ ਨਾਲ ਦਾ ਗਲਾਰ ਕੋਈ ਨਹੀਂ, ਤੇ ਉਹਨੂੰ ਤੇ ਫਿਰ ਲੋਕੀ ਇਹ ਕਹਿੰਦੇ ਨੇ ਨਾ ਵੀ ਕੱਲੀ ਘੋੜੀ ਭੱਜੇ ਤੇਰੀ ਬਹੁਤ ਮੁੱਠਿਆ। ਉਹ ਅਮਰ ਭਾਈ ਉਹ ਮਿਸਾਲ ਛੁਡਾਓ ਨਾ ਜਿਹੜੀ 2 ਸਾਲ ਪਹਿਲਾਂ ਤੁਸੀਂ ਸੁਣਾਈ ਸੀ, ਬੰਦੇ ਹੁੰਦੇ ਨੇ ਗੋਭੀ ਹੁੰਦੀ। ਬੰਦੇ ਹੁੰਦੇ ਨੇ ਗੋਭੀ ਹੁੰਦੀ ਇਹਨਾਂ ਨੂੰ। ਇਹ ਨਹੀਂ ਨਾ ਪਤਾ ਵੀ ਉੱਥੇ ਬਹਿ ਕੇ ਆਪਣੇ ਦਿਲੋਂ ਤਿਆਰੀ ਕਰਦੇ ਨੇ। ਵੜਾਇਤ ਸਾਹਿਬ ਸੁਣਦੇ ਪਏ ਹੋ? ਜੀ ਉਹ ਮੁੰਡਾ ਸੀ ਤੇ ਉਹਨੂੰ ਸ਼ੌਕ ਸੀ ਤਕਰੀਰ ਕਰਨ ਦਾ ਨਾ। ਅੱਛਾ ਉਹ ਤਕਰੀਰ ਕਰਨ ਜਾਂਦਾ ਸੀ, ਬਜ਼ਮੇ ਦਾ ਪ੍ਰੋਗਰਾਮ ਹੋਣਾ ਤੇ ਤਕਰੀਰ ਕਰਨੀ ਤੇ ਝਾਕਾ ਆ ਜਾਣਾ ਨਾ ਬੰਦਿਆਂ ਨੂੰ ਵੇਖ ਕੇ ਸਾਹਮਣੇ। ਆਹਾ, ਉਹਦੇ ਨਾਲ ਘਰ ਦੇ ਚਾਚੇ ਨੇ ਮਾਮੇ ਨੇ ਆਖਿਆ ਵੀ ਮੁੰਡਾ ਹੈ ਸਾਡਾ ਤੇ ਸਿੱਖਣਾ ਚਾਹੁੰਦਾ ਤਕਰੀਰ ਕਰਨੀ, ਤੇ ਇਹਨੂੰ ਝਾਕਾ ਆ ਜਾਂਦਾ, ਚਲੋ ਇਹਦਾ ਝਾਕਾ ਦੂਰ ਕਰਨਾ। ਉਹਨੂੰ ਲੈ ਗਿਆ ਪਿੱਛੇ ਨਾ ਮਨਿਆਈ ਚ ਨਾ ਰਾਈਆਂ ਨੇ ਗੋਭੀ ਲਾਈ ਸੀ, ਤੇ ਉਹ ਗੋਭੀ ਦੇ ਨਾ ਫੁੱਲ ਇੰਜ ਦੂਰ ਤਾਈਂ 2-3 ਕਿੱਲੇ ਜ਼ਮੀਨ ਦੂਰ ਤਾਈਂ ਫੁੱਲ ਨਜ਼ਰ ਆ ਰਹੇ ਸੀ, ਲੈਣ ਕਤਾਰ ਅੰਦਰ ਕਤਾਰ। ਤੇ ਉਹਨੇ ਕਿਹਾ ਗੱਲ ਸੁਣ, ਇਹ ਜਿਹੜੇ ਫੁੱਲ ਨੇ ਨਾ ਤੂੰ ਇਹ ਸਮਝ ਵੀ ਬੰਦਿਆਂ ਦੇ ਸਿਰ ਨੇ, ਤੇ ਇਹਨਾਂ ਦੇ ਸਾਹਮਣੇ ਖਲੋ ਕੇ ਤੂੰ ਤਕਰੀਰ ਕਰ। ਉਹਨੇ ਤਕਰੀਰ ਸ਼ੁਰੂ ਕਰ ਦਿੱਤੀ। ਹੁਣ ਉਹ ਤੇ ਗੋਭੀ ਦੇ ਫੁੱਲ ਸਨ, ਉਹ ਨਾ ਸਿਰ ਲਾਉਂਦੇ ਸਨ, ਨਾ ਬੋਲਦੇ ਸਨ, ਨਾ ਹੱਸਦੇ ਸਨ, ਨਾ ਰੋਂਦੇ ਸਨ, ਨਾ ਅੱਖਾਂ ਉਤਾਂ ਨਾ ਥੱਲੇ, ਉਹ ਤੇ ਫੁੱਲ ਸਨ। ਕਰਦਾ ਰਿਹਾ ਤਕਰੀਰ। ਦੂਜੇ ਦਿਨ ਫਿਰ ਜਾ ਕੇ ਉੱਥੇ ਤਕਰੀਰ ਦੀ ਰਿਹਰਸਲ ਕੀਤੀ, ਤੀਜੇ ਦਿਨ ਫਿਰ ਰਿਹਰਸਲ ਕੀਤੀ, ਤੇ ਉਹਨੇ ਆਖਿਆ ਲੋ ਜੀ ਮੈਨੂੰ ਜਾਂਚ ਆ ਗਈ ਤਕਰੀਰ,
ਇਹ ਮਿਊਟ ਕਰਿਆ ਜ਼ਰਾ ਅਫਜ਼ਲ ਸਾਹਿਬ। ਉਹਨਾਂ ਕਿਹਾ ਚਲੋ ਜੀ ਠੀਕ ਹੈ, ਜਾਂਚ ਆ ਗਈ ਹੈ ਤੇ ਚਲੋ ਜੀ ਆ ਜਾਓ, ਬਜ਼ਮੇ ਦਾ ਪ੍ਰੋਗਰਾਮ ਹੈ ਤੇ ਚਲੋ ਜੀ ਬੱਚਾ ਤਕਰੀਰ ਕਰਨ ਲੱਗਾ ਜੀ। ਲੋ ਜੀ ਤਕਰੀਰ ਕਰੋ ਜੀ, ਸ਼ੁਰੂ ਹੋ ਜਾਓ ਜੀ। ਉਹ ਉੱਤੇ ਸਟੇਜ ਤੇ ਚੜਿਆ ਤੇ ਸਾਹਮਣੇ ਬੰਦੇ ਵੇਖ ਕੇ ਨਾ, ਜਿਸੇ ਵੇਖਿਆ 500 ਬੰਦਾ ਅੱਗੇ ਜਲਸੇ ਦੀ ਗਾਹ 'ਚ ਬੈਠੇ ਆ ਤੇ ਉਹਨਾਂ ਨੂੰ ਵੇਖ ਕੇ ਨਾ ਤੇ ਸੱਜੇ ਖੱਬੇ ਵੇਖੇ ਤੇ ਬੋਲੇ ਕੋਈ ਨਾ। ਤੇ ਉਹ ਬੰਦਾ ਇੱਕ ਸਿਆਣਾ ਪਿੱਛੋਂ ਆਵਾਜ਼ ਮਾਰ ਕੇ ਆਂਦਾ, ਚੱਲ ਕਰਨਾ ਤਕਰੀਰ, ਉਹ ਬੋਲ ਨਾ। ਆਂਦਾ ਦੇਖੋ ਜੀ ਤਕਰੀਰ ਕੀ ਕਰਨੀ ਹੈ, ਗੱਲ ਇਹ ਹੈ ਕਿ ਗੋਭੀ ਗੋਭੀ ਹੁੰਦੀ ਤੇ ਬੰਦੇ ਬੰਦੇ ਹੀ ਹੁੰਦੇ ਨੇ। ਅਸਲ ਅਮਰ ਨਜ਼ੀਰ ਸਾਹਿਬ ਉਹ ਨਾ ਅਗਲੇ ਦਿਨ ਦੋਸਤਾਂ ਨਾਲ ਮੁਲਾਕਾਤ ਹੋਈ ਹੈ ਤੇ ਉਹ ਕਹਿੰਦੇ ਜੀ ਮੈਂ ਬੱਚਿਆਂ ਨੂੰ ਨਾ ਪੜ੍ਹਾ ਰਿਹਾ ਸੀ, ਤੋਂ ਗੱਲ ਚੱਲ ਰਹੀ ਸੀ ਫਬੂਹਿਤ ਅੱਲਜ਼ੀ ਕਫਰ। ਉਹ ਕਹਿੰਦੇ ਵੀ ਮੈਂ ਪੜ੍ਹਾਉਂਦਿਆਂ ਉਹ ਕਹਿ ਦਿੱਤਾ ਵੀ ਜਨਾਬ ਮੇਰੀ ਨਮਰੂਦ ਦੀ ਗਾਂਡ ਫਟ ਗਈ। ਉਹ ਕਹਿੰਦੇ ਵੀ ਉਹ ਬਜ਼ਮੇ ਅਦਬ ਪ੍ਰੋਗਰਾਮ ਸੀ, ਕਹਿੰਦੇ ਮੈਂ ਉਹਨੂੰ ਉਹਦੇ ਤੇ ਬੁਲਾ ਲਿਆ ਤੇ ਉਹ ਬਜ਼ਮੇ ਅਦਬ ਜੀ ਕਹਿੰਦੇ ਵੀ ਤਕਰੀਰ ਕਰਨ ਆਇਆ ਤੇ ਉਹਨੇ ਉਹੀ ਰੱਟ ਫਬੂਹਿਤ ਅੱਲਜ਼ੀ ਕਫਰ ਫੜ ਕੇ ਤੇ ਉਹਨੇ ਤਰਜਮਾ ਕਰ ਦਿੱਤਾ। ਇਹਦੇ ਨਾਲ ਅੱਜ ਉਹੀ ਕੰਮ ਹੋਇਆ। ਬਸ ਅਸਲ ਦੇ ਵਿੱਚ ਕਈ ਲੋਕ ਅੱਜ ਬਹੁਤ ਅੱਛਾ ਕੀਤਾ ਤੁਸੀਂ ਅਮਰ ਭਾਈ, अस्सलाम वालेकुम तमाम ਭਾਈਆਂ ਨੂੰ, ਕਿ ਜਿਹੜਾ ਤੁਸੀਂ ਟਵਾਣਾ ਨੂੰ ਸਿੱਧਾ ਕੀਤਾ। ਵੀ ਇਹਨੇ ਬੜਾ ਹੀ ਤੰਗ ਕੀਤਾ ਹੋਇਆ ਸੀ, ਉੱਥੇ ਬਹਿ ਕੇ ਸਾਨੂੰ ਉਹ ਗੱਲਾਂ ਸੁਣਾਉਂਦਾ ਸੀ ਕਿ ਤੁਸੀਂ ਮੁਸਲਮਾਨ ਇੰਝ ਹੋ ਤੇ ਤੁਸੀਂ ਮੁਸਲਮਾਨ ਇੰਝ ਹੋ ਤੇ ਮੈਂ ਵੀ ਮੁਸਲਮਾਨ ਆ, ਮੈਂ ਤੁਹਾਨੂੰ ਚੰਗਾ ਨਹੀਂ ਸਮਝਦਾ ਤੇ ਇਹ ਦੇਖੋ ਕਿਤਨੇ ਬਾ ਅਖਲਾਕ ਨੇ, ਇਹ ਕਿਤਨੇ ਅਦਬ ਵਾਲੇ ਨੇ। ਔਰ ਇਹ ਨਹੀਂ ਪਤਾ ਕਿ ਸਭ ਤੋਂ ਵੱਡੇ ਗਾਲੀ ਬਾਤ ਜਿਹੜੇ ਨੇ ਮਰਜ਼ਈ ਆਪੇ ਨੇ ਤੇ ਲੱਗਾ ਹੁੰਦਾ ਵੇ। ਤੇ ਹੁਣ ਮਲਕ ਵੀ ਬਰਾੜ ਲਾ ਕੇ ਤੁਹਾਨੂੰ ਸੁਣਾ ਰਿਹਾ ਵੇ ਕਿ ਦੇਖੋ ਹੁਣ ਕੀ ਹੁੰਦਾ ਵੇ, ਆਪਣੀਆਂ ਗੱਲਾਂ ਕਰਨ ਲੱਗੇ ਹੋਏ ਨੇ। ਲੇਕਿਨ ਚੰਗਾ ਲੱਗਾ ਜਵਾਨਾਂ ਨੂੰ ਸਿੱਧਾ ਕੀਤਾ। ਨਹੀਂ ਅਖਲਾਕ ਤੇ ਇਹਨਾਂ ਦਾ ਹੱਤਾ ਪਹਿਲੇ ਦੇਖਿਆ ਸੀ ਨਾ, ਉਹ ਅਖਲਾਕ ਤਾਂ ਅੱਲਾ ਮਾਫ ਕਰੇ ਕਿਸੇ ਦਾ ਨਾ ਹੋਵੇ। ਆਲੂ ਤਾਂ ਨਹੀਂ ਸੀ ਅਸੀਂ ਵੇਖਿਆ। ਤੁਸੀਂ ਟੌਪਿਕ ਨਾਲ ਚੇਂਜ ਹੋਣ ਤੋਂ ਬਾਅਦ ਸਾਰੇ ਥੱਲੇ ਬਹਿ ਕੇ ਦੱਸੋ ਕਿ ਟਵਾਣੇ ਨਾਲ ਚੱਸ ਆਈ ਹੈ ਤੁਹਾਨੂੰ, ਅੱਜ ਕਿਵੇਂ ਦੀ ਹੋਈ ਹੈ, ਸਾਰੇ ਮੈਸੇਜ ਕਰਕੇ ਦੱਸੋ ਥੱਲੇ। ਕਿਨੇ ਕੀਤੀ ਰਿਕਾਰਡਿੰਗ ਟਵਾਣੇ ਦੀ, ਹੱਸ ਕੇ ਦੋਹਰਾ ਹੋ ਰਿਹਾ ਸੀ, ਬਹੁਤ ਹੱਸੀ ਆ ਰਹੀ ਸੀ। ਇਹ ਰਿਕਾਰਡਿੰਗ ਟਵਾਣੇ ਦੀ ਉਹਨਾਂ ਨੂੰ ਛੋਟਾ ਜਿਹੜਾ ਕੱਟ ਕੇ ਤੇ ਸ਼ੇਅਰ ਕਰੋ। ਅੱਛਾ ਜੀ, ਸੈਫ ਅਹਿਮਦੀਆ ਸਾਹਿਬ ਮੈਂ ਤੁਹਾਨੂੰ ਕਾਲ ਵੀ ਪਾਈ ਸੀ, ਤੁਸੀਂ ਉੱਤੇ ਤਸ਼ਰੀਫ ਲਿਆਓ ਨਾ, ਕਾਲ ਪਾਓ ਨਾ ਤੇ ਗੁਫ਼ਤਗੂ ਜਿਹੜੀ ਹੈ ਉਹ ਸਹੀ ਕਰ ਲੈਣੇ ਨਾ। ਜਿੱਥੇ ਜਿੱਥੇ ਗੁਫ਼ਤਗੂ ਦੇ ਵਿੱਚ ਕੋਈ ਨੋਕ ਪਲਕ ਦਰੁਸਤ ਕਰਨ ਦੀ ਜ਼ਰੂਰਤ ਹੈ। ਤੁਸੀਂ ਸੈਫ ਅਹਿਮਦੀਅਤ ਆਪਣਾ ਨਾਂ ਰੱਖਿਆ, ਹਾਲਾਂਕਿ ਤੁਸੀਂ ਖੰਜਰ ਅਹਿਮਦੀਅਤ ਹੋ, ਕਿਉਂਕਿ ਤੁਸੀਂ ਇਹ ਛੋਟੇ ਜਿਹੇ ਖੰਜਰ ਨਹੀਂ ਚਾਕੂ, ਬਲਕਿ ਚਾਕੂ ਅਹਿਮਦੀਅਤ ਕਹਿ ਲਓ। ਬਲਕਿ ਅਗਲੇ ਦਿਨ 1.5 ਮਿੰਟ ਨਹੀਂ ਇਹਨਾਂ ਕੱਢਿਆ, ਹਜ਼ਰਤ ਈਸਾ अलैहिस्सलाम ਨੂੰ ਸਿੱਧਾ ਪੈ ਗਿਆ। ਇੰਨੀ ਔਕਾਤ ਚ 1.5 ਮਿੰਟ ਪਰ ਮੁਸ਼ਕਿਲ ਇਸ ਬੰਦੇ ਨੇ ਕੱਢਿਆ, 1.5 ਮਿੰਟ ਪੌਣੇ 2 ਮਿੰਟ, ਇਹ ਇਹਨਾਂ ਦੀ ਔਕਾਤ ਚ। ਫਿਰ ਆਂਦੇ ਨੇ ਇਹਨਾਂ ਨੂੰ ਅਸੀਂ ਨੇ ਸ਼ਾਤਮੀਅਤ ਕਰਦੇ ਨੇ ਸਿੱਧਾ ਜਾ ਕੇ ਅੱਲਾ ਦੇ ਨਬੀਆਂ ਨੂੰ ਪੈਣਾ, बड़ी जरूरत की गल है ना जी। मैं नीचे जा रही हूँ, अगर आपने किसी और को लेना है तो। नहीं बैठ जी मैं ले लूंगा, आप बैठो। बस मैं पे कहना कि टवाने नाल पुछते ने पे की होया, दसो जी सिकर भाई की होया टवाने नाल। वालेकुम सलाम राणा नवीद भाई, टवाना साहब नाल ਇਹ ਹੋਇਆ ਹੈ ਕਿ ਟਵਾਨਾ ਸਾਹਿਬ ਨੇ ਆ ਕੇ ਸਵਾਲ ਪੁੱਛਿਆ ਅਮਰ ਭਾਈ ਨੂੰ ਕਿ ਭਾਈ ਤੁਸੀਂ ਯਜ਼ੀਦ ਤੇ ਲਾਨਤ ਪਾਦੇ ਹੋ। ਜ਼ਾਹਰੀ ਗੱਲ ਹੈ ਪਿੱਛੋਂ ਫੀਡ ਕਰਕੇ ਭੇਜਿਆ ਸੀ ਰਾਜਾ ਅਮੀ ਨੇ ਕਿ ਇਹ ਤੂੰ ਜਾ ਕੇ ਨਾ ਕਹਿਣਾ, ਤੇ ਉਹਨਾਂ ਕਿਹਾ ਜੀ ਮੈਂ ਨਹੀਂ ਪਾਉਂਦਾ, ਤੇ ਜਦੋਂ ਉਹਨਾਂ ਨੇ ਕਿਹਾ ਤਾਂ ਸਾਨੂੰ ਪਤਾ ਚੱਲ ਗਿਆ ਸੀ ਸਨੂਕਰ ਵੱਜ ਗਿਆ। ਤੇ ਟਵਾਰੇ ਨੂੰ ਉਹਦਾ ਮਿਲ ਗਿਆ ਜਵਾਬ, ਟਵਾਨਾ खुश हो गया। टवाने ने कहा लानत हो आपके ऊपर लानत हो, दलेरी नहीं है आपके अंदर, ये वो फलाना। अच्छा उन्होंने कहा ठीक है, उन्होंने सफा खोल के मिर्जा गुलाम अहमद की तहरीर लाती, उन्हें भी लानत तो रोक गया। टवाना साहब फंस गए थे, फिर राजा अम्मी ने फिर गाला कड्डियां पिछों कि की कब पा छड़ी, ते ए कम बनया। कहता लानत हाँ मैं समझता हूँ लानती, लेकिन आपके कहने पे नहीं डालूंगा। हाँ साढ़े कहते नहीं, वैसे वो लानत दे गया मिर्जा साहब को, लेकिन साढ़े कहते कहता हले नहीं पाऊंगा, 2 घंटे बाद पाऊंगा। अच्छा नहीं मैं सुनिया तेजी च क्या सुबह मैं लानती समझना। हाँ जी उन्हें क्या मैं ਤੁਹਾਡੇ ਕਹਿਣ ਤੇ ਨਹੀਂ ਪਾਵਾਂਗਾ, ਵੈਸੇ ਠੀਕ ਹੈ ਹਾਂ ਲਾਨਤ ਵਾਲਾ ਕੰਮ ਬਣਦਾ, ਲੇਕਿਨ ਮੈਂ ਤੁਹਾਡੇ ਕਹਿਣ ਤੇ ਨਹੀਂ ਪਾਵਾਂਗਾ। ਚਲੋ ਸਾਡੇ ਕਹਿਣ ਤੇ ਨਾ ਪਾਏ, ਆਪਣੇ ਅਸੂਲ ਦੇ ਤਹਿਤ ਪਾ ਦੇਣਾ, ਜਿਹੜਾ ਅਸੂਲ ਉਹਨੇ ਮੁਤੱਯਨ ਕੀਤਾ ਹੈ ਉਹਦਾ ਅਸੂਲ ਹੈ ਕਿ ਜਿਹੜਾ ਯਜ਼ੀਦ ਤੇ ਲਾਨਤ ਨਹੀਂ ਪਾਉਂਦਾ ਉਹ ਲਾਨਤੀ ਹੈ। ਤੇ ਮਿਰਜ਼ਾ ਸਾਹਿਬ ਸਾਫ਼ ਤੇ ਕਹਿੰਦੇ ਨੇ ਲਾਨਤ ਨਹੀਂ ਪਾਣੀ ਚਾਹੀਦੀ, ਆਪਣਾ ਜਿਹੜਾ ਨਫਸ ਹੈ ਉਹਦੇ ਫਿਸਕ ਤੋਂ ਡਰਨਾ ਚਾਹੀਦਾ। ਹਾਂ ਇੱਕ 3-4 ਸੈਸ਼ਨ ਹੋਰ ਲਾ ਲੈਣਾ ਸਾਡੇ ਨਾਲ, ਇਹ ਯੈਸ ਹੋ ਜਾਏਗਾ।
ਜੇ ਅਜੇ ਇਹ ਤੇ ਕਈ ਵਾਰੀ ਉਹਨੂੰ ਲਾਨਤ ਪੈਣੀ ਹੈ, ਇਹ ਤੇ ਇਹ ਪਹਿਲੀ ਸੀ। ਇਹਨੂੰ ਨਾ ਅੱਛਾ ਯਜ਼ੀਦ ਤੋਂ ਨਾਲ ਰਿਲੇਟਡ ਹੀ ਹੁੰਦਾ ਸੀ ਇਮਾਮ ਹੁਸੈਨ ਨੇ, ਤੇ ਫਿਰ ਅੱਲਾ ਮਾਫ ਕਰੇ ਮੌਲਾ ਅਲੀ ਤੇ ਆਏ ਤਾਂ ਸਹੀ ਨਾ ਇੱਕ ਵਾਰੀ। बड़ा कुछ है अगे आंदे नहीं भाई, इब्तदा इश्क है रोता है क्या, आगे आगे देखिए होता है क्या। ਟਵਾਣਾ ਸਾਹਿਬ ਦੀ ਇਹ ਤੇ ਅੱਜ ਪਹਿਲੀ ਗੁਫ਼ਤਗੂ ਹੋਈ ਹੈ ਨਾ ਜੀ, ਅੱਗੇ ਤੇ ਟਵਾਣਾ ਸਾਹਿਬ ਕਦੇ ਨੇੜੇ ਹੀ ਨਹੀਂ ਆਏ, ਅੱਜ ਪਹਿਲੀ ਵਾਰੀ ਉਹ ਆਏ ਨੇ ਤੇ ਅੱਗੋਂ ਆਣਗੇ ਤੇ ਕਈ ਵਾਰੀ ਉਹਨਾਂ ਨੂੰ ਲਾਂਤ ਪਾਣੀ ਪਏਗੀ। ਦੇਖੋ ਇਹ ਅਸੂਲ ਹੁੰਦਾ ਹੈ, ਜਿਹੜਾ ਬੰਦਾ ਗੱਲ ਵਾਲਾ ਹੈ, ਜ਼ੁਬਾਨ ਵਾਲਾ ਹੈ, ਉਹ ਆਪਣੀ ਜ਼ੁਬਾਨ ਤੋਂ, ਆਪਣੀ ਗੱਲ ਤੋਂ, ਆਪਣੇ ਅਸੂਲ ਤੋਂ ਨਹੀਂ ਪਿੱਛੇ ਹਟਦਾ। ਜੇ ਉਹਨੇ ਆਪੂ ਇੱਕ ਅਸੂਲ ਮੁਤੱਯਨ ਕਰ ਦਿੱਤਾ ਹੈ, ਉਹਦਾ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਯਜ਼ੀਦ ਤੇ ਲਾਂਤ ਨਹੀਂ ਪਾਉਂਦਾ ਉਹ ਲਾਂਤੀ ਹੈ, ਤੇ ਫਿਰ ਉਹਨੂੰ ਪਾਣੀ ਪਏਗੀ ਸਭ ਤੇ, ਜਿਹੜਾ ਵੀ ਨਹੀਂ ਪਾਉਂਦਾ। ਨਹੀਂ ਵੇਖੋ ਨਾ, ਉਹਨੇ ਤੁਹਾਡੇ ਤੇ ਲਾਨਤ ਪਾਈ ਹੈ, ਤੁਸੀਂ 1% ਰਿਐਕਟ ਨਹੀਂ ਕੀਤਾ ਕਿ ਯਾਰ ਤੂੰ ਕਿਉਂ ਕਿਹਾ ਮੈਨੂੰ ਐਵੇਂ, ਇਹ ਕਿਉਂ ਪਾਈ ਮੇਰੇ ਤੇ ਲਾਨਤ। ਤੁਸੀਂ ਕਿਹਾ ਠੀਕ ਹੈ ਭਾਈ ਤੇਰਾ ਅਸੂਲ ਆ ਗਿਆ, ਠੀਕ। ਅਸੀਂ ਅਗਰ ਨਹੀਂ ਪਾਉਂਦੇ ਲਾਨਤ ਤੇ ਅਗਰ ਕੋਈ ਬੰਦਾ ਦੂਜਾ ਪਾਉਂਦਾ ਹੈ ਤੇ ਉਹਦੀ ਆਪਣੀ ਸੋਚ ਸਮਝ ਹੈ, ਜਿਹੜਾ ਕੋਈ ਨਹੀਂ ਪਾਉਂਦਾ ਉਹਦੀ ਵੀ ਆਪਣੀ ਸੋਚ ਸਮਝ ਹੈ। ਅਸੀਂ ਕਿਸੇ ਨੂੰ ਪਾਬੰਦ ਨਹੀਂ ਕਰਦੇ ਕਿ ਇਹਦੇ ਨਾਲ ਕੋਈ ਈਮਾਨ ਦਾ ਫੈਸਲਾ ਹੋਣਾ ਹੈ ਕਿ ਉਹ ਲਾਨਤ ਪਾਏਗਾ ਤੇ ਫੈਸਲਾ ਹੋਏਗਾ, ਉਹਦਾ ਈਮਾਨ ਸਹੀ ਸਾਬਤ ਹੋਏਗਾ, ਨਾ ਪਾਏਗਾ ਤੇ ਨਹੀਂ ਸਾਬਤ ਹੋਏਗਾ, ਕਿਉਂਕਿ ਇਹ ਇੱਕ ਤਾਰੀਖੀ ਵਾਕਿਆ ਹੈ। ਪਰ ਇਹ ਅਸੀਂ ਕਹਿੰਦੇ ਹਾਂ ਕਿ ਜਿਨ੍ਹਾਂ ਨਬੀ ਦੇ ਨਵਾਸੇ ਨੂੰ ਸ਼ਹੀਦ ਕੀਤਾ ਉਹ ਲਾਨਤੀ ਨੇ, ਜਿਨ੍ਹਾਂ ਜ਼ਾਲਮਾਂ ਨੇ ਨਬੀ ਦੇ ਬੇਟੇ ਨੂੰ ਸ਼ਹੀਦ ਕੀਤਾ ਉਹ ਲਾਨਤੀ ਨੇ। ਅਗਰ ਉਹਦੇ 'ਚ ਯਜ਼ੀਦ ਹੈ, ਅਗਰ ਉਹਦੇ 'ਚ ਇਬਨ ਜ਼ਿਆਦ ਹੈ, ਅਗਰ ਉਹਦੇ 'ਚ ਕੋਈ ਕਿਸੇ ਕਿਸਮ ਦਾ, ਉਹ ਕਿਸੇ ਸਾਹਬੀ ਦਾ ਬੇਟਾ ਹੋਵੇ, ਤਾਬੀ ਦਾ ਬੇਟਾ ਹੋਵੇ, ਜਿਨ੍ਹਾਂ ਨਬੀ ਦੇ ਨਵਾਸੇ ਨੂੰ ਸ਼ਹੀਦ ਕੀਤਾ ਸੀ ਉਹਦੇ ਲਾਨਤ ਪਾਉਂਦੇ ਹਾਂ। ਲੇਕਿਨ ਇੱਕ ਤਾਰੀਖੀ ਹਕੀਕਤ ਹੈ ਕਿ ਬਾਜ਼ ਲੋਕ ਇਹਨੂੰ ਉਹਦਾ ਜ਼ਿੰਮੇਦਾਰ ਠਹਿਰਾਉਂਦੇ ਨੇ, ਬਾਜ਼ ਮੁਹੱਕਿਕੀਨ ਔਰ ਮੁਅਰਰਿਖੀਨ ਉਹਨੂੰ ਉਹਦਾ ਜ਼ਿੰਮੇਦਾਰ ਨਹੀਂ ਠਹਿਰਾਉਂਦੇ। ਉਹ ਕਹਿੰਦੇ ਨੇ ਕਿ ਨਹੀਂ ਉਹਨੇ ਇਹ ਆਰਡਰ ਵੀ ਨਹੀਂ ਸੀ ਦਿੱਤੇ ਤੇ ਉਹਦੇ ਤੋਂ ਬਾਹਰੋਂ ਬਾਹਰ ਇਹ ਕੰਮ ਹੋ ਗਿਆ। ਚਲੋ ਫਰਜ਼ ਕਰ ਲਓ ਉਹਦਾ ਕਸੂਰ ਹੈ ਤੇ ਉਹ ਲਾਂਤੀ ਹੋ ਜਾਏਗਾ, ਅਗਰ ਉਹਦਾ ਕਸੂਰ ਨਹੀਂ ਤੇ ਉਹ ਬੇਕਸੂਰ ਹੈ ਤੇ ਫਿਰ ਉਹਦੇ ਤੇ ਅਸੀਂ ਲਾਂਤ ਨਹੀਂ ਪਾਵਾਂਗੇ। ਲੇਕਿਨ ਅਸੀਂ ਹਜ਼ਰਤ ਹੁਸੈਨ ਦੇ ਕਾਤਲਾਂ ਤੇ ਲਾਨਤ ਭੇਜਨੇ ਆ, ਬਲਕਿ ਹਜ਼ਰਤ ਹੁਸੈਨ ਦੀ ਤੋਹੀਨ ਕਰਨ ਵਾਲਿਆਂ ਤੇ ਵੀ ਲਾਨਤ ਭੇਜਨੇ ਆ। ਕਤਲ ਕਰਨਾ, ਉਹਨਾਂ ਨੂੰ ਸ਼ਹੀਦ ਕਰਨਾ ਤੇ ਬਹੁਤ ਵੱਡਾ ਕੰਮ ਹੈ ਨਾ। ਉਹਨਾਂ ਦੀ ਸ਼ਾਨ ਵਿੱਚ ਇੱਕ ਲਫ਼ਜ਼ ਤਖਫੀਫੀ ਕਹਿਣ ਵਾਲਾ, ਐਨਾ ਲਫ਼ਜ਼ ਵੀ ਕਹਿਣ ਵਾਲਾ ਕਿ ਤੁਹਾਡਾ ਹੁਸੈਨ ਨਾ ਮੁਰਾਦ ਮਰ ਗਿਆ, ਅਸੀਂ ਉਸ ਲਾਂਤੀ ਨੂੰ ਵੀ ਲਾਂਤੀ ਸਮਝਦੇ ਹਾਂ। ਜਿਹੜਾ ਇਹ ਕਹੇ ਕਿ ਤੁਹਾਡਾ ਹੁਸੈਨ ਨਾ ਮੁਰਾਦ ਮਰ ਗਿਆ, ਅਸੀਂ ਉਹਨੂੰ ਬਦਬਖਤ ਤਰੀਨ ਔਰ ਲਾਂਤੀ ਤਰੀਨ ਇਨਸਾਨ ਸਮਝਦੇ ਹਾਂ। ਸ਼ਹੀਦ ਕਰਨ ਵਾਲਿਆਂ ਨੂੰ ਤਾਂ ਅਸੀਂ ਵੱਡਾ ਲਾਂਤੀ ਸਮਝਦੇ ਹਾਂ। ਲੇਕਿਨ ਅਗਰ ਇੱਕ ਮਖਸੂਸ ਬੰਦੇ ਦੇ ਬਾਰੇ ਕੋਈ ਬੰਦਾ ਸਵਾਲ ਕਰੇ ਤੇ ਉਹਨੂੰ ਪਹਿਲਾਂ ਸਬੂਤ ਪੇਸ਼ ਕਰਨਾ ਪਏਗਾ ਕਿ ਵਾਕਿਅਤਨ ਇਹਨੇ ਹੀ ਸੈਯਦਨਾ ਹੁਸੈਨ ਨੂੰ ਸ਼ਹੀਦ ਕੀਤਾ। ਸਬੂਤ ਪੇਸ਼ ਕਰ ਦੇਗਾ ਤੇ ਇਹ ਜਿਹੜਾ ਵੀ ਸਬੂਤ ਪੇਸ਼ ਕਰ ਦੇਵੇ, ਲਿਆਵੇ ਸਬੂਤ, ਮੈਂ ਕਹਾਂਗਾ ਇਹ ਲਾਂਤੀ ਜਿਹਨੇ ਸੈਯਦਨਾ ਹੁਸੈਨ ਨੂੰ ਸ਼ਹੀਦ ਕੀਤਾ, ਨਬੀ ਦੇ ਨਵਾਸੇ ਨੂੰ ਸ਼ਹੀਦ ਕਰਨ ਵਾਲਾ। ਉਹਦੇ ਵਿੱਚ ਰਹਿਮਤ ਦੀ ਦੁਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਜੀ ਬਿਲਾਲ ਭਾਈ ਵਾਲੇकुम सलाम। जी जी देखा शो? अस्सलाम वालेकुम। वालेकुम सलाम जी। अच्छा, मैं कुछ अर्ज करना सीगा कि एक तो पहले लतीफा छोटा जिहा सुनाना सी कि मैनू ये गल भट्ट साहब ने की सी, कोई नासिर भट्ट साहब ने, कि तू यजीद ते लानत पा। और बहरीन विच ज़ाहिर बात जिहड़ा कि कुछ लोकां दा पुराना मामला है 1891 तो ਚੱਲਦਾ ਆ ਰਿਹਾ ਕਿ ਮੁਸਲਮਾਨਾਂ ਨੂੰ ਆਪਸ ਵਿੱਚ ਲੜਵਾਉਣਾ ਕਿਸੇ ਤਰੀਕੇ ਨਾਲ। ਤੇ ਉਹ ਬਹਿਰੀਨ ਭਾਈ ਨੂੰ ਮੇਰੇ ਕੋਲ ਭੇਜਿਆ ਵੀ ਉਹਨਾਂ ਨੂੰ ਇਸ ਵੀ ਸ਼ਾਇਦ ਹਦੀਸ ਹੈ ਬਾਪੀ, ਹਾਲਾਂਕਿ ਨਜ਼ਰੀਆ ਵੀ ਗਲਤ ਹੈ ਹਦੀਸਾਂ ਦੇ ਨਜ਼ਦੀਕ ਕਿ ਉਹ ਯਜ਼ੀਦ ਨੂੰ ਬਹੁਤ ਅੱਛਾ ਸਮਝਦੇ ਨੇ, ਗੱਲ ਗਲਤ ਹੈ। ਤੇ ਕਹਿੰਦਾ ਜੀ ਉਹਨਾਂ ਕਾ ਯਜ਼ੀਦ ਤੇ ਲਾਨਤ ਭੇਜ। ਮੈਂ ਕਿਹਾ ਮੈਂ ਯਜ਼ੀਦ ਤੇ ਲਾਨਤ ਭੇਜਾਂਗਾ, ਲੇਕਿਨ ਉਹ ਵੀ ਫਿਰ ਯਜ਼ੀਦ ਦੇ ਮਦਾਹ ਤੇ ਲਾਨਤ ਭੇਜਣਗੇ। ਸਗੋਂ ਬਾਦਸ਼ਾਹ ਮੈਨੂੰ ਆਂਦੇ ਕਿ ਤੂੰ ਪਹਿਲਾਂ ਮੇਰਾ ਨਾਮ ਦੱਸ। ਮੈਂ ਕਿਹਾ ਨਾਮ ਕਿਉਂ ਦੱਸਾਂ, ਤੁਸੀਂ ਮੁਤਲਕ ਲਾਨਤ ਭੇਜੋ। ਕਹਿੰਦਾ ਏਦਾਂ ਮੈਂ ਨਹੀਂ ਭੇਜਣੀ। ਮੈਂ ਕਿਹਾ ਇਹਦਾ ਮਤਲਬ ਹੈ ਕੋਈ ਹੈ ਯਜ਼ੀਦ ਦਾ ਮੁਦਾ ਜਿਹਨੂੰ ਤੁਸੀਂ ਮੁਹੱਬਤ ਕਰਦੇ ਹੋ? ਇਹ ਨਹੀਂ ਹੈ, ਤੁਸੀਂ ਮੇਰੇ ਨਾਲ ਚਾਲਬਾਜ਼ੀ ਖੇਡ ਰਹੇ। ਲਿਹਾਜ਼ਾ ਇਹਨਾਂ ਨੂੰ ਆਪਣੇ ਘਰ ਦਾ ਵੀ ਖਬਰ ਪੂਰੀ ਤਰੀਕੇ ਨਾਲ ਨਹੀਂ ਹੈ। ਦੂਸਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਲਾਮਾ ਸਾਹਿਬ ਨੇ ਬਿਲਕੁਲ ਗੱਲ ਕੀਤੀ, ਲੇਕਿਨ ਮੈਂ ਇਹਦੇ ਵਿੱਚ ਇਖਤਲਾਫ ਇਹਨਾਂ ਨਾਲ ਇਹ ਕਰਾਂਗਾ ਕਿ ਜਿਹੜਾ ਵਾਕਿਆ ਕਰਬਲਾ ਹੈ ਇਹ ਤਾਰੀਖੀ ਅੱਗੇ ਚਲੋ ਤੂੰ ਉਹਦੇ ਤੇ ਆਓ ਜਿਹੜਾ ਪਿੱਛੇ ਹੋ ਗਿਆ, ਛੱਡ ਦਿਓ ਉਸ ਗੱਲ ਨੂੰ। ਯਾਰ ਮੈਂ ਪਿਛਲਾ ਨਹੀਂ ਸੁਣਿਆ, ਮੈਂ ਸਿਰਫ ਥੋੜੀ ਜਿਹੀ ਗੱਲ ਕਰਨੀ ਸੀ। ਨਹੀਂ ਜਿੰਦੇ ਮੌਕਾ ਤੇ ਕਰ ਲੈਣ। ਮੈਂ ਨਹੀਂ ਸੁਣੀ ਨਾ ਤੁਹਾਡੀ ਗੁਫ਼ਤਗੂ, ਲੇਕਿਨ ਜਿਹੜੀ ਤੁਸੀਂ ਸੁਣਾਈ ਹੈ ਉਹ ਬਿਹਤਰੀਨ ਹੈ। ਟਵਾਣਾ ਸਾਹਿਬ ਵਾਲੀ
ਮੈਂ ਹੁਣੇ ਗੱਲ ਸੁਣੀ ਹੈ ਤੇ ਬੜੀ बेहतरीन ਗੱਲ ਹੋ ਗਈ ਹੈ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਯਜ਼ੀਦ ਤੇ ਲਾਨਤ ਭੇਜਣ ਤੇ ਮਨਾ ਕੀਤਾ ਤੇ ਇਹ ਕਿਸ ਮੂੰਹ ਨਾਲ ਕਹਿੰਦੇ ਨੇ ਕੋਈ ਤਾਂ ਲਾਨਤ ਪਾਓ। ਸਿਰਫ ਇਹਨਾਂ ਦਾ ਮਕਸਦ ਇਹ ਹੈ ਕਿ ਕੁਝ ਐਸੇ ਲੋਕ ਜਿਨ੍ਹਾਂ ਦਾ ਅਸੂਲ ਹੈ ਉਹ ਮੁਹੱਦਿਸੀਨ ਦੇ ਨਜ਼ਦੀਕ ਕਿ ਅਸੀਂ ਨਾ ਕਿਸੇ ਦਾ ਨਾਮ ਲੈ ਕੇ ਲਾਨਤ ਪਾਉਂਦੇ ਹਾਂ ਤੇ ਅਸੀਂ ਵਿੱਚ ਜਦੋਂ ਇੱਕ ਮੌਕਾ ਇਖਤਿਆਰ ਕਰਨਗੇ ਤੇ ਅਸੀਂ ਫਿਰ ਦੂਸਰੇ ਗਰੋਹ ਨੂੰ ਭੜਕਾਵਾਂਗੇ। ਸਿਰਫ ਇੰਤਸ਼ਾਰ ਪੈਦਾ ਕਰਨਾ ਮਕਸਦ ਹੈ, ਹੋਰ ਕੀ ਮਕਸਦ ਇਹਨਾਂ ਲੋਕਾਂ ਦਾ? ਸਿਰਫ ਇਹ ਕਿ ਮੁਸਲਮਾਨਾਂ ਨੂੰ ਆਪਸ 'ਚ ਲੜਾਈ ਹੈ। ਹਾਲਾਂਕਿ ਦੋਵੇਂ ਮੌਕਫ ਆਪਣੀ ਜਗ੍ਹਾ ਤੇ ਦੋਵੇਂ ਕਿਸਮ ਦੇ ਇਸ਼ਤਿਹਾਦ ਦਰੁਸਤ ਨੇ। ਲੇਕਿਨ ਮੈਂ ਗੱਲ ਇਹ ਕਰਨਾ ਚਾਹ ਰਿਹਾ ਸੀ ਕਿ ਇਹ ਜਿਹੜਾ ਵਾਕਿਆ ਹੈ ਕਰਬਲਾ ਦਾ ਜਾਂ ਇਮਾਮ ਹੁਸੈਨ ਅਲੈਹਿ ਸਲਾਮ ਦੇ ਸ਼ਹਾਦਤ ਦਾ, ਇਹ ਮੇਰੇ ਨਜ਼ਦੀਕ ਇਹ ਸਿਰਫ ਤਾਰੀਖੀ ਵਾਕਿਆ ਨਹੀਂ, ਕਿਉਂਕਿ ਤਾਰੀਖ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਤਾਰੀਖ ਦੇ ਵਿੱਚ ਬਹੁਤ ਸਾਰੇ ਵਾਕਿਆ ਨੇ ਜਿਹੜੇ ਜ਼ਈਫ ਨੇ, ਝੂਠੇ ਨੇ, ਮਨ ਘੜਤ ਨੇ, ਉਹ ਕਾਬਲੇ ਬਿਆਨ ਨਹੀਂ ਹੈ। ਲੇਕਿਨ ਇਹ ਹਦੀਸ ਦੇ ਇਤਬਾਰ ਦੇ ਨਾਲ ਵੀ ਇਹ ਵਾਕਿਆ ਮੌਜੂਦ ਹੈ। ਉਬੈਦੁल्लाह इब्न ज़ियाद हो गया, हज्जाज बिन यूसुफ हो गया, दूसरे जितने भी ਜ਼ਾਲਮ ਲੋਕ ਸਨ, ਜਾਂ ਉਬੈਦੁल्लाह इब्न ज़ियाद ਨੂੰ ਉੱਥੇ ਕੂਫਾ ਦਾ ਗਵਰਨਰ ਮੁਕਰਰ ਕਰਨਾ, ਫਿਰ ਇਮਾਮ ਹੁਸੈਨ ਦੇ ਚਿਹਰੇ ਤੇ ਉਸ ਲਾਨਤੀ ਇਨਸਾਨ ਦਾ ਛੜੀ ਮਾਰਨਾ, ਫਿਰ ਉਹਦੀ ਮੌਤ ਦਾ ਵਾਕਿਆ, ਇਹ ਵੀ ਮਹਾਦੀਸ ਦੇ ਵਿੱਚ ਮੌਜੂਦ ਹੈ। ਔਰ ਦੂਸਰੀ ਗੱਲ ਜਿਹੜੀ ਮੁਹੱਦਿਸੀਨ ਦੇ ਨਜ਼ਦੀਕ ਯਜ਼ੀਦ ਜਿਹੜਾ ਹੈ ਇਹ ਇਮਾਮ ਹੁਸੈਨ ਅਲੈਹਿ ਸਲਾਮ ਦੀ ਸ਼ਹਾਦਤ ਤੋਂ ਬਰੀ ਨਹੀਂ ਹੈ, ਉਹਨਾਂ ਦੀ ਸ਼ਹਾਦਤ ਦੇ ਜ਼ਿੰਮੇਦਾਰ ਹੋਣ ਤੋਂ ਬਰੀ ਨਹੀਂ ਹੈ। ਇਹ ਸਾਡੇ ਜਿਹੜੇ ਵੱਡੇ ਮੁਹੱਦਿਸੀਨ ਨੇ, ਇਮਾਮ ਮਾਲਿਕ, ਇਮਾਮ ਹਜਰ ਇਬਨ ਇਸਕਲਾਨੀ, ਇਮਾਮ ज़हबी, इब्न तैमिया रहमहुल्लाह ताला, फिर ਜਿਹੜੇ ਦੂਸਰੇ ਕਾਜ਼ੀ ਸ਼ੌਕਾਨੀ, ਸਾਡੇ ਜਿਹੜੇ ਮੁਹੰਮਦ ਹੁਸੈਨ ਬਟਾਲਵੀ ਰਹਿਮਹੁल्लाह ਤਾਲਾ, ਫਿਰ ਸਾਡੇ ਜਿਹੜੇ ਕੀ ਨਾਮ ਹੈ ਉਹਨਾਂ ਦਾ, ਮੇਰੇ ਜ਼ਿਹਨ ਚ ਨਾਮ ਨਿਕਲ ਗਿਆ, ਜਿਹੜੇ ਬੜੇ ਸਾਰੇ ਮੁਹੱਦਿਸੀਨ ਨੇ ਜਿਨ੍ਹਾਂ ਨੂੰ ਅਸੀਂ ਮੁਹੱਦਿਸੀਨ ਮੰਨਦੇ ਹਾਂ ਕਿ ਇਹ ਉਹ ਲੋਕ ਨੇ, ਇਮਾਮ ਅਹਮਦ ਬਿਨ ਹੰਬਲ, ਉਹਨਾਂ ਦੇ ਬੇਟੇ, ਜਿਤਨੇ ਵੀ ਸਾਰਿਆਂ ਨੇ, ਸਿਰਫ ਇਹ ਇਖਤਲਾਫ ਹੈ ਕਿ ਡਾਇਰੈਕਟ ਹੁਕਮ ਦੀ ਕੋਈ ਰਵਾਇਤ ਮੌਜੂਦ ਨਹੀਂ ਹੈ, ਲੇਕਿਨ ਉਹਨੂੰ ਬਰੀ ਕੋਈ ਨਹੀਂ ਕੀਤਾ ਇਸ ਚੀਜ਼ ਤੋਂ। ਤੇ ਲਿਹਾਜ਼ਾ ਅਸੀਂ ਤੇ ਇਹ ਕਹਿੰਦੇ ਹਾਂ ਕਿ ਠੀਕ ਹੈ ਕਿ ਕਿਸੇ ਇਨਸਾਨ ਨੂੰ ਅਸੀਂ ਬਰੀ ਨਹੀਂ ਕਰਦੇ, ਲੇਕਿਨ ਅਗਰ ਕਿਸੇ ਦਾ ਇਹ ਮੌਕਫ ਹੈ ਕਿ ਡਾਇਰੈਕਟ ਨਾਮ ਨਹੀਂ ਲੈਣਾ, ਵੈਸੇ ਲਾਨਤ ਭੇਜਣੀ ਹੈ, ਤੇ ਬਿਲਕੁਲ ਇਹ ਮੌਕਫ ਦਰੁਸਤ ਹੈ, ਉਹਦੇ ਵਿੱਚ ਕੋਈ ਐਸੀ ਵੈਸੀ ਬਾਤ ਵੀ ਨਹੀਂ ਹੈ ਜੀ। ਕਰੋ ਗੱਲ ਇਹ ਹੈ ਕਿ ਜਿਹੜੀ ਗੱਲ ਸਹੀ ਸਨਦ ਨਾਲ ਸਾਬਤ ਹੋ ਜੇ ਨਾ, ਉਹਨੂੰ ਮੰਨ ਲੈਣਾ ਚਾਹੀਦਾ ਹੈ, ਫਿਰ ਉਹਦੇ ਤੇ ਜ਼ਿੱਦ ਨਹੀਂ ਕਰਨੀ ਚਾਹੀਦੀ। ਤੇ ਜਿਹੜੀ ਗੱਲ ਸਹੀ ਸਨਦ ਨਾਲ ਨਾ ਸਾਬਤ ਹੋਵੇ, ਅਗਰ ਉਹ ਹਰ ਗੱਲ ਮੰਨੀ ਜਾਓਗੇ ਤੇ ਦੀਨ ਜਿਹੜਾ ਉਹ ਕੱਖ ਵੀ ਨਹੀਂ ਰਹਿਣ ਲੱਗਾ। ਅਬਦੁੱਲਾ ਬਿਨ ਮੁਬਾਰਕ ਰਹਿਮਹੁल्लाह ਨੇ ਕਿਹਾ ਸੀ ਕਿ ਸਨਦ ਦੀਨ ਹੈ, ਅਗਰ ਸਨਦ ਨਾ ਹੁੰਦੀ ਤੇ ਜੋ ਕਿਸੇ ਦਾ ਦਿਲ ਕਰਦਾ ਉਹ ਦੀਨ ਵਿੱਚ ਆਪਣੀ ਮਰਜ਼ੀ ਨਾਲ ਐਡ ਅਪ ਕਰੀ ਜਾਂਦਾ। ਅਗਰ ਕੋਈ ਬੰਦਾ ਸਹੀ ਸਨਦ ਨਾਲ ਇਹ ਸਬੂਤ ਦੇ ਦੇਵੇ ਕਿ ਇਹ ਫਲਾਂ ਬੰਦਾ ਇਹਨੇ ਨਬੀ ਦੇ ਨਵਾਸੇ ਨੂੰ ਸ਼ਹੀਦ ਕੀਤਾ ਜਾਂ ਕਰਵਾਇਆ, ਤੇ ਅਸੀਂ ਉਹਨੂੰ ਲਾਂਤੀ ਬਾਈ ਨੇਮ ਕਹਾਂਗੇ। ਕਿਉਂ? ਸਾਨੂੰ ਕੋਈ ਮਤਲਬ ਹੈ ਕਿ ਇਹਦਾ ਕਹਿਣ ਲੱਗਿਆ ਕੋਈ ਸਾਡੇ ਅਮਾਲ ਸੜ ਚੱਲੇ ਨੇ। ਜਿਹੜਾ ਨਬੀ ਦੇ ਨਵਾਸੇ ਦਾ ਕਾਤਲ ਹੈ, ਡਾਇਰੈਕਟ ਜਾਂ ਇਨਡਾਇਰੈਕਟ, ਉਹ ਲਾਂਤੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਕਿਸੇ ਮਖਸੂਸ ਬੰਦੇ ਵਾਸਤੇ ਅਗਰ ਕੋਈ ਫੈਸਲਾ ਕਰਨਾ ਹੋਵੇ ਤਾਂ ਉਹਨੂੰ ਸਹੀ ਸਨਦ ਨਾਲ ਸਾਬਤ ਕਰਨਾ ਪਵੇਗਾ ਪਹਿਲੇ ਕਿ ਇਸ ਬੰਦੇ ਦਾ ਇਹ ਦੇਖ ਲਓ ਕਸੂਰ ਸਬੂਤ ਹਦੀਸ ਦੇ ਵਿੱਚ ਮੌਜੂਦ ਹੈ ਕਿ ਇਹਨੇ ਆਰਡਰ ਦਿੱਤਾ ਜਾਂ ਇਹਨੇ ਇਹ ਹੁਕਮ ਦਿੱਤਾ ਕਿ ਤੁਸੀਂ ਜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿਓ, ਜਾਂ ਇਹਨੇ ਸ਼ਹੀਦ ਕਰਵਾਇਆ ਜਾਂ ਆਪ ਅਮਲੀ ਤੌਰ ਤੇ ਵਿੱਚ ਫਿਜ਼ੀਕਲੀ ਪਾਰਟਿਸਿਪੇਟ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਨਬੀ ਦੇ ਨਵਾਸੇ ਦੇ ਬਾਰੇ ਪੂਰੀ ਉਮਤ ਦਾ ਇਜਮਾ ਹੈ। ਉਮਤ ਪੂਰੀ ਜਿਹੜੀ ਹੈ ਨਬੀ ਦੇ ਨਵਾਸੇ ਨੂੰ ਤੇ ਮਜ਼ਲੂਮ ਹੀ ਸਮਝਦੀ ਹੈ। ਉਹਨਾਂ ਦਾ ਕਸੂਰ ਕੋਈ ਵੀ ਨਹੀਂ ਮੰਨਦਾ ਕਿ ਉਹਨਾਂ ਦਾ ਕੋਈ ਕਸੂਰ ਇਹਦੇ ਵਿੱਚ, ਨਾ ਉਹਨਾਂ ਨੇ ਕੋਈ ਬਗਾਵਤ ਕੀਤੀ, ਨਾ ਉਹਨਾਂ ਕਿਸੇ ਨਾਲ ਕੋਈ ਜ਼ੁਲਮ ਜ਼ਿਆਦਤੀ ਕੀਤੀ। ਉਹਨਾਂ ਨੇ ਤਾਂ ਬੇਕਸੂਰ ਸ਼ਹੀਦ ਕੀਤਾ ਸਿਰਫ ਔਰ ਸਿਰਫ ਆਪਣੇ ਦੁਨਿਆਵੀ ਅਗਰਾਜ਼ ਮਕਸਦ ਵਾਸਤੇ, ਆਪਣੀਆਂ ਦੁਨਿਆਵੀ ਐਂਬੀਸ਼ਨਸ ਵਾਸਤੇ। ਅਸੀਂ ਤਾਂ ਉਹਨਾਂ ਨੂੰ ਲਾਨਤ ਹੀ ਸਮਝਦੇ ਜਿਹੜੇ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਨੇ। ਬਸ ਇੰਨੀ ਗੱਲ ਹੈ ਕਿ ਉਹ ਜਿਸ ਤਰ੍ਹਾਂ ਮਿਰਜ਼ਾ ਕਾਦੀਆਨੀ ਨੇ ਲਿਖਿਆ, ਗੱਲ ਉਹਨੇ ਸਹੀ ਲਿਖੀ, ਗਲਤ ਨਹੀਂ ਲਿਖੀ। ਗੱਲ ਸਹੀ ਇੰਝ ਹੀ ਹੈ ਕਿ ਬਹੁਤ ਸਾਰੀਆਂ ਤਾਰੀਖ ਦੇ ਵਿੱਚ ਚੀਜ਼ਾਂ ਐਸੀਆਂ ਨੇ ਕਿ ਆਇਮਾ ਮੁਹੱਦਿਸੀਨ ਇਹੋ ਜਿਹੀਆਂ ਚੀਜ਼ਾਂ ਲੈਣ ਲੱਗਿਆਂ ਇੰਨਾ ਕੁ ਪੁਣ ਛਾਣ ਕਰਦੇ ਸਨ ਕਿ ਇਹ ਜਿਹੜਾ ਬੰਦਾ ਹੈ ਰਵਾਇਤ ਪੇਸ਼ ਕਰਨ ਵਾਲਾ, ਇਹਦਾ ਝੁਕਾਓ ਕਿਹੜੇ ਪਾਸੇ ਵੇ, ਕਿਉਂਕਿ ਇਹ ਬੁਨਿਆਦੀ ਦੋ ਗਰੋਹ ਬਣ ਗਏ ਸਨ ਮੁਸਲਮਾਨਾਂ ਦੇ ਵਿੱਚ। ਤੇ ਕਿਆ ਐਸਾ ਤਾਂ ਨਹੀਂ ਕਿ ਬੰਦਾ ਜਿਹੜਾ ਸਾਨੂੰ ਰਵਾਇਤ ਪੇ ਪੇਸ਼ ਕਰਦਾ ਹੈ ਇਹ ਆਪਣੇ ਜ਼ਾਤੀ ਬੁਗਜ਼ ਜਾਂ ਐਕਸਟਰਾ ਫੇਵਰ ਦੇ ਰਿਹਾ ਕਿਸੇ ਨੂੰ, ਤੇ ਇਸ ਗੱਲ ਇਸ ਤਰ੍ਹਾਂ ਦੀ ਗੱਲ ਬਿਆਨ ਕਰਦਾ। ਤੇ ਉਹ ਬਹੁਤ ਇhtiyat ਦੀ ਜ਼ਰੂਰਤ ਹੈ, ਕਿਉਂਕਿ ਇੱਕ ਲੋਕਾਂ ਦੇ ਜਜ਼ਬਾਤ ਜੁੜੇ ਨੇ ਇਹਦੇ ਨਾਲ। ਤੇ ਖਾਮਖਾ ਕਿਸੇ ਨੂੰ ਲਾਨਤ ਮਰਨ ਵਾਲੇ ਨੂੰ ਕਰਨਾ ਨਹੀਂ ਚਾਹੀਦਾ। ਤੇ ਜਿਹੜਾ ਇਹੋ ਜਿਹਾ ਜ਼ਾਲਮ ਹੋਵੇ ਉਹਦੇ ਮਤਲਬ ਕੋਈ ਇhtiyat ਜਾਂ ਉਹਦੇ ਨਾਲ ਕੋਈ ਐਡੀ
ਪਿਆਰ ਮੁਹੱਬਤ ਦੀ ਸਾਨੂੰ ਲੋੜ ਕੋਈ ਨਹੀਂ। ਦੋਵਾਂ ਦੇ ਦਰਮਿਆਨ बीच ਜਿਹੜਾ ਰਸਤਾ ਹੈ ਤਦਾਲ ਦਾ ਇਹੀ ਰਸਤਾ। ਤੇ ਹੁਣ ਉਹ ਟਵਾਣਾ ਸਾਹਿਬ ਦੀ ਅਸਲ ਪ੍ਰੋਬਲਮ ਇਹ ਬਣ ਗਈ ਹੈ ਕਿ ਟਵਾਣਾ ਸਾਹਿਬ ਨੂੰ ਉਹਨਾਂ ਦੇ ਮਿਰਜ਼ਾ ਜੀ ਕਹਿ ਗਏ ਨੇ ਕਿ ਯਜ਼ੀਦ ਤੇ ਲਾਨਤ ਨਹੀਂ ਪਾਣੀ ਚਾਹੀਦੀ। ਦੇਖੋ ਕਈ ਗੱਲਾਂ ਨੇ ਰਵਾਇਤਾਂ ਵਿੱਚ ਆਉਂਦੀਆਂ ਨੇ ਤੇ ਉਹਦੇ ਤੇ ਲਾਨਤ ਪਾਉਣ ਦੀ ਬਜਾਏ ਆਪਣੇ ਨਫਸ ਦਾ ਫਿਸਕ ਜਿਹੜਾ ਉਹਦੇ ਤੋਂ ਡਰਨਾ ਚਾਹੀਦਾ ਹੈ, ਆਪਣੀ ਸਲਾਹ ਕਰਨੀ ਚਾਹੀਦੀ, ਉਹ ਲਾਨਤ ਦੇ ਇਲਤਫਾਤ ਉਹਦੇ ਵੱਲ ਨਹੀਂ ਕਰਨੀ ਚਾਹੀਦੀ। ਠੀਕ, ਹੁਣ ਸਭ ਤੋਂ ਪਹਿਲਾਂ ਤਾਂ ਟਵਾਣਾ ਸਾਹਿਬ ਨੂੰ ਮਿਰਜ਼ਾ ਸਾਹਿਬ ਤੇ ਲਾਨਤ ਪਾਣੀ ਪੈਣੀ ਹੈ, ਵਰਨਾ ਹੁਣ ਟਵਾਣਾ ਸਾਹਿਬ ਨੇ ਟਿਕਟਾਕ ਤੇ ਮੈਨੂੰ ਤੇ ਜਿੱਥੇ ਵੀ ਲੱਭਣਾ ਤੇ ਮੈਂ ਤੇ ਟਵਾਣਾ ਸਾਹਿਬ ਨੂੰ ਜਾਣ ਨਹੀਂ ਨਾ ਦੇਣਾ। ਥੱਲੇ ਮੈਨੂੰ ਇਹਨਾਂ ਨੇ ਨਜ਼ਰੀ ਆਉਣਾ ਤੇ ਮੈਂ ਆਵਾਜ਼ਾਂ ਮਾਰਨ ਸ਼ੁਰੂ ਹੋ ਜਾਣਾ, ਉਹ ਆ ਗਏ ਟਵਾਣਾ ਸਾਹਿਬ, ਉਹ ਆ ਗਏ ਟਵਾਣਾ ਸਾਹਿਬ। ਤੇ ਕੋਈ ਨਹੀਂ ਗੱਲ, ਅੱਜ ਉਹ ਪਹਿਲੀ ਵਾਰੀ ਗੱਲ ਹੋਈ ਉਹਨਾਂ ਨਾਲ ਤੇ ਇਨਸ਼ਾਅੱਲਾ ਆਉਣਗੇ ਫੇਰ ਹੀ। ਉਹ ਕਹਿੰਦੇ ਨੇ ਮੈਂ ਤਹਿਕੀਕ ਕਰਕੇ ਆਉਣਾ, ਮੈਂ ਜਾਣਨਾ, ਮੈਂ ਪੜ੍ਹ ਕੇ ਆਉਣਾ। ਮੁਸੀਬਤ ਇਹਨਾਂ ਦੀ ਇਹ ਵੇ ਵੀ ਇੱਕ ਤੇ ਅਨਪੜ੍ਹ ਨੇ ਤੇ ਦੂਜਾ ਇਹ ਕੋਸ਼ਿਸ਼ ਨਹੀਂ ਕਰਦੇ ਨਾ, ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ। ਜੇ ਕੋਈ ਕਿਤਾਬਾਂ 4 ਪੜ੍ਹ ਲੈਣ ਤੇ ਫਿਰ ਇਹਨਾਂ ਨੂੰ ਇਹ ਕਹਿਣ ਦੀ ਜ਼ਰੂਰਤ ਨਾ ਪੇਸ਼ ਆਵੇ ਕਿ ਅਸੀਂ ਹਵਾਲਾ ਚੈੱਕ ਕਰਨੇ ਆ। ਹਵਾਲਾ ਤੇ ਇੱਥੇ 1 ਮਿੰਟ 'ਚ ਚੈੱਕ ਹੋ ਜਾਂਦਾ ਨਾ, ਜਦੋਂ ਕਿਸੇ ਬੰਦੇ ਦੀ ਨੀਅਤ ਸਹੀ ਹੋਵੇ। ਜਿਹੜਾ ਮੋਬਾਈਲ ਮੇਰੇ ਵਿੱਚ ਨੈਟਵਰਕ ਉਹੀ ਤੁਹਾਡੇ ਵਿੱਚ, ਜਿਹੜਾ ਗੂਗਲ ਮੇਰੇ ਕੋਲੇ ਉਹੀ ਗੂਗਲ ਤੁਹਾਡੇ ਕੋਲੇ। ਗੂਗਲ ਖੋਲੋ, ਉਹਦੇ ਤੇ ਉਹਨਾਂ ਦੀ ਵੈਬਸਾਈਟ ਖੋਲੋ, ਉੱਥੇ ਮਕਤੂਬਾਤ ਮਿਰਜ਼ਾ ਕਾਦੀਆਨੀ ਦੇ ਜਿਹੜੀਆਂ ਕਿਤਾਬਾਂ ਨੇ ਉਹਦੇ ਵਿੱਚ ਜਾਓ, ਮਕਤੂਬਾਤ 'ਚ ਜਾ ਕੇ ਸਫਾ ਖੋਲੋ, ਆਪਣੀ ਅੱਖਾਂ ਨਾਲ ਪੜ੍ਹ ਲਓ। ਮੈਂ ਕੋਈ ਆਪ ਤੇ ਨਹੀਂ ਹਵਾਲਾ ਕੱਢ ਕੇ ਬੁਲਾ ਲਿਆ। ਅਗਰ ਹਵਾਲਾ ਨਾ ਹੋਵੇ ਤੁਸੀਂ ਇੱਥੇ ਹੀ ਆਖੋ ਵੀ ਮੈਂ ਚੈੱਕ ਪਿਆ ਕਰਨਾ ਤੇ ਹਵਾਲਾ ਨਹੀਂ ਹੈ, ਕੱਢ ਕੇ ਦੇ ਮੈਨੂੰ ਹਵਾਲਾ। ਤੇ ਜੇ ਤੁਹਾਡੇ ਅੰਦਰ ਵੈਸੇ ਹੀ ਕੋਈ ਬਿਮਾਰੀ ਹੋ ਰਹੀ ਤੇ ਗੱਲ ਤੁਸੀਂ ਕੋਈ ਹੋਰ ਕਰਨ ਆਏ ਹੋ ਤੇ ਫਿਰ ਅੱਲਾ ਤੋਂ ਡਰੋ। ਮਹੀਨਾ ਮਾਫੀਆਂ ਮੰਗਣ ਵਾਲਾ ਆ ਗਿਆ, ਜਾ ਕੇ ਰੱਬ ਕੋਲ ਮਾਫੀ ਮੰਗੋ ਆਪਣੇ ਨਫਸ ਦੀਆਂ ਸ਼ਰਾਰਤਾਂ ਦੀਆਂ ਤੇ ਬੰਦੇ ਬਣੋ। ਤੁਸਾਂ ਰਲ ਕੇ ਤੇ ਮਿਰਜ਼ਾਈਆਂ ਨੂੰ ਸਾਡੇ ਇੱਥੋਂ ਬਚਾ ਨਹੀਂ ਲੈਣਾ, ਅਸੀਂ ਉਹਨਾਂ ਨੂੰ ਕੋਈ ਖਾ ਨਹੀਂ ਜਾਣਾ। ਸਾਡੇ ਕੋਈ ਇਖਤਿਆਰ 'ਚ ਨਹੀਂ ਕਿ ਅਸੀਂ ਉਹਨਾਂ ਨੂੰ ਮੂੰਹ 'ਚ ਪਾ ਛੜੀਏ। ਇੱਕ ਦਲੀਲ ਦੀ ਗੱਲ ਹੈ, ਜਿਹਦੇ ਕੋਲ ਦਲੀਲ ਹੈ, ਦਲੀਲ ਨਾਲ ਹੀ ਬੰਦਾ ਜ਼ਿੰਦਾ ਹੈ ਤੇ ਦਲੀਲ ਨਾਲ ਹੀ ਬੰਦਾ ਮਰਦਾ। ਜੇ ਉਹਨਾਂ ਕੋਲੇ ਦਲੀਲ ਹੋਏਗੀ ਤੇ ਲੋਕੀ ਉਹਨਾਂ ਦੀ ਦਲੀਲ ਨੂੰ ਪਸੰਦ ਕਰਨਗੇ ਤੇ ਉਹਨਾਂ ਨੂੰ। ਇੱਥੇ ਕਈ ਗਰੁੱਪਸ ਨੇ ਟਿਕਟਾਕ ਦੇ ਉੱਤੇ, ਕੋਈ ਸਿਰਫ ਖਤਮੇ ਨਬੂਵਤ ਦੇ ਮੁਜਾਹਿਦ ਨਹੀਂ, ਕੋਈ ਇੱਥੇ ਮੁਲਹਿਦ ਵੀ ਨੇ, ਇੱਥੇ ਕੁਰਾਨਿਸਟ ਵੀ ਨੇ, ਇੱਥੇ ਮੁਨਕਰੀਨ ਹਦੀਸ ਵੀ ਆਉਂਦੇ ਨੇ, ਇੱਥੇ ਸਿੱਖਾਂ ਦੇ ਵੀ ਮੁੰਡੇ ਲੱਗੇ ਫਿਰਦੇ ਨੇ, ਹੋਰ ਵੀ ਕਈ ਗਰੁੱਪਸ ਲੱਗੇ ਆਉਂਦੇ ਨੇ। ਲੋਕੀ ਦੇਖਦੇ ਨੇ ਇਹਨਾਂ ਨੂੰ, ਵੱਲਾ ਉਹ ਇਹਨਾਂ ਤੇ ਹੱਸਦੇ ਨੇ, ਆਉਂਦੇ ਨੇ ਕੀ ਨੇ ਇਹ ਮਿਰਜ਼ਾਈਆਂ ਦੀ ਕੀ ਸੋਚ ਹੈ। ਕਈ ਬੰਦੇ ਇਹਨਾਂ ਵਾਸਤੇ ਇਹਨਾਂ ਨਰਮ ਗੋਸ਼ਾ ਰੱਖਦੇ ਸਨ ਕਿ ਉਹ ਇਹਨਾਂ ਨੂੰ ਅਹਿਮਦੀ ਤੋਂ ਵੱਧ ਲਫ਼ਜ਼ ਨਹੀਂ ਸਨ ਬੋਲਣ ਦਿੰਦੇ। ਇਹਨਾਂ ਨੂੰ ਕਾਦੀਆਨੀ ਵੀ ਨਾ ਆਖੋ, ਇਹਨਾਂ ਦਾ ਦਿਲ ਦੁਖਦਾ, ਇਹਨਾਂ ਨੂੰ ਮਿਰਜ਼ਾਈ ਵੀ ਨਾ ਆਖੋ, ਇਹਨਾਂ ਦਾ ਦਿਲ ਦੁਖਦਾ। ਜਦੋਂ ਇਹਨਾਂ ਨੇ ਆਪ ਹਰਕਤਾਂ ਇਹੋ ਜਿਹੀਆਂ ਕੀਤੀਆਂ ਨੇ ਤੇ ਲੋਕਾਂ ਨੇ ਵੇਖ ਕੇ ਤੇ ਇਹਨਾਂ ਤੋਂ ਬਰਾਤ ਦਾ ਐਲਾਨ ਕਰਨਾ ਸ਼ੁਰੂ ਕਰਤਾ ਵੀ ਇਹ ਤਾਂ ਬੜੀ ਗੰਦੀ ਕਮਿਊਨਿਟੀ ਹੈ, ਇਹਨਾਂ ਨਾਲ ਤੇ ਕੋਈ ਹਮਦਰਦੀ ਪਿਆਰ ਵਾਲੀ ਗੱਲ ਹੀ ਕੋਈ ਨਹੀਂ, ਤਾਂ ਕਿਸੇ ਨੂੰ ਬਖਸ਼ਦੇ ਹੀ ਨਹੀਂ ਹਨ। ਇਹ ਸਿਰਫ ਔਰ ਸਿਰਫ ਉਹਨੂੰ ਮਾਫੀ ਦਿੰਦੇ ਨੇ ਜਿਹੜਾ ਇਹਨਾਂ ਦੇ ਨਾਲ ਰਲ ਕੇ ਤੇ ਇਹਨਾਂ ਨੂੰ ਮੰਨੇ, ਇਹਨਾਂ ਦੇ ਅਕਾਇਦ ਨਜ਼ਰੀਆਤ। ਹੋਰ ਇਹ ਸਭ ਵਾਸਤੇ ਬਸ਼ੀਰੁद्दीन महमूद अहमद ने लिखे है कि सारी दुनिया ਨੂੰ ਤੁਸੀਂ ਆਪਣਾ ਦੁਸ਼ਮਣ ਸਮਝੋ। ਮਲਕ ਇਮਰਾਨ ਜੇ ਗੱਲ ਕਰਨੀ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਮਾਈਕ ਮਿਊਟ ਕਰ ਲੈ। ਜਿਸ ਵੇਲੇ ਬਸ਼ੀਰੁद्दीन महमूद अहमद ਨੂੰ ਜੀਡੀ ਖੋਸਲਾ ਨੇ ਗੱਲ ਪੁੱਛੀ ਨਾ ਬਈ ਤੂੰ ਇਹ ਗੱਲ ਆਖੀ ਹੈ ਕਿ ਸਾਰੀ ਦੁਨੀਆ ਨੂੰ ਆਪਣਾ ਦੁਸ਼ਮਣ ਸਮਝੋ, फिर ਉਹਦੀਆਂ ਤਵੀਲਾਂ ਕਰਨ ਲੱਗ ਪਿਆ। नहीं मेरा मतलब इंज नहीं सी, इंज नहीं सी, दुश्मन का मतलब दुश्मन नहीं है, दोस्त का मतलब दोस्त नहीं है, लानत का मतलब लानत नहीं है, रात का मतलब रात नहीं है, दिन का मतलब दिन नहीं। फिर ਇਹ ਤਵੀਲਾਂ ਕਰਨ ਸ਼ੁਰੂ ਹੋ ਜਾਂਦੇ ਨੇ। ਇਹਨਾਂ ਦੀ ਬੁਨਿਆਦੀ ਤਾਲੀਮ ਹੈ ਵੇ ਕਿ ਇਹਨਾਂ ਹਰ ਬੰਦੇ ਨੂੰ ਆਪਣਾ ਦੁਸ਼ਮਣ ਸਮਝਦੇ ਨੇ। ਇਹਨਾਂ ਦੇ ਖਲੀਫਾ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਹਰ ਬੰਦੇ ਨੂੰ ਆਪਣਾ ਦੁਸ਼ਮਣ ਸਮਝੋ, तमाम ਦੁਨੀਆ ਨੂੰ। ਤੇ ਲੋਕੀ ਜਿਸ ਵੇਲੇ ਵੇਖਦੇ ਨੇ ਇਹਨਾਂ ਦਾ ਰਵੱਈਆ, ਇਹਨਾਂ ਦੀ ਦੁਸ਼ਮਣੀ, ਇਨਸਾਨ ਦੁਸ਼ਮਣੀ, ਤੇ ਲੋਕ ਆਪ ਪਿੱਛੇ ਭੇਟਦੇ ਨੇ। ਇਹਨਾਂ ਕੋਲ ਦਲੀਲ ਹੀ ਹੈ ਨਹੀਂ। ਟਿਕਟਾਕ ਜਾਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਨੀ ਹੈ ਤੇ ਉਹਨੇ ਜੀਵਣਾ ਹੈ ਤੇ ਉਹਨੇ ਤਰ ਕੇ ਪਾਰ ਲੰਘਣਾ ਹੈ ਜਿਹਦੇ ਕੋਲ ਦਲੀਲ ਹੈ। ਜਿਹਦੇ ਕੋਲ ਦਲੀਲ ਨਹੀਂ ਨਾ ਰਾਜਾ ਸਾਹਿਬ, ਉਹਨੇ ਟਵਾਣੇ ਹਾਰਨਾ, ਇੰਝ ਜੁੱਤੀਆਂ ਕੱਪੜੇ ਛੱਡ ਕੇ ਦੌੜਨਾ ਹੈ। ਮਾਨੀ ਗੱਲ ਜੇ ਨਹੀਂ ਲਾਮਾ ਸਾਹਿਬ, ਇੱਕ ਚੀਜ਼ ਹੈ ਕਿ ਅਗਰ ਇਹ ਲਾਨਤ ਮੈਨੂੰ ਤੇ ਮੇਰੇ ਤੇ ਮਾਰਾ ਲੈ ਲਓ ਤੇ ਨਹੀਂ ਗੱਲ ਹੈ,
ਅਗਰ ਲਾਨਤ ਕਰਨ ਤੋਂ ਮਨਾ ਕੀਤਾ ਤੇ ਫਿਰ ਉਹਨੂੰ ਯਜ਼ੀਦ ਪਲੀਤ ਕਾ ਤੋਂ ਲਿਖਿਆ ਉਹਦੀ ਕੀ ਵਜ੍ਹਾ ਯਾਰ ਅਗਰ ਇਸ ਦਾ ਲਾਨਤ ਨਹੀਂ ਕਰਨੀ ਤਾਂ ਫਿਰ ਪਲੀਤ ਵੀ ਨਹੀਂ ਕਰ ਸਕਦੇ ਨਾ ਤੁਸੀਂ ਉਹ ਜਿਸ ਵੇਲੇ ਉਹਦੀ ਜ਼ਰੂਰਤ ਪਈ ਉਸ ਵੇਲੇ ਉਹ ਲਿਖ ਲਿਆ, ਜਿਸ ਵੇਲੇ ਦੀ ਜ਼ਰੂਰਤ ਪਈ ਉਸ ਵੇਲੇ ਲਿਖ ਲਿਆ। ਮਿਰਜ਼ਾ ਕਾਦੀਆਨੀ ਦੀਆਂ ਇਬਾਰਾਤ ਵਿੱਚ ਤਜ਼ਾਦ ਹੈ। ਉਧਰ ਸਈਦਨਾ ਹੁਸੈਨ ਨੂੰ ਗਾਲਾਂ ਵੀ ਕੱਢੀਆਂ ਨੇ, ਉਧਰੋਂ ਸਈਦਨਾ ਹੁਸੈਨ ਦੀਆਂ ਸ਼ਾਨਾਂ ਵੀ ਬਿਆਨ ਕੀਤੀਆਂ ਨੇ। ਉਹ ਕਿਉਂ ਕੀਤੀਆਂ ਨੇ? ਜੋ ਉਹਦਾ ਜਵਾਬ ਹੈ ਉਹ ਇਹਦਾ ਜਵਾਬ ਹੈ। ਇਹ ਤੇ ਫਿਰ ਯਾਰ ਉਹ ਹੱਕ ਦੀ ਅੱਖ ਬਿਲਾਲ ਭਾਈ ਤਜ਼ਾਦ ਵਾਲੀ ਹੋ ਗੱਲ ਗਿਆ ਹੋ ਗਈ ਨਾ। ਉਹ ਸਾਡੇ ਸਾਹਿਬ ਸੁਣਾਉਂਦੇ ਹੁੰਦੇ ਆ ਵੀ ਕਿਸੇ ਨੇ ਆਖਿਆ ਕਿ ਜ਼ਿਆਉਲ ਹੱਕ ਨੂੰ ਵੀ ਤੁਹਾਡੀ ਅੱਖਾਂ ਹੇਮਾ ਮਾਲਨੀ ਵਰਗੀਆਂ ਨੇ। ਕਿਉਂਕਿ ਕਹਿੰਦਾ ਮੇਰਾ ਤਾਂ ਖਿਆਲ, ਦੂਜਾ ਬੰਦਾ ਕਹਿੰਦਾ ਕਿ ਮੇਰਾ ਤਾਂ ਖਿਆਲ ਉਹਦੇ ਦੋਵਾਂ ਦੀ ਅੱਖਾਂ ਆਪਸ ਚ ਇੱਕ ਦੂਜੇ ਦੇ ਅੱਗੀਆਂ ਨਹੀਂ ਆ, ਮਿਲ ਜੇ ਨਹੀਂ ਆ। ਮੇਰਾ ਖਿਆਲ ਤਾਂ ਤੇਰਾ ਸਾਹਿਬ ਇੱਕ ਪਾਸੇ ਗੱਲ ਐ ਵੇ ਕਿ ਉਹ ਤੇ ਮਿਰਜ਼ਾ ਸਾਹਿਬ ਦਾ ਤਜ਼ਾਦ ਹੋ ਗਿਆ ਨਾ, ਤਨਾਕੁਸ ਪੈਦਾ ਹੋ ਗਿਆ ਗੱਲਾਂ 'ਚ। ਲੇਕਿਨ ਜਿਹੜਾ ਅਸੂਲ ਕਾਇਮ ਕਰਨਾ ਹੈ ਉਹਦੇ ਵਾਸਤੇ ਤੇ ਭਾਈ ਅਸੀਂ ਦੂਸਰਾ ਹਵਾਲਾ ਨਹੀਂ ਨਾ ਕੱਢਣਾ। ਉਹਦੇ ਵਾਸਤੇ ਤੇ ਸਿੱਧੀ ਸਿੱਧੀ ਮੌਤ ਜਿਹੜੀ ਸਾਹਮਣੇ ਰੱਖ ਛੜੀ। ਇਹਨਾਂ ਚੋਂ ਹਰ ਬੰਦਾ ਆ ਕੇ ਦੇਖੋ ਇਹ ਕੰਮ 'ਚ ਫਸਦਾ ਹੈ। ਜਿਹੜੀ ਗੱਲ ਕਰਦਾ ਨਾ, ਜਿਹੜੀ ਗੱਲ ਕਰਦਾ ਇੱਥੋਂ ਹਵਾਲਾ। ਅੱਛਾ, ਇੱਕ ਉਹ ਆਂਦਾ ਮੁੰਡਾ ਨਾ, खास तौर पर तुम वेख्या होना कि आगे हमें पाकिस्तान में सलाम करने पे पाबंदी है, पाकिस्तान में नमाजें पढ़ने पे पाबंदी है, हमें छूत समझा जाता है। तो उधर पूछ लो ना कि यार वाकई पाकिस्तान में जो अहमदियों को सलाम करने से रोका जाता है, ये गलत है ना? हाँ हाँ गलत है, गैर इंसानी, जी गैर इंसानी। मिर्जा साहब का वाला सामने आ जाता है। यार बेचारे की करन, ये बेचारे का मतलब सीरियस गल है। इन्हां नूं पढ़िया पुढ़िया इन्हां ने है कोई नहीं लिटरेचर अपना, लेकिन इन्हां नूं ये नहीं पता और सीरियसली कि आज जो जो चीज गैर इंसानी समझते हैं ना, मिर्जा गुलाम अहमद ने बगैर अथॉरिटी, हाले अथॉरिटी नहीं सी ते इन्हां दे खलीफियां ने बगैर अथॉरिटी वो चीज कर छड़ी मुसलमानां नाल। जे अथॉरिटी होंदी ते पता नहीं इंप्लीमेंट भी करके विखादा, लेकिन उन्होंने लिख छड़ी एज अ थेरी। ते इन्हां नूं पता ही नहीं बेचारे नूं किस गल दा। सलाम लैन तो, खाना नाल खान तो हर शय च मना कीता होया। नहीं, अथॉरिटी की तो बात जो की है वो तो बड़ी खतरनाक है। मैं कभी कभी सोचता हूँ कि अल्लाह ताला ने जिसको जहाँ पे रखा हुआ है बिल्कुल ठीक रखा हुआ है। अथॉरिटी अगर मिलती तो वो तो उनकी बात मौजूद है ना मिर्जा बशीर बिन महमूद साहब की, कि हम फिर हिटलर और मुसोलिनी की तरह फिर इनके साथ रखते अपना जो भी इनका था मौकफ या अमल जो होता है इनका। हिटलर देखें, अगर आप मुसलमान अपने आप को कहते हैं और इस्लाम का मुद्दई होने का दावा रखते हैं, और आप मिसालें दें उन लोगों की कि जिनको खुद उनकी अपनी कम्युनिटी के लोग मानने को तैयार नहीं है। हिटलर और मुसोलिनी को कौन मानता है आज के दौर में? इवन आप कहीं पर भी जाए तो लोग तो ये भी, मुझे मैंने अगले दिन किसी को कहते सुना कि वो तो क्रिश्चियन भी नहीं था, वो तो था ही कुछ और। उन लोगों की मिसालें आप इम्प्लीमेंटेशन ऑफ इस्लाम करने के लिए लोगों को कह रहे हैं कि हम उसकी तरह बन के दिखाते हैं। तो फिर वो आप सोच लें कि अगर नमाज पढ़ने पे भी किसी को नमाज वो मजहबी उसका फैशिस्ट रूल पसंद था ना इसको, मतलब कोई ऑपोजिशन नहीं भाईजान, सिंगल रूल, कोई ऑपोजिशन नहीं, कोई नहीं, गस्तापो पुलिस हो तो वो अमल की। तो फिर बात ये है कि अथॉरिटी होती तो फिर तो ये होती। और फिर खालिद बिन वलीद रजी अल्लाह ताला अन्हु की मिसालें देकर लोगों को धमकाना और कादियान जाने पे पाबंदियां। बहरहाल इन लोगों का यही, और आज भी आप देख लें कि इनका रवैया जो मुसलमानों के साथ, आम मुसलमानों के साथ है, इतनी नफरत कभी क्रिश्चियन से भी नहीं देखी गई। ठीक है, कभी जो इवन जो जायनिस्ट नहीं है, जो प्योर जो ऑर्थोडॉक्स यहूदी हैं, उनका भी आप देख लें कि आज के दौर में भी वो फलस्तीन के हक में भी ऐसे भी लोग, ऐसे भी यहूदी हैं जो उनके हक में, तो वो जायनिस्ट नहीं है, वो दूसरे ऑर्थोडॉक्स जो वो बिब्लिकन से, वो क्या उसको कहते हैं, वो दूसरे जो है इतनी नफरत मुसलमानों से उनसे भी नहीं हमने देखी। तो वो भी बिलाल भाई मैं तो हमेशा कहता हूं कि ये देखो, हमने तो वही है ना कि एक प्रॉपर आजादी के तौर पर, बराबरी की सतह पर, देखो हम तो नहीं थे जॉइंट इंडिया में जिस दौर में सनाउल्ला अमृतसरी साहब और शेख बटालवी साहब थे, मिर्जा साहब के साथ इनका मामला था, जानते थे, मिलते थे। हमने तो दौर देखा है टिकटॉक पे आके, पाकिस्तान में भी इनको बराबरी की सतह तो नहीं थी। टिकटॉक पर हर बंदे के हाथ में फोन है और वो ऑनलाइन चला जाता है, बराबरी की सतह पे आके बात कर रहा है। अब ये एक मोहल्ला है, ये एक माशरे के तौर पे आप यहाँ रह रहे हो, ऐसे है कि नहीं? जानते हैं ना एक दूसरे को सारे, भाई ये कौन है, ये कौन है, या मुबारकें भी होती,
ادھر غمی خوشی بھی ہوتی ہے, ادھر کنڈیم بھی کیا جاتا ہے ایک دوسرے کو, ٹھیک ہے جناب, ادھر مقابلے بھی ہوتے ہیں, ادھر سب کچھ ہی ہوتا ہے, اور محلے کی طرح نظر رکھی جاتی ہے کہ کون کیا کر رہا ہے. اس معاشرے کے طور پہ جہاں پہ ہم رہ رہے ہیں, مجھے بتاؤ کیا کو ایگزسٹنس یہاں پر ہے کسی قسم کی؟ کیا مرزائی ہمیں برداشت کر رہا ہے کوئی ایک سیکنڈ؟ مطلب آپ بغض کا لیول دیکھو, مسلمان تو پھر بھی کہتا ہے آؤ یار پیار بہت سے بات زبردست کرو, ایگزامپل, تعامل سے بات کرو. زبردست ایگزامپل جناب, زبردست ریئل لائف ایگزامپل آپ نے دے دی ہے. ایک چک چک مارتے نے تھلے, اس کو بہت پڑھ لینا, اس کو فلاں نہیں کرنا, انہاں دا غصہ ہی نہیں مار رہا. تسی اندازہ کرو اے محلہ جے اے ریئل چ تسی بٹھا دو تے ریئل چ قتل و غارت ہو جائے گی, مینوں لگدا ہے یہی تے حال ہونا. بالکل آپ یہی دیکھ لیں کہ ان کا یہی کوشش رہتی ہے ہمیشہ کہ مسلمانوں کے خلاف ہم نے بات کرنی ہے, ان کو گالی دینی ہے, ان کے اکابرین کو گالی دینی ہے. اگر طاہر امجد صاحب کی مثال لے لیں تو وہ اکثر علامہ صاحب سے الجھتے ہیں یا دوسرے لوگوں سے الجھتے ہیں, اور الزام لگایا جاتا ہے کہ یہ تو معاذ اللہ امام حسین علیہ السلام سے بغض ہے. اور اگر یہی آپ میر سلیم کی براڈ پہ چلے جائیں تو اس کا رویہ دیکھ لیں کہ وہ مولا علی علیہ السلام کو اور امام حسن رضی اللہ تعالیٰ علیہ السلام کو گالی دیتا ہے. گالیاں کیا لاتے ہے کہ ڈالتا ہے جب نہیں, ہاں بالکل کرتا ہے. رنگی ڈالتا ہے, صرف کیا مقصد ہے کہ مسلمانوں کو غصہ دلانا ہے, ان کے اکابرین کی توہین کرنی ہے, ان سے اپنا بغض نکالنا کسی نہ کسی طریقے سے. یہی رویہ ان کا ہر بندے کے ساتھ. بالکل. اچھا وہ کل عامر بھائی موجود ہو؟ اچھا آگے پیچھے نے کل وہ اپنا اویس بھائی نہیں, اویس بھائی نہ کہن کہ یار ویسے ایک زیادتی ہے کہ پاکستان میں جیسے ہم لوگوں کو اجازت ہے نا ہمارے آپ پڑھنے کی کورس یا ہماری کتابیں پڑھنے کی, تو ان کو بھی اجازت ہونی چاہیے کہ یہ بھی اپنے مذہب کی کتابیں نہ پڑھے اسکول میں جس طرح کالجز میں. میں کہا ہاں بالکل ٹھیک ہے. تو میں کہا سوچ کالج اسکول چل رہا ہو تو ٹیچر کے آج بیٹا مصور احمد کی باری ہے, مصور احمد بیٹا آپ کچھ پڑھ کے سناؤ اپنی بک میں سے, احمدیت میں سے. تو مصور احمد کلاس دے وچ کھلوئے تو سارے منڈے سٹ رہے تو کہ محمد دیکھنے ہو جس نے اکمل, غلام احمد کو دیکھے قادیان. تو میں کہا نال ہی پوری کلاس دے جتیاں لا کے دے پیچھے نس پے. میں کہا ہو ہی نہیں سکتا نا, اے او لٹریچر ہے جیڑا پڑھیا جا نہیں سکتا کھلے عام, یا وہ جڑے باقی گند بلا لکھیا ہوا ہے اقوا اکمل اور اشد وہ پڑھ سکتے ہیں تسی بہ کے اتنے پاکستان دے وچ؟ انہاں نے کدی سوچیا نہیں سی پاکستان بن جانا, یہ کتاباں ہے ہی نہیں سن کو ایگزسٹنس دے پلان دے وچ. بلال بھائی ایک کتاباں اے سیٹنگ اے مذہب اے کو ایگزسٹنس نو سامنے رکھ کر بڑھایا ہی نہیں گیا. اے بڑھائی اس واسطے گیا سی کہ اسی کلے ہی رہنا, یہ دے بچارے اصل پھنس بات گئے نے. جی جی یار نعیم بھائی دی کال ہے تھلے, نعیم بھائی دی کال برائٹ صاحب دیکھو ذرا. لو میں ڈراپ ہوں. اصل میں یہ جو بات آج ہم کر رہے ہیں نا, یہ اس لیے ہمیں زیادہ عجیب نہیں لگتی, لیکن اگر آپ یہ 1930 میں 1908 میں 1920 میں چلے جائیں نا تو یہ بات بالکل سچ ہے کہ اس دور کے اندر پاکستان کے بننے کا جو کانسیپٹ تھا, جو آئیڈیا تھا یا آئیڈیالوجی, جو بھی ہم اسے کہیں, وہ بالکل ایک غیر یقینی بات تھی. وہ ایسے ہی آپ سمجھ لیں کہ جیسے آج بلوچستان کے حوالے سے کوشش کی جا رہی کچھ لوگوں کی طرف سے کہ اس کو علیحدہ اسٹیٹ اس کو بنایا جائے, تو آج ہم لوگ جو ہماری تو سوچ میں بھی نہیں آ سکتا نا کہ ہم اس کو علیحدہ کر بھی سکتے ہیں یا نہیں. اور نہیں سر, آپ بلوچستان تو دور کی بات ہے, لاہور تو مین گڑھ تھا, لاہور اور دلی کے بیچ میں تو ٹریول تھا سارے کا سارا, اصل ریاست ہی اس کے بیچ میں تھی. جی ہاں جی ہاں, پنجاب آپ پنجاب کاٹ کے دیکھو نا کہ لاہور سے آپ پنڈی علیحدہ کر رہے ہو, فرض کرو یہ کر کے دیکھو. جی جی, تو اس دور میں تو نہیں تو اس دور کے حوالے سے اگر ان کی اسٹیٹمنٹ اٹھا کے دیکھیں تو آپ کو بالکل اندازہ, اس دور کا کوئی بندہ ہو تو وہ اس کے لیے یہ بات بالکل ایسے ہی ہوگی کہ ہاں واقعی یار یہ, اور ان کو بھی پتا تھا, یعنی پتا اس لیے کہ ان کو یقین تھا, ان کو یقین کہ یہ کبھی ہو نہیں سکتا, یہ پاسبل ہی نہیں ہے کہ پاکستان کبھی بن سکے. لیکن کیا کیا انہوں نے بیچ میں اپنا بھی تھوڑا بہت تڑکا اس طرح حوالے سے لگایا کہ چلو اگر تھوڑی بہت پاسبلٹی ہے مسلمانوں کی ہمدردی لینے کے لیے, تو ایک آدھا بیان وہ بھی 1944 1945 46 کے قریب جا کر ہمیں ملتے ہیں کہ کچھ انہوں نے تھوڑی بہت بات کی ہے کہ اپنے دوستوں ہمدردی کرو مسلمانوں سے, ان کو جگہ دو, بس اس طرح. اس سے پہلے تو یعنی مرزا صاحب کا اپنا ایک بیان ہے نا کہ وہ جو مسلم لیگ پارٹی ہے اس سے بغاوت کی بو آتی ہے, تو
क्यों कि सिर्फ गोरों को खुश और करने ज्यादा के लिए? पीछे क्यों जाते हैं सर जी? बदई भाई भी मौका देते हैं, आप ज्यादा पीछे क्यों जाते हैं? जब पाकिस्तान का नाम आ गया था तो आप कॉन्फिडेंस का लेवल देखे। सिर्फ बशीरुद्दीन महमूद कहता है कि पाकिस्तान अगर बन गया तो मिर्जा साहब का इल्हाम कैसे सच्चा होगा? आर्यों का बादशाह कहता अगर पाकिस्तान नहीं बनना था तो फिर तो पाकिस्तान का बादशाह इल्हाम होना चाहिए। बिल्कुल बिल्कुल। अच्छा, ये बात उसकी ठीक है, हाँ, बात उसकी अपनी जगह पे गलत नहीं है कि इल्हाम जिस जिस हवाले से है उसी का होगा ना, आर्यों का बादशाह। अब आर्य समाज जो है ये तो उधर है ना, इसकी मेजोरिटी, इसका सारा कुछ तो उधर है। तो ये कैसे हो सकता है कि ये मुल्क जो है ये दो हिस्से हो जाए और फिर इल्हाम तो पूरा नहीं हो सकता। कोशिश तो उन्होंने माज़अल्लाह अस्तगफिरुल्लाह, कोशिश तो उन्होंने यही की ना कि इस तरह की बातें की जाए ताकि रसूलुल्लाह सल्लल्लाहु अलैहि वसल्लम की जो बातें हैं उनकी जो पेशगोई है उनसे मुमासलत हो जाए। लेकिन अल्लाह ताला का जो प्लान था वो तो कुछ और ही था। अल्लाह ताला ने इंसान इन लोगों को इस तरह जलील करना, वैसे इस कदी तरह हो सोचा सी नहीं भाई ਤੁਸੀਂ ਕਿ ਕਾਇਦੇ ਆਜ਼ਮ ਨੇ ਮਿਰਜ਼ਾ ਸਾਹਿਬ ਦਾ ਇਲਾਮ ਝੂਠਾ ਕਰ ਦੇਣਾ? ਸੋਚਿਆ ਸੀ ਕਦੀ ਤੁਸੀਂ? ਬਸ ਨਹੀਂ, ਮੈਂ ਤਾਂ ਨਹੀਂ ਕਦੇ ਸੋਚਿਆ। ਤੇ ਮਿਰਜ਼ਾਈਆਂ ਦੀ ਗੱਲ ਉਹ ਆਈ ਹੈ, ਮੈਂ ਉਸ ਦਿਨ ਤੁਸਾਂ ਦੀ ਆਡੀਓ ਸੁਣੀ ਹੈ ਜੀ ਜੀ, ਵੀਡੀਓ ਪਲੇ ਕੀਤੀ ਆਪਣਾ ਟਾਈਮ ਲੈਣ ਤੇ ਚਾੜੀ ਆਪਣੇ ਰਾਜਾ ਸਾਹਿਬ ਨਹੀਂ ਨਸਾਂ ਨੇ ਮਣੇ ਗਰਾਈ ਹਾਂਜੀ ਹੈ ਹਾਂਜੀ ਜਵੇਦ ਸਾਹਿਬ, ਉੱਥੇ ਤੁਸੀਂ ਗੱਲ ਸੁਣਾ ਰਹੇ ਸੀ ਮਿਰਜ਼ਾ ਤਹਿਰ ਦੀ। ਉਹ ਕਹਿੰਦਾ ਹੈ ਕਿ ਮੌਲਵੀ ਭੱਜੇ ਆਏ ਨੇ ਕਿ ਮਿਰਜ਼ਾ ਸਾਹਿਬ ਦਾ ਇਲਾਮ ਪੂਰਾ ਹੋ ਜਾਏਗਾ, ਪੁੱਟੋ ਫਾਂਸੀ ਨਾ ਦਿਓ। ਹਾਂ ਇੰਜੀ ਗੱਲ ਹੈ। ਇਹ ਇਹਨਾਂ ਦੀ ਇੱਕ ਰਸਾਲੇ ਵਿੱਚ ਵੀ ਛਪੇ, ਅਖਬਾਰ ਵਿੱਚ ਵੀ ਛਪੇ, ਜੋ ਮਜ਼ਮੂਨ ਵਿੱਚ ਛਪੇ ਆ। ਠੀਕ ਹੈ। ਇਹ ਲੋਰੀਆਂ ਵੀ ਇੱਕ ਵਾਰੀ ਗੱਲ ਕੀਤੀ ਨੇ, ਉਹਨਾਂ ਕੁਝ ਹੋਰ ਕੀਤੀ। ਉਹਨਾਂ ਆਖਿਆ ਕਿ ਬਸ਼ੀਰਾ ਜਿਹੜਾ ਹੈ ਨਾ ਇਹ ਜੇ 52 ਸਾਲਾਂ ਨੂੰ ਸੀ ਤੇ ਮਰ ਵੈਸੀ ਇਲਾਮ ਉਸ ਤੇ ਪੂਰਾ ਹੋ ਸੀ। ਅਗਲੀ ਗੱਲ ਸੁਣੋ, ਇਸ ਤੋਂ ਅਗਲੀ ਮੈਂ ਤੁਹਾਨੂੰ ਦੱਸਣਾ। ਫਿਰ ਜਿਹੜੇ ਲੋਰੀਆਂ ਇਹ ਗੱਲ ਆਖੀ ਨਾ ਤੇ ਇਹਨਾਂ ਪਿੱਛੂ ਪੈ ਗਏ ਵੀ ਇਹ ਤੇ ਗੱਲ ਗਲਤ ਹੋ ਗਈ ਨਾ। ਆਖਿਓ ਇਹ ਇਲਾਮ ਅੱਗੇ ਅੱਗੇ ਜੋ ਗਿਆ ਹੀ ਨਹੀਂ, ਪਹਿਲੇ ਹੀ ਪੂਰਾ ਹੋ ਗਿਆ। ਮਿਰਜ਼ਾ ਕਦਿਆਨੀ ਦੀ ਜ਼ਿੰਦਗੀ ਵਿੱਚ ਉਹ ਸ਼ਖਸ ਮੌਜੂਦ ਆ ਜਿਹਦੇ ਬਾਰੇ ਇਲਾਮ ਹੈ ਮਿਰਜ਼ਾ ਕਦਿਆਨੀ ਉਸਾ ਜਾਣਨਾ ਆ। ਇਹ ਆਂਦਾ ਕਿ ਬੰਦੇ ਤੇ ਆਈ ਨਹੀਂ ਵੱਲਾ ਯਾਰ ਇਹ ਤੇ ਭੇਜੋ ਮੈਨੂੰ ਯਾਰ। ਓਏ ਮੈਂ ਤਾਂ ਪੜ੍ਹੇ ਆ ਨਾ, ਤੇ ਮੈਂ ਸਾਰੀ ਗੱਲ ਸੁਣ ਕੇ ਫਿਰ ਦੁਬਾਰਾ ਹਵਾਲਾ ਕੱਢਿਆ। ਮੈਂ ਕਿਹਾ ਮੈਂ ਫਿਰ ਗੱਲ ਪੜ੍ਹ ਕੇ ਫਿਰ ਸੀਕਰ ਦੱਸਾਂ ਇਹ ਗੱਲ ਉਹੀ ਕਿਵੇਂ। ਓਏ ਜਿਹੜੇ ਤੁਸੀਂ ਇਹ ਗੱਲ ਕੀਤੀ ਨਾ, ਤੇ ਮੈਂ ਪਹਿਲੇ ਉਹ ਅਖਬਾਰ ਕੱਢੀ ਹੈ ਜਿੱਥੇ ਨਾ ਬਿਆਨ ਸ਼ਾਇਆ ਕੀਤਾ ਹੈ, ਫਿਰ ਮੈਂ ਹਵਾਲਾ ਕੱਢ ਕੇ ਰੱਖਿਆ। ਕਿੱਡੇ ਝੂਠੇ ਨੇ ਉੱਤੋਂ ਲੈ ਕੇ ਥੱਲੇ ਤੱਕ ਦਜਾਲ ਨੇ। ਫਿਰ ਇਹਦੀ ਤੁਸੀਂ ਮੈਂ ਗੱਲ ਹੋਰ ਦੱਸਾਂ। ਇਹਨੂੰ ਖਿਲਾਫਤ ਮਿਲੀ ਹੈ ਬਸ਼ੀਰੇ ਨੂੰ ਮਾਰਚ 1914 ਚ, 1965 ਚ ਫੌਤ ਹੋ ਗਿਆ। ਠੀਕ ਹੈ। ਇਹ ਵੀ 52 ਸਾਲ ਬਣਨੇ ਨੇ। ਹਾਂ ਪੂਰੇ 52 ਬਣਦੇ ਨੇ ਬਿਲਕੁਲ। ਹਾਂ ਇਹ ਵੀ 52 ਨੇ। ਕੁੱਤੇ ਕੀ ਆਦਤ ਪਰ ਮਰੇਗਾ ਤੇ ਕੁੰਭਾ ਖਬਾਸਤ ਕੋ ਲੁੱਟੇਗਾ, ਉਹ ਦੋਵੇਂ ਫਿੱਟ ਪੈ ਜਾਂਦੇ ਨੇ। ਬਿਲਕੁਲ। ਬਰਲੇ ਤੁਹਾਨੂੰ ਮੈਂ ਭੇਜ ਦੇਸਾਂ ਦੋ ਜੀ। ਇਹ ਮਿਰਜ਼ਾ ਗੁਲਾਮ ਅਹਿਮਦ ਦੀ ਜ਼ਿੰਦਗੀ 'ਚ ਜਿਹੜਾ ਕਹਿੰਦੇ ਨਾ ਪੂਰਾ, ਇਹ ਵਾਲਾ ਤੁਸੀਂ ਮੈਨੂੰ ਭੇਜਣਾ। ਮਿਰਜ਼ਾ ਤਾਹਿਰ ਇਹ ਮੈਂ ਭੇਜ ਦਿਆਂ। ਠੀਕ ਹੈ, ਇਹ ਮੈਂ ਤੁਹਾਨੂੰ ਭੇਜ ਦੇਵਾਂਗਾ। ਕਿ ਜੇ ਉਹਨਾਂ ਬਸ਼ੀਰੇ ਨੇ ਫਿੱਟ ਕੀਤਾ ਨਾ, ਸਭ ਮਰਿਆ ਨਹੀਂ ਹੈ। 1941 ਦੀ ਗੱਲ ਹੈ। 1941 ਚ ਉਹਨਾਂ ਆਖਿਆ ਵੀ ਇਹ ਮਰ ਵੈਸੀ ਨੇ ਹੋ ਕੇ ਨਾ 52 ਸਾਲਾਂ ਨਾ ਇਹ ਖੱਪ ਵੈਸੀ ਨੇ। ਉਸ ਲਈ ਨਾ ਜਵਾਬ ਦਿੱਤਾ ਵੀ ਇਹ ਇਲਾਮ ਤਾਂ ਪਹਿਲੇ ਹੀ ਪੂਰਾ ਹੋ ਗਿਆ, ਐਸਾ ਕਿੰਤੂ ਫਿੱਟ ਪੇ ਕਰਨਾ ਹੈ। ਤੋਬਾ ਇਹ ਆਂਦਾ ਕਿਸੇ ਸ਼ਖਸ ਤੇ ਹੈ ਹੀ ਨਹੀਂ। ਬਈ ਜਾਨਾਂ ਦੇ ਝੂਠੇ ਨੇ, ਹੈ ਕਹਿੰਦੇ ਨੇ ਜਾਨਾਂ ਦੇ ਝੂਠੇ ਨੇ। ਅੱਲਾ ਦੀ ਕਸਮ ਜਾਨਾਂ ਦੇ ਝੂਠੇ ਨੇ। ਐਡਾ ਝੂਠ, ਐਡਾ ਮਕਰ। ਤੇ ਸਰ ਤੇ ਜੇ ਆਖੋ ਨਾ ਕਿ ਉਹ ਦੋ ਬੰਦਿਆਂ ਤੋਂ ਹੋ ਸਕਣਾ, ਆਖੋ ਬਸ਼ੀਰੇ ਨਹੀਂ 52 ਸਾਲ ਖਿਲਾਫਤ ਤੇ ਪਹਿਲੇ ਉੱਥੇ ਫੋਟ ਕਰ, ਫਿਰ ਫੋਟੋ ਫਿੱਟ ਕਰ ਲਈ। ਪਹਿਲੇ ਉੱਥੇ ਫਿੱਟ ਕਰ 52 ਸਾਲ ਖਿਲਾਫਤ ਉੱਤੇ, ਫਿਰ ਉੱਥੇ ਫਿੱਟ ਕਰ ਲਈ। ਨਹੀਂ ਨਹੀਂ ਬਾਈ, ਤੁਸੀਂ ਵੇਖੋ ਕਿ ਪੂਰੀ ਨਸਲ ਝੂਠ ਤੇ ਜਵਾਨ ਕਰ ਛੜੀ ਉਹ ਮਿਰਜ਼ਾ ਤਾਹਿਰ ਨੇ। ਹਾਂ ਤੋਬਾ ਤੋਬਾ। ਉਸ ਦਿਨ ਮੈਂ ਅਮਰ ਭਾਈ ਕੋ ਸੁਣ ਰਿਹਾ ਸੀ ਕਿ ਮਿਰਜ਼ਾਈ ਨੇ ਕਿ ਜਿਹੜੀਆਂ ਬੈਤਾਂ ਦਾ ਜ਼ਿਕਰ ਹੈ ਨਾ, ਮਿਰਜ਼ਾ ਤਾਹਿਰ ਨੇ ਐਲਾਨ ਕੀਤਾ ਇਹ ਮਿਰਜ਼ਾਈਆਂ ਦੀਆਂ ਰਿਪੋਰਟਾਂ ਗਲਤੀਆਂ। ਮੈਂ ਕਿਹਾ ਚੰਦਾ ਤੇ ਮਿਰਜ਼ਾ ਤਾਹਿਰ ਕੋਲ ਹੀ ਵਿੰਦਾ ਨਾ, ਜੇ ਚੰਦਾ ਤੇ ਨਹੀਂ ਵਿੰਦਾ ਇਤਨੇ ਬੰਦਿਆਂ ਦੀ ਰਿਪੋਰਟਾਂ ਕਿ ਸਹੀ ਹੋ ਗਈਆਂ। ਬਿਲਕੁਲ ਉਸਾਂ ਵੀ ਪਤਾ ਰਿਪੋਰਟਾਂ ਗਲਤ ਹੋਣ। ਤੁਸੀਂ ਤਾਂ ਕਹੋ ਕਿ 16 ਕਰੋੜ ਬੈਤਾਂ ਹੋਣ ਤਾਂ ਰੁਪਇਆ ਮਹੀਨੇ ਨਾਲ ਵੇਚਣਾ, 16 ਕਰੋੜ ਰੁਪਇਆ ਮਹੀਨੇ ਨਾਲ ਆਉਣਾ ਹੈ। 16 ਕਰੋੜ ਰੁਪਇਆ ਇਸ ਲਈ ਬੈਤੁਲ ਮਾਲ ਚ ਆਵੇ ਤਾਂ ਬੰਦੇ ਪਤਾ ਲੱਗਣਾ ਯਾਰ ਆਇਆ ਤੇ ਨਹੀਂ ਆਇਆ, ਤਾਂ ਵੀ ਬੰਦੇ ਖਬਰ ਨਹੀਂ। ਤੇ ਇਹਨੇ ਕਿਹਾ ਨਹੀਂ ਹੋਣਾ ਮੈਨੂੰ ਵਿਖਾ ਹੀ ਦਿਓ, ਹਾਂ ਚਿਹਰਾ ਹੀ ਕਰਾ ਦਿਓ, ਹਾਂ 4 ਕਰੋੜ ਤੇ ਚਲੋ 1 ਕਰੋੜ ਦਾ ਚਿਹਰਾ ਹੀ ਕਰਾ ਦਿਓ। ਬਸ ਦੱਸਣਾ ਪਿਆ ਇਹ ਝੂਠ ਵਿੱਚ ਖੁਦ ਸ਼ਾਮਲ ਹੈ ਨਾ। हाँ नहीं, शामिल है ये तो बात बाद की है। इससे पहले जो इसके मिर्जा नासिर साहब थे, तीसरे खलीफा जो थे जमात के, वो पता नहीं अब इसके भाई लगते थे, बेटे लगते थे, क्या लगते थे मुझे नहीं पता।
भाई लगते थे। अच्छा उन्होंने भी तो इससे बड़ा झूठ मारा है ना पहले ही। उन्होंने तो उधर असेंबली के अंदर खड़े होकर झूठ बोल दिया था कि 1 करोड़ बन रहे हैं पूरी दुनिया के अंदर। वो तो यही बख्तियार साहब ने इनको पकड़ लिया था, इन्होंने तो बाद में झूठ बोला। इससे पहले जो झूठ बोला गया है वो वही था। और मजे की बात है कि उनसे यही बख्तियार साहब ने बड़ी तसल्ली से पूछा कि आपके पास कोई रजिस्टर है, कोई रिकॉर्ड है, कोई चीज है जिससे ये पता किया जा सके कि आपकी जमात की ओरिजिनल तादाद इस वक्त इस दुनिया के अंदर कितनी है। क्योंकि उनका दावा था कि पंजाब के अंदर या पाकिस्तान के अंदर हमारी जो तादाद है वो 35 से 40 लाख है, और पूरी दुनिया के अंदर हमारी तादाद जो है वो 1 करोड़ है। उसमें उन्होंने अफ्रीका के किसी इलाके का नाम भी लिया था कि वहां पे भी हमारी तादाद 20-22 लाख है, इसके करीब है। हाँ ये 74 के अंदर है। तो कहते जी वहां पे छापा भी गया था, उसका रेफरेंस नहीं दिया, सिर्फ अखबार का नाम लिया था कि फलां है। वो तो याहिया बख्तियार साहब ने अगले दिन जाकर जब इनके आगे सेंसस रिपोर्ट रखी ना, जब सेंसस रिपोर्ट रखी 1908 से ऑनवर्ड, तो उन्होंने कहा कि याहिया बख्तियार साहब ने कहा कि मिर्जा साहब मेरे पास तो ये है, और जो आपके बंदों ने मिर्जा बशीर बिन महमूद साहब ने 1953-54 के अंदर वो क्या हुआ था, वो यार वो जस्टिस नियाजी का जो इनका केस हुआ था, जस्टिस मुनीर इंक्वायरी रिपोर्ट, मुनीर हाँ उसके अंदर जो इन लोगों ने तादाद बताई थी वो थी 2 लाख। 53 के अंदर 2 लाख तादाद उन्होंने अपनी जमा करवाई थी कि हमारी 2 लाख तादाद है इसके अंदर इंडिया के अंदर, पूरे इंडिया। बरसगीर अब छोटा नहीं है, बरसगीर बहुत बड़ा है, ठीक है। तो हमारी जो पाकिस्तान इंडिया के अंदर तादाद है वो इतनी 2 लाख, सॉरी पाकिस्तान के अंदर। इसके ऊपर जो टॉन्ट किया ना याहिया बख्तियार साहब ने, वो बड़ा मजे का था। उन्होंने कहा अब ये 2 लाख है आपका 53 के अंदर, इसके बाद आज है 74, यानी इसको 20-22 साल गुजर गए हैं। तो उन्होंने कहा कि क्या आप वो जो दुनिया का एक प्लान होता है फैमिली प्लानिंग का, वो भूल गए थे? इतने बच्चे पैदा, ये बकायदा लिखा हुआ है इसके अंदर 74, आप फैमिली प्लानिंग भूल गए थे, इतने बच्चे पैदा कर दिया आपने। फिर अगर आपसे ये कहते हैं कि आप वो जो आपके दूसरे रिलीजन से आपके या जो कन्वर्ट हुए हैं वो दिखा दे, वो आपके पास नहीं है। तो एंड पे इसने कहा था कि मेरे पास कोई इसका वाज़ेह सबूत नहीं है। तो जस्टिस याहिया बख्तियार ने कहा था फिर आप मुझे चैलेंज करें, मैं तो आपको चैलेंज कर रहा हूँ। तो वो चुप हो गए। तो ये झूठ पहले भी बोला गया है इनकी तरफ से, और इससे पहले ये झूठ मिर्जा साहब के दौर में भी बोला गया। जब पहला जलसा हुआ ना इनका इनकी जमात का, तो मिर्जा साहब ने बड़ी बड़ी बातें की थी। जब दूसरा जलसा हुआ तो पहले जलसे के ऊपर मजम्मत की थी कि बंदे नहीं आए, आपस में लड़ते हैं, साला फलाना, मतलब सारा कुछ। ये झूठ तो शुरू से चला, मिर्जा ताहिर ने कोई नई बात नहीं की, मिर्जा ताहिर ने उसी बात को जारी रखा कि ऐसी बात करनी है, ऐसी नहीं गप पर छोड़नी है चौधरी जिससे 1-2 ਲੱਖ ਦੀ ਖੈਰ ਸੀ। ਮਿਰਜ਼ਾ ਤਾਹਿਰ ਨੇ ਅਖੀਰ ਪੱਟ ਦੀ ਹੈ। ਮਿਰਜ਼ਾ ਤਾਹਿਰ ਨੇ 8 ਲੱਖ 16 ਲੱਖ 32 ਲੱਖ 50 ਲੱਖ 1 ਕਰੋੜ 2 ਕਰੋੜ 4 ਕਰੋੜ 8 ਕਰੋੜ ਭਾईजान ਉਹਨੇ ਅਖੀਰ नहीं, ਕਰ ਛੱਡੀ। सिकर भाई बात ठीक है, 1 लाख 2 लाख की खैर है, लेकिन 2 लाख और 40 लाख में भी बड़ा फर्क है। यार ਮੈਨੂੰ तो हाँ फर्क तो है, लेकिन सर ਜਿਹੜੀ 8 ਕਰੋੜ वो भी जब आप असेंबली के अंदर खड़े हो ਤੋਬਾ तो तब उस लेवल पे मिर्जा ताहिर ने तो अपने लोगों को झूठ ਅੱਛਾ बोला ना। ਤੁਸੀਂ ਵੇਖਿਆ ਹੋਣਾ ਮਿਰਜ਼ਾ ਤਾਹਿਰ ਨੂੰ ਜਦੋਂ ਉਹਨੇ ਕਿਹਾ ਕਿ 8 ਕਰੋੜ ਔਰ 35 ਲੱਖ, ਤੁਸੀਂ ਉਹਦੀ ਸ਼ਕਲ ਵੇਖੀ ਹੋਣੀ ਹੈ। जी जी ਮੈਂ ਉਹਨਾਂ ਨੂੰ ਸੁਣਿਆ ਜਿਹੜੇ ਸਾਹਮਣੇ ਬਹਿ ਕੇ ਅੱਲਾਹੁ ਅਕਬਰ ਦੇ ਨਾਰੇ ਲਾ ਰਹੇ ਸੀ ਤੇ ਨਾਰੇ ਤਕਬੀਰ ਕਹਿ ਰਹੇ ਸੀ, ਮੈਂ ਉਹਨਾਂ ਨੂੰ ਸੁਣ ਰਿਹਾ ਸੀ। लानत भी भेजी थी ना उन्होंने। ਮੈਂ ਕਿ ਇਹ ਕਿਹੋ ਜੀ ਕੌਮ ਹੈ ਜਿਹੜੀ ਨਾਰਾ ਮਾਰ ਰਹੀ ਹੈ ਬਹਿ ਕੇ, ਹਾਲਾਂਕਿ ਤੁਹਾਨੂੰ ਹੱਸ ਪੈਣਾ ਚਾਹੀਦਾ ਸੀ ਇਸ ਗੱਲ ਤੇ। जो दीन की बुनियादों में से एक बुनियाद है ना, वो यही है कि आपने किसी इंसान की अंधी तकलीद नहीं करनी। जिन लोगों ने जब अंधी तकलीद में अब घुस जाए, तो वो तो लामा साहब ने भी एक दिन एक बात सुनाई थी कि ये जो मिर्जा बशीर बिन महमूद के ऊपर इल्जाम लगे थे जना के, इस तरह के जो केस चल रहा था, तो इसके मरीदों ने कहा था कि हम अपनी आंखों से भी अगर देख लेना इसको जना करते हुए, तो हम कहेंगे हमारी आंखें जो है ना वो झूठ बोल रही हैं। तो इस लेवल की अगर अंधी तकलीद हो, बल्कि आपकी सीकर भाई आपकी मिसाल ले लें, आपने जब वो फसाहत और बलागत वाला रेफरेंस पढ़ा था मिर्जा ताहिर का, उससे पहले आपने उसको बम्बास्टिक को कहा था कि अगर कोई ये कहे तो उसने कहा नहीं नहीं वो इतनी बड़ी बात नहीं है। लेकिन जब आपने कहा ये बात मिर्जा ताहिर ने की है, तो उसने कहा हाँ अगर उन्होंने किया फिर ठीक है। यानी बगैर तहकीक के जो बात मिर्जा ताहिर ने कर दी वो ठीक है,
آپ کہیں کہ بھٹو نے فصاحت و بلاغت کا شاہکار تھا، اس کا وہ جو یو این اسمبلی کے یو این کے اندر جو اس کا وہ تقریر بیان تھی تھا مرزا بشیر وہ، الدین محمود کا، بشیر الدین محمود کا بیان، نا مرزا طاہر کا، مرزا طاہر کا اور نہیں بشیر الدین محمود کا ہے. یہ ہاں جو بھٹو کی بیان تھا، بھٹو کی جو اسمبلی کے بارے میں جو یہ جو جو تھی کہ نا، تقریر کے بارے یہ میں، بیان ہے وہ والا جو جب یہ پرائم منسٹر نہیں تھا، یہ تب کی تقریر ہے ہاں تب کی تقریر کون ہے. سی والی سیکر بھائی؟ اس کو فسا ਜਿਹਦੇ ਵਿੱਚ کشمیر ਦਾ ਮੁੱਦਾ ਚੁੱਕਦਾ ਹੈ ایوب ਦੇ ਦੌਰ 'ਚ، ایوب ਦਾ ਵੀ ਨਹੀਂ لیکن اس ਤੋਂ ਪਹਿਲੇ ਦੀ ਗੱਲ ہے، 71 ਤੋਂ ਪਹਿਲੇ ਦੀ. فصاحت و بلاغت کا جو شاہکار تھا وہ یہ والی بات ہے نا. ਹਾਂ 65 سے بشیرہ مار گیا نا، 65 سے بشیرہ مار طاہر گیا، ہے پہلے نا، دی گل ہے. طاہر ہے نا. ਉਸ ਤੋਂ ਪਹਿਲੇ ਦੀ، ਉਸ ਤੋਂ ਕਿਉਂਕਿ ਇਹਨੂੰ ਭੇਜਦਾ ਹੈ ਉਹਦੇ ਵਿੱਚ ਲਿਖਿਆ ਹੋਇਆ ਅਮੀਰ ਜਮਾਤ ਦਾ ਬਿਆਨ, ਤੇ ਅਮੀਰ ਜਮਾਤ ਦਾ ਬਿਆਨ ਦੇ ਰਿਹਾ ਆਪਣਾ ਨਾਸਰ ਅਹਿਮਦ. अभी वो आप बात कर रहे थे, मैं वो नीचे सुन रहा था, मैं उस वक्त ऊपर नहीं था. वो जो कल्बई यमूतु अला कल्ब, हाँ जी, यानी वो कुत्ता है और कुत्ते की आदत पर मरेगा. इसमें उम्र वगैरह की कोई निशानदेही नहीं कि वो हाँ उम्र बाबर का भी इससे लिखा ताल्लुक है कुछ. ये मिर्ज़ा साहब का फहम था कि शायद ये कोई ऐसा बंदा है जिसकी उम्र इतनी होगी, लेकिन जो वही के अल्फाज है ना उसमें उम्र का कोई नहीं है. तो असल बात ये है कि ये मिर्ज़ा महमूद के ऊपर ये पूरी आती है कि 52 साल तक वो मतलब ये करता रहा खबासत, یہ بات تو और میں نے کہی ہے वो نا، कुत्ता 52 था اور سال कुत्ते की خلافت आदत पर मरा. ये یہ بات تو मतलब میں نے कल्बई کی ہے نا چوہان यमूतु अला صاحب. कल्ब इसके ऊपर आता है. بھائی چوہان صاحب میں نے کہا ہے کہ جس پر مرضی یہ فٹ کریں، لیکن سب سے پہلے یہ فٹ بشیر الدین محمود پر ہوگا 52 سالہ خلافت پر، اس کے हाँ بعد جہاں 52 مرضی साल فٹ खिलाफत, क्योंकि 52 پھر साल بھلے مجھ پر उम्र فٹ होना. کریں، بڑے طارق چوہان پر. जी چوہان صاحب دیکھیں نا، پہلے بشیر الدین محمود پر فٹ کریں نا، پھر اس کے بعد بھلے مجھ پر کریں، پہلے طارق چوہان پر کر لیں. ہاں بولا بعد کی بات ہے، پہلے ہاں بشیر الدین محمود پر فٹ کرنا ہے. हाँ बिल्कुल کہ وہ اس پہ وہ 52 سال پورے اس کے ہوئے ہیں تو وہ مر گیا. تو اس کا مطلب ہے وہ کتا تھا، کتے کی عادت پہ مرا ہے، کیونکہ سب سے بڑی خباثت ہی اس نے کی. مرزا صاحب کی تعلیم کو اس کے چھوڑ کے نئی چیزیں بنائی. تو ظاہر ہے وہ مرزا صاحب کے مشن کے حساب سے دیکھیں تو سب سے زیادہ نقصان مرزا محمود نے پہنچایا ان کے مشن کو. تو اس لحاظ سے وہ یہ بات بالکل درست بیٹھتی ہے کہ وہ شخص جس نے مرزا صاحب کے مشن کو سب سے زیادہ نقصان پہنچایا وہی کتا ہے جو کتا کی عادت پہ مرا ہے. تو اس لحاظ سے یہ مرزا محمود ہی اس کا مصداق ہے. جی سیکر بھائی بھیج لیکن دیا یہ آپ کو. اچھا نعیم صاحب آپ کہہ رہے تھے کہ مرزائیوں نے مرزا صاحب کے زمانے میں کسی کے اوپر یہ کی ہے. ہاں یہ پورا کیا ہے. بشیر الدین بشیر احمد ایم اے کا مضمون تھا 1941 کا، 15 جنوری 1941 کا اخبار الفضل کا. کس کے اوپر اس نے لگائی ہے؟ یہ ایک الہام ان کا تھا 1882 کا، اس کے ساتھ ملا کر بندے کی نشاندہی نہیں کی، لیکن احمد بیگ لوگوں کی طرف منسوب کیا ہے اس کو. وہ الہام احمد بیگ پر چسپاں کیا ہوا ہے. ان کے تو احمد بیگ کی تو علیحدہ پیش گوئی تھی، اس کا اس سے کیا تعلق؟ ان کے اس تو نے کیا اس ہی کے ساتھ کہنا. ملا کر نا ادھر کیا ہے. وہ میں سوچ رہا تھا یار یہ کتا نہیں ہے، یہ جس نے کیا کیا ہے، لیکن بہرحال ان کے مطابق یہ آئندہ کے لیے نہیں ہے جو چیز انہوں نے ثابت کی ہے. ہاں انہوں نے کیا ہے کم پہلے ہی مکا دیو تاکہ ساڈے خلیفہ جیتے نہ لگے. یہ 41 کا فضل ہے، اس میں اس نے مضمون چھاپا تھا. ہاں نہیں اصل مرزائیوں نے بہت کوشش کی، بہت ساری جو مرزا صاحب کی پیش گوئی ہیں نا ان کے اوپر طویلیں کرنے کی کوشش کی ہے. حالانکہ مرزا صاحب نے طویلیں کرنے سے منع کیا ہوا ہے. انہوں نے کہا جب تک پیش گوئی پوری نہ ہو جائے جمالی رنگ میں مان لاؤ، جب پوری ہو جائے تو پھر پتہ چل جائے گا اس سے کیا مطلب تھا. نہیں اپنا نہیں بھائی، یہ طارق بھائی یہ جو نا یہ بات آپ نے ابھی کی ہے نا، نہیں بھائی آپ کو میں بتاتا ہوں، یہ سال پہلے کی بات ہے، ہماری بات ہو رہی تھی اس کا جو اس کی جو اس کے اوپر جرا نہیں ہوئی تھی مرزا بشیر الدین محمود کے اوپر، اس کی جو کتاب کے اندر بھی درج ہے وہ 3 دن کی جو جرا تھی اس کے ہم ڈھونڈ رہے تھے کوئی حوالے. تو وہ فی شیخ صاحب آئے تو ان سے بحث ہوگی، تو علامہ صاحب نے کہا یہ میں آپ کو آپ کی کتاب سے بھی نکال کے دکھاتا ہوں. وہ ہم ڈھونڈنے لگ گئے. اسی دوران یہ جو عطا اللہ شاہ بخاری رحمہ اللہ تعالیٰ کو جو جیل ہوئی تھی نا، اس کے حوالے سے مرزا بشیر الدین محمود کی کتاب کے اندر میں نے یہ بات پڑھی تھی کہ اس نے کہا کہ یہ جو اس بندے کو سزا ملی نا، اس کا الہام بھی مرزا صاحب کو اپنے دور میں ہو گیا تھا، اور انہوں نے یہ پیشگوئی کر دی تھی تبھی. یعنی عطا اللہ شاہ بخاری کے بارے میں جو کیا پیشگوئی کیا الہام تھا وہ میں آپ کو بھیجوں گا، وہ میں آپ کو
प्यारे भाइयों, अच्छा आप नजीर क्या साहब, क्या गम है जो बता रहे हो, कैसे कैसे किस्से हाँ सुना रहे हो, क्यों सुनो ना मैं गम किस्सा, खा रहे हो, नजीर क्या साहब हो रहा है?